जो एक मुद्दा जो कि दिल्ली दे गुरुद्वारा सीसगंज साहब तो जुड़िया हैगा, जिस दे विच जो कि हुक्मनामा साहिब 17 अप्रैल की जो तस्वीर दे विच संगत जी हिंदी दे जो अर्थ सीगे वो ब्राह्मणवादी अर्थ सोच दे अर्थ कीते गए सीगे। आम तौर ते ग्रंथी सिंह अपने सामने हुक्मनामा लिखवाते हुंदे हन ते इन्हां इतिहासक स्थानां ते दशकां तो लंबे समय तो प्रेमी सज्जन हुक्मनामा लिखते हैं जिन्हां दी लिखाई चंगी हुंदी है। उस दिन श्री गुरु ग्रंथ साहब जी दर्पण तो गुरमुखी दे अर्थ तां ठीक लिखे गए, पर जब हिंदी च हुक्मनामा लिखिया गया उस दे अर्थ कुछ ठीक नहीं सन ते जिस तरह ही ग्रंथी सिंह उसे वेले पुजे ते वेखदियां ही उन्हां ने वो अर्थ ठीक करवा दिते। जतिंदरपाल सिंह हुण पुछना चाहुंदा कि भाई साहब धर्म प्रचार की पूरी जिम्मेवारी बनती है कि धर्म प्रचार इसका जवाब देवे। मैं जवाब देते रहा कि मैं तेन अपनी कमेटी बनाती हूं, पूरा तो सवाल सामने आएगा, बिल्कुल आएगा। तेरे के बंदे तू तुसी जतिंदरपाल सिंह डोंट लूज टॉक अरे कमाल कर रहा 17 तरीक का केस हो रहा है, तुम 27 ਨੂੰ ਕਿਉਂ ਪਾ ਰਹੇ ਹੋ? ਤੁਸੀਂ ਕਿਉਂ कहता सिर बन रहे हो? चुप कर रहे हो। जिम्मेवारी बनती है क्यों नहीं पावांगे ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਗਲਤ ਲਿਖੇ ਜਾਣਗੇ, ਜਦੋਂ ਇਤਿਹਾਸ ਮਰੋੜਿਆ ਜਾਏਗਾ ਅਸੀਂ ਵੀਡੀਓ ਪਾਵਾਂਗੇ। ਜ਼ਿੰਮੇਵਾਰੀ ਬਣਦੀ ਤੁਹਾਡੀ ਪੂਰੀ, ਤੁਸੀਂ ਜ਼ਿੰਮੇਵਾਰ ਲੈਣੀ। ਭਾਈ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਰਤੇ ਇਹ ਸਾਰੇ ਕੰਮ ਤੁਸੀਂ ਆਪ ਕਰ ਰਹੇ ਹੋ। मैं चाहूंगा ਅਸੀਂ ਦਾ ਖਿਆਲ ਰੱਖਿਆ ਜਾਵੇ। ਸ਼ਰਮ ਕਰੋ ਵਿਚਾਰ ਚਰਚਾ सब तेरी चाल है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇ ਦਰਸ਼ਕਾਂ ਦਾ ਦਾਸ ਗੁਰਪ੍ਰੀਤ ਸਿੰਘ ਵੀ ਸਵਾਗਤ ਕਰਦਾ ਹੈਗਾ ਅਕਾਲ ਚੰਦ ਦੀ ਪਲੇਟਫਾਰਮ ਤੇ। ਅੱਜ ਅਸੀਂ ਗੱਲਬਾਤ ਕਰਾਂਗੇ ਜੋ ਇੱਕ ਮੁੱਦਾ ਜੋ ਕਿ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜੁੜਿਆ ਹੈਗਾ, ਜਿਸ ਦੇ ਵਿੱਚ ਜੋ ਕਿ ਹੁਕਮਨਾਮਾ ਸਾਹਿਬ ਜੋ ਕਿ ਰੋਜ਼ ਮੁਖਵਾਕ ਸਾਹਿਬ ਜਿਹੜੇ ਅਸੀਂ ਸ਼ਰਵਣ ਕਰਦੀ ਸੰਗਤਾਂ ਸ਼ਰਵਣ ਕਰਦੀ ਹੈ ਕਿ ਉਸ ਦੇ ਜੋ ਅਰਥਾਂ ਬਾਰੇ 17 ਅਪ੍ਰੈਲ ਦੀ ਜਿਹੜੀ ਇੱਕ ਹੁਕਮਨਾਮੇ ਦੀ ਇੱਕ ਤਸਵੀਰ ਜਿਹੜੀ ਜਾਰੀ ਹੋਈ ਸੀ, ਜਿਸ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਉਸ 17 ਅਪ੍ਰੈਲ ਦੀ ਉਹ ਤਸਵੀਰ ਦੇ ਵਿੱਚ ਸੰਗਤ ਜੀ ਹਿੰਦੀ ਦੇ ਜੋ ਅਰਥ ਸੀਗੇ ਉਹ ਬ੍ਰਾਹਮਣਵਾਦੀ ਅਰਥ ਸੋਚ ਦੇ ਅਰਥ ਕੀਤੇ ਗਏ ਸੀਗੇ। ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਤੇ ਤੁਹਾਨੂੰ ਵੀ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਚਾਰ ਚਰਚਾ ਜੋ ਅਸੀਂ ਕਰਨ ਜਾ ਰਹੇ ਹੈਗੇ ਆ, ਉਸ ਦੇ ਵਿੱਚ ਸਾਡੇ ਨਾਲ ਜੋ ਪੰਥਕ ਪਾਰਟੀਆਂ ਦੇ 4 ਪੰਥਕ ਪਾਰਟੀਆਂ ਦੇ ਜਿਹੜੇ ਹੈਗੇ ਆ ਨੁਮਾਇੰਦੇ ਮੌਜੂਦ ਨੇ, ਜਿਹੜੇ ਕਿ ਦਿੱਲੀ ਦੇ ਵਿੱਚ ਐਕਟਿਵ ਨੇ। ਆਪਾਂ ਸਾਰੀ ਚਰਚਾ ਕਰਾਂਗੇ। ਪਹਿਲੇ ਤੁਹਾਨੂੰ ਥੋੜੀ ਜਿਹੀ ਅਸੀਂ ਇਸ ਬਾਰੇ ਜਾਣਕਾਰੀ ਦਿੱਤੀ। ਹੁਕਮਨਾਮਾ ਸਾਹਿਬ ਜਿਹੜਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ 17 ਅਪ੍ਰੈਲ ਨੂੰ ਆਇਆ ਸੀਗਾ, ਉਹਦੇ ਅਰਥ ਕੀ ਕੀਤੇ ਗਏ ਸੀਗੇ, ਉਹਦੇ ਅਰਥਾਂ ਦੀ ਜਿਹੜੀ ਹੈਗੀ ਹੈ ਉਹ ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਰਹੇ ਹੋ ਕਿ ਜੋ 17 ਅਪ੍ਰੈਲ ਨੂੰ ਆਇਆ ਸੀਗਾ ਉਹ ਸੀਗਾ ਤਨਾਸਰੀ ਬਾਣੀ ਭਗਤ मैं आगे शायद फोटो नामदेव जी की, हाँ, पहल चे हसा सगले जना क्रिस्ता ते जानो हर हर नाचती नाचना हो। ऐदा जो अर्थ किया गया सीगा कि सर्वप्रथम विष्णु जी की नाभि से कमल पैदा हुआ, फिर उस कमल में से ब्रह्मा जी पैदा हुए और फिर इस जगत के समस्त जीव उत्पन्न हुए और आदि पुरुष परमात्मा की पैदा हुई सृष्टि। और इस तरीके के ਜਿਹੜੇ ਅਰਥ ਉਹਦੇ ਵਿੱਚ ਕੀਤੇ ਗਏ ਉਹ ਤਸਵੀਰ ਤੁਹਾਡੇ ਸਾਹਮਣੇ ਹੀ ਹੈਗੀ ਹੈ। ਪਹਿਲੇ ਅਸੀਂ ਇਸ ਦਾ ਹਵਾਲਾ ਦੇ ਦਿੰਦੇ ਹੈਗੇ ਕਿ ਜਦੋਂ ਇਹ ਮਾਮਲਾ ਪੱਕਿਆ ਸੀਗਾ, ਯਾਨੀ ਜਗਤਾਰ ਸਿੰਘ ਜਾਚਕ ਨੇ ਇਸ ਦੀ ਜੋ ਕਿ ਖਬਰ ਜਿਹੜੀ ਹੈਗੀ ਲੱਗੀ ਸੀ ਕਿ 22 ਤਰੀਕ ਦੀ ਉਹ ਅਖਬਾਰ ਦੇ ਵਿੱਚ 22 ਮਈ ਨੂੰ ਤਕਰੀਬਨ ਬਾਅਦ ਦਾ ਮੁੱਦਾ ਜੋ ਪੱਕਿਆ ਸੀਗਾ, ਪਰ ਉਸ ਦੇ ਵਿੱਚ ਇੱਕ ਸਪਸ਼ਟੀਕਰਨ ਆਇਆ ਸੀਗਾ। ਗੁਰਦੁਆਰਾ ਸੀਸਗੰਜ ਸਾਹਿਬ ਦੇ ਹੈਡ ਗ੍ਰੰਥੀ ਸਾਹਿਬਾਨ ਜਿਹੜੇ ਗਿਆਨੀ ਹਰਨਾਮ ਸਿੰਘ ਜੀ ਨੇ ਇਸ ਚੀਜ਼ ਉੱਪਰ ਆਪਣਾ ਸਪਸ਼ਟੀਕਰਨ ਵੀ ਦਿੱਤਾ ਸੀਗਾ। ਉਹ ਸਪਸ਼ਟੀਕਰਨ ਇੱਕ ਵਾਰੀ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਤਾਂ ਕਿ ਸੰਗਤਾਂ ਦੇ ਨਾਲ ਜਾਣੂ ਹੋ ਜਾਣ ਕਿ ਗਿਆਨੀ ਹੈਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਜੀ ਨੇ ਇਸ ਚੀਜ਼ ਬਾਰੇ ਆਪਣੀ ਪ੍ਰਤੀਕਿਰਿਆ ਦੀ। ਫਿਰ ਉਸ ਤੋਂ ਬਾਅਦ ਅਸੀਂ ਆਪਣੇ ਪੈਨਲ ਦੇ ਨਾਲ ਗੱਲਬਾਤ ਕਰਾਂਗੇ। ਆਓ ਪਹਿਲੇ ਉਹ ਸਪਸ਼ਟੀਕਰਨ ਸੁਣਦੇ ਹਾਂ। ਅੱਜ 2 ਗ੍ਰੰਥੀ ਸਿੰਘ ਹੋਣ ਕਰਕੇ ਇੱਕ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ ਤੇ ਉਸ ਤੋਂ ਬਾਅਦ ਨਿਤਨੇਮ ਆਰੰਭ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸੀਸਗੰਜ ਸਾਹਿਬ ਦਾ ਹੈਡ ਗ੍ਰੰਥੀ ਸੇਵਾਦਾਰ ਹੋਣ ਦੇ ਨਾਤੇ 17 ਅਪ੍ਰੈਲ ਵਾਲੇ ਹੁਕਮਨਾਮੇ ਦੇ ਅਰਥਾਂ ਬਾਰੇ ਕੁਝ ਬੇਨਤੀ ਕਰਨਾ ਚਾਹੁੰਦਾ ਸੀ। ਲਾਕਡਾਊਨ ਹੋਣ ਕਰਕੇ ਗ੍ਰੰਥੀ ਸਿੰਘ ਡਿਊਟੀਆਂ ਤੇ ਨਹੀਂ ਪੁੱਜ ਪਾ ਰਹੇ ਸਨ। ਆਮ ਤੌਰ ਤੇ 3 ਗ੍ਰੰਥੀ ਸਿੰਘ ਹਮੇਸ਼ਾ ਪ੍ਰਕਾਸ਼ ਵੇਲੇ ਹੁੰਦੇ ਹਨ, ਪਰ ਅੱਜ 2 ਗ੍ਰੰਥੀ ਸਿੰਘ ਹੋਣ ਕਰਕੇ ਇੱਕ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ
ਤੇ ਉਸ ਤੋਂ ਬਾਅਦ ਨਿਤਨੇਮ ਆਰੰਭ ਕਰ ਦਿੱਤਾ। ਦੂਜੇ ਗ੍ਰੰਥੀ ਸਿੰਘ ਦੀਆਂ ਹਾਲ ਵਿੱਚ ਸ਼ਹੀਦੀ ਅਸਥਾਨ ਤੇ ਹੋਰ ਜਗ੍ਹਾਵਾਂ ਤੇ ਕਈ ਸੇਵਾਵਾਂ ਹੁੰਦੀਆਂ ਨੇ ਤੇ ਉਹ ਗ੍ਰੰਥੀ ਸਿੰਘ ਥੋੜਾ ਉੱਥੇ ਲੇਟ ਪੁੱਜ ਪਾਇਆ। ਆਮ ਤੌਰ ਤੇ ਗ੍ਰੰਥੀ ਸਿੰਘ ਆਪਣੇ ਸਾਹਮਣੇ ਹੁਕਮਨਾਮਾ ਲਿਖਵਾਉਂਦੇ ਹੁੰਦੇ ਹਨ ਤੇ ਇਹਨਾਂ ਇਤਿਹਾਸਕ ਅਸਥਾਨਾਂ ਤੇ ਦਸ਼ਕਾਂ ਤੋਂ ਲੰਬੇ ਸਮੇਂ ਤੋਂ ਪ੍ਰੇਮੀ ਸੱਜਣ ਹੁਕਮਨਾਮਾ ਲਿਖਦੇ ਨੇ ਜਿਨ੍ਹਾਂ ਦੀ ਲਿਖਾਈ ਚੰਗੀ ਹੁੰਦੀ ਹੈ। ਉਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਤੋਂ ਗੁਰਮੁਖੀ ਦੇ ਅਰਥ ਤਾਂ ਠੀਕ ਲਿਖੇ ਗਏ, ਪਰ ਜਦ ਹਿੰਦੀ 'ਚ ਹੁਕਮਨਾਮਾ ਲਿਖਿਆ ਗਿਆ ਉਸ ਦੇ ਅਰਥ ਕੁਝ ਠੀਕ ਨਹੀਂ ਸਨ ਤੇ ਜਿਸ ਤਰ੍ਹਾਂ ਹੀ ਗ੍ਰੰਥੀ ਸਿੰਘ ਉਸੇ ਵੇਲੇ ਪੁੱਜੇ ਤੇ ਵੇਖਦਿਆਂ ਹੀ ਉਹਨਾਂ ਨੇ ਉਹ ਅਰਥ ਠੀਕ ਕਰਵਾ ਦਿੱਤੇ। ਪਰ ਇਤਨੇ ਚਿਰ ਦੇ ਵਿੱਚ, ਕਿਉਂਕਿ ਰਾਤ ਨੂੰ ਸੰਗਤ ਵਿੱਚੋਂ ਕੁਝ ਲੋਕ ਆਏ ਹੁੰਦੇ ਨੇ ਆਪਣੇ ਆਪਣੇ ਤਰੀਕੇ ਨਾਲ ਤੇ ਕਿਸੇ ਨੇ ਫੋਟੋ ਖਿੱਚ ਲਈ ਤੇ ਇਸ ਤਰੀਕੇ ਦੇ ਨਾਲ ਅੱਜ ਇਹ ਗੱਲ ਬਣ ਗਈ ਹੈ ਗੁਰਦੁਆਰਾ ਸੀਸਗੰਜ ਸਾਹਿਬ ਦਾ ਹੈਡ ਗ੍ਰੰਥੀ ਸੇਵਾਦਾਰ ਹੋਣ ਦੇ ਨਾਤੇ ਮੇਰੀ ਇੱਕ ਅਪੀਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਮਹਾਨ ਸ਼ਹੀਦੀ ਅਸਥਾਨ ਦੇ ਨਾਮ ਨੂੰ ਇਸ ਤਰ੍ਹਾਂ ਨਾ ਵਰਤਿਆ ਜਾਵੇ। ਇਹ ਮੇਰੀ ਬੇਨਤੀ ਹੈ। ਸਰਬੱਤ ਦਾ ਭਲਾ ਮੰਗਦਿਆਂ ਹੋਇਆਂ ਹਮੇਸ਼ਾ ਹੀ ਗੁਰਦੁਆਰਾ ਸੀਸਗੰਜ ਸਾਹਿਬ ਇਹਨਾਂ ਅਸਥਾਨਾਂ ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਤੇ ਗੁਰਮਤ ਅਨੁਸਾਰ ਹੀ ਸਾਰੀ ਸੇਵਾਵਾਂ ਹੁੰਦੀਆਂ ਨੇ ਤੇ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿਉਂਕਿ ਜਦੋਂ ਇਹ ਸਾਰਾ ਕੁਝ ਸਾਡੇ ਨੋਟਿਸ 'ਚ ਆਇਆ, ਅਸੀਂ ਰਿਸਰਚ ਕੀਤੀ। ਸਰ ਪਰਮਿੰਦਰ ਸਿੰਘ ਹੋਰਾਂ ਨੇ ਇਸ ਤੇ ਕਾਫੀ ਖੋਜ ਕੀਤੀ। ਸਰ ਚਮਨ ਸਿੰਘ ਸਾਡੇ ਨਾਲ ਬੈਠੇ ਨੇ ਜਿਹੜੇ ਮੈਂ ਸਮਝਦਾ ਕਿ ਧਰਮ ਦੇ ਵਿੱਚ ਇੱਕ ਆਪਣਾ ਮੁਕਾਮ ਰੱਖਦੇ ਨੇ। ਅਸੀਂ ਇਹਨਾਂ ਤੋਂ ਉਹ ਕਿੱਥੋਂ ਇਹ ਅਰਥ ਲਾਏ ਨੇ, ਅਸੀਂ ਇਸ 'ਚ ਲੱਗੇ ਸੀਗੇ। ਅਸੀਂ ਉਹ ਸਾਈਟ ਲੱਭ ਲਈ। ਆਹ ਸਾਈਟ ਹੈ, ਇਹਦਾ ਨਾਂ ਹੈਗਾ sikhnowledge.org। ਇਹ sikhnowledge.org ਤੁਸੀਂ ਜਾਓਗੇ, ਇਸ ਸਾਈਟ ਦੇ ਉੱਤੇ ਇਹਦੇ ਸਾਰੇ ਅਰਥ ਉਹੀ ਨੇ ਜੋ ਉਸ ਬੋਰਡ ਦੇ ਉੱਤੇ ਲਿਖ ਦਿੱਤੇ ਗਏ, ਸੇਮ ਉਹੀ ਅਰਥ ਨੇ। ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਕਿੰਨੀਆਂ ਸਾਈਟਾਂ ਨੇ ਜਿਨ੍ਹਾਂ ਦੇ ਉੱਤੇ ਇਹੋ ਜਿਹੇ ਅਰਥ ਲਿਖੇ ਨੇ ਜਿਹੜੇ ਅਨਰਥ ਕਰਦੇ ਪਏ ਨੇ। ਜੀ ਸੰਗਤ ਜੀ, ਇਹ ਤੁਸੀਂ ਸੁਣ ਲਿਆ ਕਿ ਕਿਸ ਤਰੀਕੇ ਜੋ ਕਿ ਇੱਕ ਕਲੈਰੀਫਿਕੇਸ਼ਨ ਆਈ ਸੀਗੀ ਗਿਆਨੀ ਹਰਨਾਮ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ, ਉਹਨਾਂ ਨੇ ਪੂਰੀ ਦਿੱਤਾ, ਸਪਸ਼ਟੀਕਰਨ ਦਿੱਤਾ ਇਸ ਮਾਮਲੇ ਦੇ ਵਿੱਚ ਕਿ ਹੋਇਆ ਕੀ ਸੀਗਾ ਕਿ ਉਸ ਦੇ ਬਾਰੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ, ਸਪਸ਼ਟੀਕਰਨ ਵੀ ਕਰਦੇ ਹਾਂ। ਪਰ ਕਈ ਸ਼ਰਤਾਂ ਵੀ ਨੇ ਉਹਦੇ ਸਰੋਤਾਂ ਦੇ ਬਾਰੇ ਜ਼ਰੂਰ ਜਾਣਕਾਰੀ ਜੋ ਕਿ ਹੋਣੀ ਚਾਹੀਦੀ ਹੈ। ਔਰ ਸਰਦਾਰ ਮਨਜੀਤ ਸਿੰਘ ਜੀ ਕੇ ਕਹਿੰਦੇ ਕਿ ਵੈਬਸਾਈਟ ਹੋਰ ਕਈ ਹੋਰ ਵੈਬਸਾਈਟ ਹੈ ਜਿਸ ਦੇ ਉੱਪਰ ਇਸ ਤਰੀਕੇ ਦੀ ਜੋ ਕਿ ਅਰਥ ਜਿਹੜੇ ਲਿਖੇ ਹੋਏ ਨੇ ਸਾਰੀ ਆਪਾਂ ਗੱਲਬਾਤ ਕਰਾਂਗੇ। ਅੱਜ ਤੁਹਾਨੂੰ ਅਸੀਂ ਆਪਣੇ ਪੈਨਲ ਦੇ ਨਾਲ ਪਹਿਲੇ ਇੰਟਰੋਡਿਊਸ ਕਰਾਉਂਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲੇ ਜੁੜੇ ਹੋਏ ਨੇ ਸਰਦਾਰ ਜਤਿੰਦਰਪਾਲ ਸਿੰਘ ਜੀ ਗੋਗੀ ਜੋ ਕਿ ਮੈਂਬਰ ਨੇ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਤੇ ਉਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਉਹ ਜੋ ਚੇਅਰਮੈਨ ਹੈਗੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਦੂਸਰੇ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਚਮਨ ਸਿੰਘ ਜੀ ਜੋ ਕਿ ਉਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਅਤੇ ਜਗ ਆਸਰਾ ਗੁਰੂ ਓਟ ਪਾਰਟੀ ਜੋ ਸਰਦਾਰ ਮਨਜੀਤ ਸਿੰਘ ਦੀ ਪਾਰਟੀ ਦੇ ਵਿੱਚ ਉਹ ਨੁਮਾਇੰਦੇ ਦੇ ਤੌਰ ਤੇ ਧਰਮ ਪ੍ਰਚਾਰ ਦੀ ਸੇਵਾ ਵੀ ਨਿਭਾਉਂਦੇ ਨੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਤੀਸਰੇ ਜੋ ਸਾਡੇ ਗੈਸਟ ਨੇ ਸਰਦਾਰ ਤਰਸੇਮ ਸਿੰਘ ਜੀ ਜੁੜੇ ਹੋਏ ਨੇ ਜੋ ਕਿ ਪਹਿਲੇ ਵੀ ਸਾਬਕਾ ਵੀ ਧਰਮ ਪ੍ਰਚਾਰ ਕਮੇਟੀ ਦੇ ਜੋ ਕਿ ਚੇਅਰਮੈਨ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਜੋ ਅੱਜ ਨੁਮਾਇੰਦਗੀ ਕਰਦੇ ਨੇ, ਸਰਦਾਰ ਧੜੇ ਵੱਲੋਂ ਜੁੜੇ ਨੇ। ਪਰ ਹਰਦੀਪ ਸਿੰਘ ਗੋਬਿੰਦ ਜੋ ਕਿ ਪੰਥਕ ਸੇਵਾ ਦਲ ਦੇ ਧਰਮ ਪ੍ਰਚਾਰ ਦੇ ਆਬਜ਼ਰਵਰ ਦੇ ਤੌਰ ਤੇ ਸੇਵਾਵਾਂ ਨਿਭਾਉਂਦੇ ਨੇ। ਚਾਰਾਂ ਪਾਰਟੀਆਂ ਦੇ ਧਰਮ ਪ੍ਰਚਾਰ ਦੇ ਨੁਮਾਇੰਦੇ ਸਾਡੇ ਨਾਲ ਇਸ ਟਾਈਮ ਜੁੜੇ ਨੇ, ਲਾਈਵ ਜੁੜੇ ਨੇ ਔਰ ਆਪਾਂ ਇਸ ਬਾਰੇ ਹੀ ਵਿਚਾਰ ਕਰਾਂਗੇ। ਆਪਾਂ ਚਾਰਾਂ ਗੈਸਟਾਂ ਨੂੰ ਫੇਰ ਆਪਾਂ ਇਹਦੇ ਵਿੱਚ ਬੇਨਤੀ ਕਰਾਂਗੇ ਕਿ ਇਸ ਪ੍ਰੋਗਰਾਮ ਨੂੰ ਸਿਰਫ ਇੱਕ ਵਿਚਾਰ ਚਰਚਾ ਦੇ ਤੌਰ ਤੇ ਰੱਖਿਆ ਜਾਵੇ। ਜੇ ਕੋਈ ਕਮੀ ਹੋਈ ਹੈ, ਕਿਉਂ ਹੋਈ ਹੈ, ਉਸ ਦੇ ਬਾਰੇ ਅਸੀਂ ਗੱਲ ਕਰਾਂਗੇ ਤੇ ਉਹਦੀ ਕੋਖ ਕੀਤੀ ਜਾਏਗੀ ਕਿ ਕੀ ਹੈ। ਇੱਕ ਦੇ ਉੱਪਰ ਇੱਕ ਦੂਸਰੇ ਦੇ ਉੱਪਰ ਦੂਸ਼ਣਬਾਜ਼ੀ ਜਾਂ ਭੱਦੀ ਸ਼ਬਦਾਵਲੀ ਨਾ ਵਰਤੀ ਜਾਵੇ, ਇਸ ਗੱਲ ਦੀ ਮੈਂ ਪਹਿਲੇ ਤੋਂ ਹੀ ਆਪ ਸਾਰਿਆਂ ਨੂੰ ਰਿਕਵੈਸਟ ਕਰਾਂਗਾ। ਸੋ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਪ ਸਾਰੇ ਗੈਸਟਾਂ ਦਾ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਫਤਿਹ ਪ੍ਰਵਾਨ ਹੈ ਜੀ। ਸੰਗਤ ਇਸ ਟਾਈਮ ਤੁਸੀਂ ਲਾਈਵ ਜੁੜੇ ਹੋਏ ਹੋ। ਜਤਿੰਦਰਪਾਲ ਸਿੰਘ ਜੀ, ਸਭ ਤੋਂ ਪਹਿਲੇ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ। ਸਪਸ਼ਟੀਕਰਨ ਗਿਆਨੀ ਹਰਨਾਮ ਸਿੰਘ ਜੀ ਨੇ ਹੈਡ
ਗੁਰਦੁਆਰਾ ਸੀਸਗੰਜ ਸਾਹਿਬ ਨੂੰ ਉਹਨਾਂ ਨੇ ਦੇ ਦਿੱਤਾ ਹੈਗਾ। ਫਿਰ ਵੀ ਆਪਾਂ ਤੁਹਾਡੇ ਤੋਂ ਚਾਹਾਂਗੇ ਕਿ ਤੁਸੀਂ ਇਸ ਬਾਰੇ ਕੀ ਸਪਸ਼ਟੀਕਰਨ ਦੇਣਾ ਚਾਹੋਗੇ, ਕਿਉਂਕਿ ਤੁਸੀਂ ਇਸ ਤੋਂ ਪਹਿਲੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਚੇਅਰਮੈਨ ਨੂੰ ਵੀ ਸੇਵਾ ਨਿਭਾਉਂਦੇ ਹੋ, ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਦੇ ਨੁਮਾਇੰਦੇ ਤੁਸੀਂ ਚੇਅਰਮੈਨ ਹੋ, ਕੀ ਜ਼ਿੰਮੇਵਾਰੀ ਧਰਮ ਪ੍ਰਚਾਰ ਕਮੇਟੀ ਨਿਭਾਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਔਰ ਬੇਨਤੀ ਇਹ ਹੀ ਹੈ ਕਿ ਬਿਲਕੁਲ ਬਹੁਤ ਸ਼ੋਰਟ ਦੇ ਵਿੱਚ ਜਿਹੜਾ ਹੈਗਾ ਗੱਲ ਕੀਤੀ ਜਾਵੇ ਤਾਂ ਕਿ ਹੋਰ ਗੈਸਟਾਂ ਨੂੰ ਵੀ ਸਮਾਂ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ 200 ਪਹਿਲੇ ਹਰਨਾਮ ਸਿੰਘ ਨੇ ਤੁਹਾਨੂੰ ਸਾਰੀ ਗੱਲ ਦਾ ਸਪਸ਼ਟੀਕਰਨ ਦਿੱਤਾ ਹੋਵੇ, ਸਿੰਘ ਸਾਹਿਬ ਜੀ ਨੇ, ਸਾਡੇ ਸੀਗੰਜ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਨੇ। ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਆਖੀ ਹੈ ਕਿ ਜਿਹੜੀ ਲਾਕਡਾਊਨ ਦੀ ਗੱਲ ਸਖਤ ਬਹੁਤ ਜ਼ਿਆਦਾ ਸਖਤੀ ਹੋਈ ਹੈ, ਮੈਂ ਦੱਸ ਦਿੰਦਾ। ਤਕਰੀਬਨ ਕੀ ਹੋਇਆ ਸੀ 11 ਤਰੀਕ ਨੂੰ, ਜਦੋਂ 12 ਤਰੀਕ ਨੂੰ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ ਸੀ ਤੇ 11 ਤਰੀਕ ਰਾਤ ਨੂੰ ਬਹੁਤ ਜ਼ਿਆਦਾ ਸੰਗਤ ਪਹੁੰਚ ਗਈ। ਸੰਗਤ ਨੇ ਉੱਥੇ ਕੀਰਤਨ ਕਰਨਾ ਸ਼ੁਰੂ ਕਰਤਾ। ਰਾਤ ਨੂੰ ਪੁਲਿਸ ਆਈ, ਪੁਲਿਸ ਨੇ ਆ ਕੇ ਉੱਥੇ ਸੰਗਤਾਂ ਨੂੰ ਮਤਲਬ ਕੁਝ ਪ੍ਰੇਮੀ ਵੀ ਲੈ ਗਈ, ਕੁਝ ਸਾਡਾ ਸਟਾਫ ਹੀ ਨਾਲ ਲੈ ਗਏ। ਤਕਰੀਬਨ 8 ਬੰਦਿਆਂ ਦੇ ਉੱਤੇ FIR ਦਰਜ ਹੋ ਗਈ ਕਿਉਂਕਿ ਸੰਗਤ ਬਹੁਤ ਜ਼ਿਆਦਾ ਆ ਗਈ ਸੀ, ਸੰਗਤ ਮੰਨ ਨਹੀਂ ਰਹੀ ਸੀ। ਠੀਕ ਹੈ ਜੀ। ਉਸ ਮਾਹੌਲ ਨੂੰ ਦੇਖਣ ਤੋਂ ਬਾਅਦ ਬਹੁਤ ਜ਼ਿਆਦਾ ਸਖਤੀ ਹੋ ਗਈ ਸੀ। ਇਸ ਤੱਕ ਹੋ ਗਿਆ ਸੀ ਕਿ ਉੱਥੇ DCP ਨੇ ਆ ਕੇ ਉੱਥੇ ਉਹਨੂੰ ਸੀਲ ਤੱਕ ਕਰ ਦਿੱਤਾ ਸੀ। ਅਸੀਂ ਰਿਕੁਐਸਟ ਕਰਕੇ ਐਜ ਏ 1 by 1 ਸੰਗਤ ਨੂੰ ਕਿਸੇ ਕਿਤੇ ਮੱਥਾ ਟਿਕਾਉਣ ਦਾ ਕੋਈ ਇੰਤਜ਼ਾਮ ਅਸੀਂ ਕਰਦੇ ਰਹੇ। ਔਰ ਜਦੋਂ ਅੰਮ੍ਰਿਤ ਵੇਲਾ ਹੁੰਦਾ, ਕਈ ਸੰਗਤ ਜਿਨ੍ਹਾਂ ਨੇ ਨੇਮ ਨੇ, ਜਿਨ੍ਹਾਂ ਨੇ ਜੋੜੇ ਹੋਏ ਨੇ, ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਆਉਣਾ, ਕਈ ਜਿੱਥੋਂ ਮੰਜੀ ਲੰਘ ਕੇ ਆਉਂਦੇ ਸਾਰੇ ਪਹੁੰਚ ਜਾਂਦੇ ਨੇ। ਮੈਂ ਸੱਚ ਕਹਾਂ ਤੁਹਾਨੂੰ, ਜਿਹਨਾਂ ਦਾ ਗੁਰਸਾਹਿਬ ਨਾਲ ਪਿਆਰ ਹੈ ਸਾਰੇ ਪਹੁੰਚ ਜਾਂਦੇ ਨੇ। ਜਿਹੜਾ ਵਾਕਿਆ 17 ਤਰੀਕ ਦਾ ਹੋਇਆ ਵੇ, ਬਿਲਕੁਲ ਇੱਕ ਹਫ਼ਤੇ ਬਾਅਦ ਦੀ ਗੱਲ ਹੈਗੀ। ਜਦੋਂ ਅਸੀਂ ਦੇਖੋ 11 ਤਰੀਕ 12 ਤਰੀਕ ਦਾ ਗੁਰਪੁਰਬ ਹੈਗਾ, 17 ਤਰੀਕ ਨੂੰ ਵਾਕਿਆ ਹੋ ਰਿਹਾ ਵੇ। ਜਦੋਂ 17 ਤਰੀਕ ਨੂੰ ਹੋ ਰਿਹਾ ਵੇ, ਮੈਂ ਇਹ ਗੱਲ ਆਪ ਜੀ ਨੂੰ ਹੋਰ ਸਾਂਝੀ ਕਰ ਲਾਂ। ਅੱਜ ਤੱਕ ਐਸਾ ਹੋਇਆ ਕਿ ਜਦੋਂ ਵੀ ਕਦੀ, ਮੈਂ ਹਮੇਸ਼ਾ ਤਕਰੀਬਨ ਤੁਹਾਨੂੰ ਪਤਾ ਹੀ ਹੈ ਮਹਾਰਾਜ ਦੀ ਕਿਰਪਾ ਸਦਕੇ ਮੈਂ ਤਕਰੀਬਨ ਹੁਣ ਤੇ ਬਹੁਤ ਲਾਕਡਾਊਨ ਤੋਂ ਨਹੀਂ ਜਾ ਰਹੇ, ਪਹਿਲੇ ਮੇਰਾ ਰਾਤ ਦਾ ਨੇਮ ਉੱਥੇ ਹੁੰਦਾ ਸੀ। ਮੈਂ ਦੇਖਿਆ ਸੀ ਗ੍ਰੰਥੀ ਸਾਹਿਬ ਆਪਣੇ ਸਾਹਮਣੇ ਖੜੇ ਹੋ ਕੇ ਲਿਖਵਾਉਂਦੇ ਨੇ। ਔਰ ਕੁਝ ਨਾ ਜਦ ਉੱਥੇ ਲਾਕਡਾਊਨ ਦੀ ਸਖਤੀ ਕਰਕੇ, ਸੱਚਾਈ ਹੈ ਕਿ ਜਿਹੜੇ ਗ੍ਰੰਥੀ ਸਿੰਘ ਸਨ, ਗ੍ਰੰਥੀ ਸਿੰਘ ਵੀ ਬੜੇ ਘੱਟ ਜਾ ਰਹੇ ਸਨ। ਦੋ ਹੀ ਹੁੰਦੇ ਕਿ ਤਕਰੀਬਨ ਸਾਡੇ ਕੋਲ ਪਹਿਲੇ 4 ਗ੍ਰੰਥੀ ਜਾਤੀ ਹੁੰਦੇ, 3 ਤੋਂ 4 ਹੀ ਹੁੰਦੇ ਸਨ। ਕੋਈ ਥੱਲੇ ਮਹਾਰਾਜ ਸੁਖਾਸਨ ਸਥਾਨ ਦੀ ਸੇਵਾ ਹੋਣੀ ਸੀ, ਉੱਤੇ ਮਹਾਰਾਜ ਦੇ ਪ੍ਰਕਾਸ਼ ਦੀ ਸੇਵਾ ਹੁੰਦੀ ਹੈ, ਮਹਾਰਾਜ ਦੇ ਉੱਤੇ ਸੁਖਾਸਨ ਦੇ ਕਮਰੇ 'ਚ ਵਸਤਰ ਚੇਂਜ ਕੀਤੇ ਜਾਂਦੇ ਨੇ। ਉਸ ਵਕਤ ਤਕਰੀਬਨ 3 ਤੋਂ 4 ਗ੍ਰੰਥੀ ਅਸੀਂ ਰੱਖ ਕੇ ਚੱਲਣੇ ਹੁੰਦੇ ਆ। ਲੇਕਿਨ ਲਾਕਡਾਊਨ ਕਰਕੇ ਗ੍ਰੰਥੀ ਉੱਤੇ ਨਹੀਂ ਪਹੁੰਚ ਪਾਏ ਤੇ ਗ੍ਰੰਥੀ ਸਾਹਿਬ ਦੀ ਕਹਿ ਲਓ ਕਿ ਸਭ ਨਿਗਰਾਨੀ ਦੇ ਅੰਦਰ ਹਮੇਸ਼ਾ ਲਿਖਿਆ ਜਾਂਦਾ ਹੈ। ਇਹ ਇੱਕ, ਮੈਂ ਹੁਣ ਕਿਸੇ ਨਾਮ ਨਹੀਂ ਲੈਣਾ ਚਾਹੁੰਦਾ, ਬਾਕੀ ਗੁਰੂ ਸਾਹਿਬ ਜਾਣਦੇ ਨੇ ਕਿਹਨੇ ਕੀ ਕੀਤਾ ਹੈ। ਉਹ ਇੱਕ ਮੈਂ ਸਮਝਦਾ ਇੱਕ ਅੱਜ ਇਹੋ ਜਿਹੇ ਮਾਹੌਲ ਦੇ ਅੰਦਰ ਜਦੋਂ ਕਰੋਨਾ ਵਾਇਰਸ ਵਰਗੀ ਬਿਮਾਰੀ ਫੈਲੀ ਹੋਈ ਹੈ ਪੂਰੇ ਸੰਸਾਰ ਦੇ ਅੰਦਰ, ਬੰਦਾ ਆਪਣੀ ਜਾਨ ਨੂੰ ਪਿਆ ਹੈ, ਤਰਾਈ ਪਈ ਹੈ। ਉਸ ਵਕਤ ਦੀ ਕਿਸ ਬੰਦੇ ਨੇ ਕੀ ਸੋਚ ਦਿਮਾਗ ਚ ਆਈ, ਮੈਂ ਸਮਝ ਨਹੀਂ ਆਉਂਦੀ ਕਿ ਜਾ ਕੇ ਗ੍ਰੰਥੀ ਸਾਹਿਬ ਪਹੁੰਚੇ ਨਹੀਂ, ਉਸ ਤੋਂ ਪਹਿਲੇ ਉਸ ਬੰਦੇ ਨੇ ਜਾ ਕੇ ਉੱਥੇ ਹੁਕਮਨਾਮਾ ਲਿਖ ਕੇ ਉਹਦੇ ਵਿਚਾਰ ਲਿਖ ਦਿੱਤੇ ਨੇ। ਇਹ ਵੀ ਸੰਗਤ ਜੀ, ਮੈਂ ਇਹ ਗੱਲ ਆਪ ਜੀ ਨੂੰ ਵੀ ਜ਼ਰੂਰ ਆਖਾਂਗਾ ਮੀਡੀਆ ਦੇ ਰਾਹੀਂ ਕਿ ਇਹ ਵੀ ਕਿਸੇ ਦੀ ਕੋਈ ਸੋਚੀ ਸਮਝੀ ਸਾਜ਼ਿਸ਼ ਤੇ ਕੀਤਾ ਗਿਆ ਹੋਵੇ। ਮੈਂ ਕਰਨ ਵਾਲੇ ਨੂੰ ਸਮਝ ਨਹੀਂ ਆਈ ਕਿ ਗੁਰੂ ਤੇਗ ਬਹਾਦਰ ਦਰ ਨੂੰ ਹੀ ਲੋਕੀ ਬਖਸ਼ੇ ਪਏ, ਕੀ ਕਰਨਗੇ ਸਮਝੇ ਨਹੀਂ। ਉਹ ਜਦ ਗ੍ਰੰਥੀ ਸਾਹਿਬ ਦੱਸਦੇ ਪਏ ਨੇ, ਜਦ ਤੱਕ ਪਹੁੰਚੇ ਨੇ ਉਹਨੂੰ ਦੇਖਿਆ, ਪੁੱਛਿਆ ਜੀ ਭਾਈ ਸਾਹਿਬ ਉੱਥੇ ਲਿਖਿਆ ਗਿਆ ਹੋਵੇ, ਉਹਨੇ ਜਾ ਕੇ ਦੇਖਿਆ ਤੇ ਕੁਝ ਹੋਰ ਲਿਖਿਆ ਪਿਆ, ਫਿਰ ਚੇਂਜ ਕੀਤਾ ਗਿਆ ਉਹਨੂੰ। ਹੁਣ ਕਿੱਥੋਂ ਕੀਤਾ, ਕੀ ਕੀਤਾ ਤੇ ਸਭ ਨੂੰ ਪਤਾ ਹੈਗਾ। ਠੀਕ ਹੈ ਜੀ। ਬਾਕੀ ਮੇਰੇ ਵੱਲ ਜੋ ਸਪਸ਼ਟੀਕਰਨ, ਔਰ ਮੈਂ ਹੈਡ ਗ੍ਰੰਥੀ ਸਾਹਿਬ ਨੂੰ ਪਤਾ ਕੀਤਾ, ਹੈਡ ਗ੍ਰੰਥੀ ਸਾਹਿਬ ਨੇ ਵੀ ਆਖਿਆ ਜੋ ਤੁਹਾਨੂੰ ਸਾਰੀ ਗੱਲ ਆਖੀ, ਉਹ ਮੈਨੂੰ ਇਹੀ ਰਿਪੋਰਟ ਦਿੱਤੀ ਉਹਨਾਂ ਨੇ ਕਿ ਭਾਈ ਸਾਹਿਬ ਜੀ ਐਸਾ ਹੋਇਆ ਸੀ। ਗ੍ਰੰਥੀ ਸਾਹਿਬ ਵੀ ਆਪ ਜਿਹੜੇ ਸਾਡੇ ਹੈਡ ਗ੍ਰੰਥੀ ਸਾਹਿਬ ਨੇ, ਉਹ ਵੀ ਪਿੱਛੇ ਪਰਿਵਾਰ ਉਹਨਾਂ ਦੇ ਪਿੱਛੇ ਆਪਸ ਵਿੱਚ ਪੈਸਾ ਨਹੀਂ ਇੱਥੇ ਪਹੁੰਚ ਪਾ ਰਹੇ ਸਨ। ਲੇਕਿਨ ਜੋ ਸਾਰੀ ਸਿਚੁਏਸ਼ਨ ਹੈ, ਇਹ ਇੱਕ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਇੰਨੀ ਜਲਦੀ ਹੋ ਗਈ। 5 ਮਿੰਟ 10 ਮਿੰਟ ਦਾ ਲਿਖਿਆ ਗਿਆ, ਉਹਦੀ ਫੋਟੋ ਵਿੱਚ ਖਿੱਚੀ ਗਈ। ਇਹਨੇ ਜੋ ਬੰਦਾ ਲਿਖ ਕੇ, ਬੰਦਾ ਕਿਹੜਾ ਸੀ ਸਾਨੂੰ ਇਹ ਨਹੀਂ ਪਤਾ, ਬੰਦਾ ਕਿਹੜਾ ਲਿਖ ਕੇ ਚਲਾ ਗਿਆ ਪ੍ਰੇਮੀ, ਉਹ ਹੀ ਨਹੀਂ ਪਤਾ ਆਇਆ। ਮਤਲਬ ਕਿ ਐਜ ਕੁਝ ਕਹਿ ਲਓ ਸ਼ਰਾਰਤ ਕਹਿ ਸਕਦੇ ਕਿਸੇ ਦੀ ਕੀਤੀ ਗਈ ਹੈ। ਜਤਿੰਦਰਪਾਲ ਸਿੰਘ ਜੀ, ਤੁਸੀਂ ਕਹਿ ਰਹੇ ਹੋ ਕਿ ਵੀ ਸ਼ਰਾਰਤ ਸੀਗੀ, ਪਰ ਮੈਨੂੰ ਲੱਗਦਾ ਕਿ ਉੱਥੇ ਸੀਸਗੰਜ ਸਾਹਿਬ ਦੇ ਵਿੱਚ CCTV ਕੈਮਰਾ ਹਰ ਚੀਜ਼ ਹੋ ਸਕਦੀ ਸੀਗੀ। ਆਪਾਂ ਉਸ ਚੀਜ਼ ਬਾਰੇ ਵੀ ਮੈਨੂੰ ਲੱਗਦਾ ਕਿ ਕੋਕ ਹੋਣੀ ਚਾਹੀਦੀ ਸੀ, ਜਿਹੜੀ ਕਿ ਨਹੀਂ ਹੋਈ। ਆਪਾਂ ਇੱਕ ਵਾਰੀ ਚਮਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਚਮਨ ਸਿੰਘ ਜੀ, ਮੈਂ ਚਾਹਾਂਗਾ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਇੱਥੇ ਧਰਮ ਪ੍ਰਚਾਰ ਦੇ ਵੀ ਤੁਸੀਂ ਨੁਮਾਇੰਦੇ ਰਹੇ ਹੋ, ਜੋ ਉਸ ਸ਼ਬਦ ਦੀ ਜੋ ਵਿਆਖਿਆ ਕੀਤੀ ਗਈ, ਉਹ ਤੁਹਾਨੂੰ ਕੀ ਇੱਕ ਇਲਜ਼ਾਮ ਲੱਗ ਰਿਹਾ ਕਿ ਇੱਕ ਪਾਰਟੀ ਦੇ, ਯਾਨੀ ਕਿ ਕਮਲ ਪਾਰਟੀ ਆ ਜੋ ਹੈ, ਉਸ ਦੇ ਨਾਲ ਉਹਦੀ ਸ਼ਾਇਦ ਉਹਨੂੰ ਜਿਹੜਾ ਕਿ ਇੱਕ ਚੰਗਾ ਇੱਕ ਆਪਣਾ ਜਿਹੜਾ ਦੇਣ ਵਾਸਤੇ ਦਿੱਤੇ ਗਏ ਸੀਗੇ। ਮੈਂ ਤੁਹਾਡੇ ਤੋਂ ਸ਼ਾਰਟ 'ਚ ਜਾਣਨਾ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਸ਼ਾਰਟ ਦੇ ਵਿੱਚ ਇੱਕ ਵਾਰੀ ਅਰਥ ਕਰ ਦਿਓ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਜਾਏ ਕਿ ਅਰਥ ਹੈ ਕੀ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅੱਗੇ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮਝਦੇ ਹਾਂ ਕਿ ਇਹ ਬੜਾ ਗੰਭੀਰ ਹੈ ਜਿਸ ਦੇ ਹੁਕਮਨਾਮਾ ਦੇ ਮੁੱਦੇ ਤੇ ਬੈਠੀਆਂ ਹੈ। ਇਹ ਖਾਲੀ ਹੁਕਮਨਾਮਾ ਜਿਹੜਾ ਹੈਗਾ ਲਿਖਣ ਦੀ ਗੱਲ ਨਹੀਂ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਤ ਨਾਮਦੇਵ ਜੀ ਦਾ ਜੋ ਪੂਰੀ ਸ੍ਰਿਸ਼ਟੀ ਨੂੰ ਹੁਕਮ ਹੈ, ਉਸ ਵਾਸਤੇ ਇਹ ਗੱਲ ਹੈ। ਸਭ ਤੋਂ ਪਹਿਲੇ ਮੈਂ ਜਿਹੜੀ ਗੱਲ ਅਰਥਾਂ ਦੀ ਕੀਤੀ ਹੈ, ਜੇ ਅਸੀਂ ਸ਼ਬਦ ਨੂੰ ਪੜ੍ਹੀਏ ਵੀ ਤਾਂ ਇਹ ਸ਼ਬਦ 693 ਅੰਗ ਤੇ ਹੈ। ਔਰ ਸਭ ਤੋਂ ਪਹਿਲੇ ਗੁਰੂ ਭਗਤ ਨਾਮਦੇਵ ਜੀ ਆਖਦੇ ਹਨ
ਪਹਿਲ ਪੁਰੀਏ ਪੁੰਡਰਕ ਬਣਾ, ਤਾਂਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚਨਾ, ਪਹਿਲ ਪੁਰਸਾ ਬਿਰਾ, ਅਥੋਣ ਪੁਰਸਾਦ ਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ, ਨਾਚੇ ਪਿੰਦੀ ਮੈਂ ਸਾਗਰਾ ਰਹਾਓ, ਨਚਾਂਤੀ ਗੋਪੀ ਜਨਾ, ਨਈਆ ਤੇ ਬੈਰੇ ਕਨਾ, ਤਰਕ ਨਾਚਾ ਪ੍ਰਮਿਆ ਚਾ ਕੇਸਵਾ, ਬਚੌਨੀ ਅਈਐ, ਮਈਏ ਏਕ ਆਣ ਜਿਓ, ਪਿੰਦੀ ਉਬਕਲੇ ਸੰਸਾਰਾ, परम परम आए तुम चे द्वारा, तू कौन रे मैं जी नामा, हो जी आलते ना जम कारना। हमेशा ही ग्रंथी साहबां नूं ਜਿਹੜੇ ਹੈਡ ਗ੍ਰੰਥੀ ਦਾ ਪ੍ਰਚਾਰਕ ਹੈ ਭਾਈ ਤਰਸੇਮ ਸਿੰਘ ਜੀ ਬੈਠੇ ਆ ਜਿਹੜੇ ਧਰਮ ਪ੍ਰਚਾਰ ਦੇ ਰਿਹਾ, ਜਤਿੰਦਰਪਾਲ ਸਿੰਘ ਗੋਲਡੀ ਜਿਹੜੇ ਜਨਾਬ ਸੀ, ਵੈਸੇ ਤਾਂ ਸਾਨੂੰ ਇਹ ਗੋਲਡੀ ਨਾਮ ਲਾ ਲਏ, ਮੈਂ ਇਸ ਵਿਸ਼ੇ ਤੇ ਪੈਣਾ ਨਹੀਂ ਚਾਹੁੰਦਾ, ਪਰ ਫਿਰ ਵੀ ਸਭ ਨੂੰ ਇਸ ਗੱਲ ਦਾ ਪਤਾ ਕਿ ਜਦੋਂ ਸ਼ਬਦ ਦੇ ਅਸੀਂ ਅਰਥ ਕਰਦੇ ਹਾਂ ਤਾਂ ਫਿਰ ਰਹਾਓ ਦੀ ਪੰਕਤੀ ਜਿਹੜੀ ਹੈ ਉਹ ਸ਼ਬਦ ਦਾ ਸੈਂਟਰਲ ਆਈਡੀਆ ਹੋਇਆ ਕਰਦੀ ਹੈ। ਇਸ ਵਿੱਚ ਸਿੱਧੇ ਅਰਥਾਂ ਨਾਲ ਇਹ ਗੱਲ ਕਹੀ ਗਈ ਹੈ ਕਿ ਪਹਿਲੇ, ਸਭ ਤੋਂ ਪਹਿਲੇ ਪੁਰਸਾ ਬਿਰਾ, ਪਰਮਾਤਮਾ ਆਪ ਪ੍ਰਗਟ ਹੋਇਆ, ਅਥੋਣ ਪ੍ਰਸਾਦ ਮਰਾ, ਫਿਰ ਪਰਮਾਤਮਾ ਨੇ ਉਸ ਤੋਂ ਬਾਅਦ, ਅਥੋਣ ਤੋਂ ਭਾਵ ਹੈ ਉਸ ਤੋਂ ਬਾਅਦ ਪ੍ਰਸ਼ਾਦ ਮਰਾ ਭਾਵ ਮਾਇਆ ਪੈਦਾ ਕੀਤੀ ਹੈ। ਅਸਗਾ ਅਸ ਉਸਗਾ, ਉਸ ਮਾਇਆ ਤੇ ਪਰਮਾਤਮਾ ਜਦੋਂ ਇਕੱਠੇ ਹੋ ਗਏ ਤਾਂ ਫਿਰ ਹਰ ਕਾ ਬਾਗਰਾ, ਨਾਚੇ ਪਿੰਦੀ ਮੈਂ ਸਾਗਰਾ, ਜਿਵੇਂ ਖੂਹ ਦੇ ਵਿੱਚ ਟਿੰਡਾਂ ਹੁੰਦੀਆਂ, ਪਿੰਦੀ ਤੋਂ ਭਾਵ ਹੈ ਟਿੰਡ, ਪਾਣੀ ਨੱਚਦਾ, ਐਵੇਂ ਹੀ ਜਿਹੜੀ ਸ੍ਰਿਸ਼ਟੀ ਪਰਮਾਤਮਾ ਨੇ ਸਾਜੀ ਉਹ ਚ ਜਿਹੜੇ ਜੀਵ ਸ਼ਬਦ ਆ ਉਹ ਨੱਚ ਰਿਹਾ ਹੈ। ਹਰ ਕਾ ਬਾਗਰਾ, ਪਰਮਾਤਮਾ ਦੇ ਬਾਗ ਵਿੱਚ ਜਿਹੜਾ ਪਰਮਾਤਮਾ ਨੇ ਪੈਦਾ ਕੀਤਾ ਹੋਇਆਗਾ। ਇਹ ਰਹਾਓ ਦੀ ਪੰਕਤੀ ਹੈ। ਇਸ ਵਿੱਚ ਸਿੱਧਾ ਭਾਵ ਹੈ ਕਿ ਸਭ ਤੋਂ ਪਹਿਲੇ ਇੱਥੇ ਬ੍ਰਹਮਾ ਦੀ ਜਿਹੜੀ ਇਤਿਹਾਸਕ ਜਿਹੜੀ ਗੱਲ ਹੈ ਉਹ ਮਿੱਥੀ ਹੋਈ ਗੱਲ ਹੈ ਕਿ ਵੀ ਅਸੀਂ ਇਹ ਬ੍ਰਹਮਾ ਪੈਦਾ ਹੋਇਆ। ਮੈਂ ਉਧਰ ਜਾਣਾ ਨਹੀਂ ਚਾਹੁੰਦਾ, ਇਸ ਸ਼ਬਦ ਦੇ ਬਿਲਕੁਲ ਕਲੀਅਰ ਅਰਥ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਅਰਥ ਕੀਤੇ ਹੈ ਉਹ ਇਹ ਅਰਥ ਕੀਤੇ ਹੈ ਕਿ ਸਭ ਤੋਂ ਪਹਿਲੇ ਪਰਮਾਤਮਾ, ਫਿਰ ਮਾਇਆ, ਫਿਰ ਇਹ ਸ੍ਰਿਸ਼ਟੀ ਰਚੀ ਹੈ। ਪਹਿਲ ਪੁਰੀਏ ਪੁੰਡਰਕ ਬਣਾ, ਪੁੰਡਰਕ ਤੋਂ ਭਾਵ ਹੈ ਚਿੱਟੇ ਕਮਲ ਦੇ ਫੁੱਲਾਂ ਦਾ ਬਣ, ਬਾਗ। ਸਭ ਫਿਰ ਜਦੋਂ ਪਰਮਾਤਮਾ, ਫਿਰ ਮਾਇਆ, ਫਿਰ ਫੁੱਲਾਂ ਦਾ ਬਾਗ ਪੈਦਾ ਕੀਤਾ, ਤਾਂ ਚ ਹੰਸਾ ਸਗਲੇ ਜਨਾ, ਤਾਂ ਚ ਉੱਥੇ ਉਸ ਸ੍ਰਿਸ਼ਟੀ ਵਿੱਚ ਸਗਲੇ ਜਨਾ, ਸਾਰੇ ਜਨ ਹੰਸ ਬਣ ਕੇ ਖੇਡਾਂ ਖੇਡ ਰਹੇ, ਨੱਚ ਰਿਹਾ ਹੈ। ਕ੍ਰਿਸ਼ਨਾ ਤੇ ਜਾਨੋ ਹਰ, ਜਿਹੜੀ ਮਾਇਆ ਤੇ ਪਰਮਾਤਮਾ ਇਹ ਸਾਰੇ ਆਪਣੇ ਹੁਕਮ ਵਿੱਚ, ਆਪਣੀ ਸ੍ਰਿਸ਼ਟੀ ਵਿੱਚ ਇਹਨਾਂ ਨੂੰ ਆਰੇ ਲਗਾ ਕੇ ਰੱਖਿਆ ਹੋਇਆ ਹੈ। ਹਰ ਨਚੰਤੀ ਨਾਚਣਾ, ਸਾਰੇ ਆਪਣੇ ਆਪਣੇ ਆਰੇ ਲੱਗੇ ਹੋਏ ਹਨ। ਅੱਗੇ ਹੈ ਰਹਾਓ ਦੀ ਪੰਕਤੀ ਤੋਂ ਬਾਅਦ ਦੂਸਰਾ ਬਣਦਾ ਨਚੰਤੀ ਗੋਪੀ ਜਨਾ, ਇਸਤਰੀ ਤੇ ਮਰਦ ਇਸ ਸ੍ਰਿਸ਼ਟੀ ਵਿੱਚ ਆਰੇ ਲੱਗੇ ਹੋਏ ਪਰਮਾਤਮਾ ਦੇ ਹੁਕਮ ਅਨੁਸਾਰ। ਨਹੀਂ, ਥੋੜਾ ਸ਼ਾਰਟ ਦੇ ਵਿੱਚ, ਬਿਲਕੁਲ ਮੈਨੂੰ ਲੱਗਦਾ ਨਾ, ਬਿਲਕੁਲ ਛੋਟ ਹੈ। ਸ਼ਬਦ ਦੇ ਅਰਥ ਕਰਨੇ ਹੋਣਗੇ ਤਾਂ ਫਿਰ ਥੋੜਾ ਸਮਾਂ ਚਾਹੀਦਾ, ਮੈਨੂੰ ਸਿਰਫ 1 ਮਿੰਟ ਦਾ ਸਮਾਂ ਚਾਹੀਦਾ। ਮੈਂ ਅਰਥ ਕਰਦਾ, ਸਿਰਫ ਟੂ ਦਾ ਪੁਆਇੰਟ ਅਰਥ ਕਰਾਂਗਾ। ਭਗਤ ਨਾਮਦੇਵ ਜੀ ਆਖਦੇ ਹਨ ਕਿ ਪਰਮਾਤਮਾ ਤੋਂ ਬਾਹਰ ਕੋਈ ਨਹੀਂ ਹੈ। ਤਰਕ ਨਾ ਚਾਹ, ਕੋਈ ਤਰਕ ਨਾ ਕਰ, ਕੋਈ ਸ਼ੰਕਾ ਨਾ ਕਰ, ਪਰਮਿਆ ਚਾਹ, ਪਰਮ ਨਾ ਕਰ, ਆਪਣੇ ਆਪ ਦਾ ਵਿਸ਼ਵਾਸ ਜਿਹੜਾ ਪਰਮਾਤਮਾ ਵਿੱਚ ਟਿਕਾ ਲੈ। ਕੇਸਵਾ ਬਚੋਨੀ ਆਈ ਹੈ, ਪਰਮਾਤਮਾ ਦੇ ਬਚਨਾਂ ਅਨੁਸਾਰ ਮਈਏ ਏਕ ਆਣ ਜਿਓ, ਸਾਰੇ ਪਰਮਾਤਮਾ ਦੇ ਬਚਨਾਂ ਅਨੁਸਾਰ ਹੀ ਸਾਰੇ ਮਨੁੱਖ ਜਿਹੜੇ ਆ ਉਹ ਪਰਮਾਤਮਾ ਦੀ ਸ੍ਰਿਸ਼ਟੀ ਦਾ ਆਨੰਦ ਮਾਣ ਰਿਹਾ। ਪਿੰਦੀ ਉਬਲੇ ਸੰਸਾਰਾ, ਪਿੰਦੀ ਤੋਂ ਭਾਵ ਹੈ ਫਿਰ ਉਹ ਟਿੰਡਾਂ, ਜਿਸ ਤਰੀਕੇ ਦੇ ਨਾਲ ਟਿੰਡਾਂ ਪਾਣੀ, ਖੂਹ ਦੇ ਪਾਣੀ 'ਚ ਖੇਲ ਕਰਦੀਆਂ, ਇਸੇ ਹੀ ਸਾਰੇ ਮਨੁੱਖ ਸੰਸਾਰ ਸਮੁੰਦਰ ਦੇ ਵਿੱਚ ਇਹ ਅਸੀਂ ਸਾਰੇ ਪਰਮਾਤਮਾ ਦੇ ਹੁਕਮ ਅਨੁਸਾਰ ਲੱਗੇ ਹੋਏ ਆ। ਪਰਮ ਪਰਮ ਆਏ ਤੁਮ ਚੇ ਦੁਆਰਾ, ਇਹ ਪਰਮਾਤਮਾ ਸਾਰੇ ਸ੍ਰਿਸ਼ਟੀ ਨੂੰ ਭਰਮਾ ਕੇ ਅਸੀਂ ਤੇਰੇ ਦਰਬਾਰ ਵਿੱਚ, ਤੇਰੇ ਚਰਨਾਂ ਵਿੱਚ ਟਹਿ ਪਏ ਆ। ਤੂੰ ਕੌਣ ਰੇ, ਭਗਤ ਨਾਮਦੇਵ ਜੀ ਆਖਦੇ ਹਨ ਤੂੰ ਕੌਣ, ਜੇ ਪੁੱਛੇ ਪਰਮਾਤਮਾ ਕੌਣ ਹੈ
ਤੇ ਮੈਂ ਨਾਮਾ ਜੀ ਸੇਵਕ ਹਾਂ। ਆਲ ਤੇ ਨਿਵਾਰਨਾ ਜਮ ਕਾਰਨਾ ਪਰਮਾਤਮਾ ਅੱਗੇ ਅਰਦਾਸ ਕਰਦੇ जी आवाज ब्रेक हो रही है। ਆਲ ਤੇ ਹਾਂਜੀ, ਹਾਂਜੀ। ਨਿਵਾਰਨਾ ਜਮ ਕਾਰਨਾ ਭਗਤ ਨਾਮਦੇਵ ਜੀ ਪਰਮਾਤਮਾ ਅੱਗੇ ਅਰਦਾਸ ਕਰ ਰਿਹਾ ਹੈ ਕਿ ਹੇ ਪਰਮਾਤਮਾ ਇਹ ਸੰਸਾਰ ਸਮੁੰਦਰ ਬੜਾ ਜੰਜਾਲਾ ਭਰਿਆ ਹੈ, ਇਸ ਕਿਰਪਾ ਕਰੋ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਬਚਾ ਲਓ। ਠੀਕ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣਾ ਠੀਕ ਚਾਹਾਂਗਾ, ਹੈ। ਮੇਰੀ ਬੇਨਤੀ ਸੁਣ ਲਓ, ਮੇਰੀ ਇੱਕ ਮਿੰਟ ਬੇਨਤੀ ਸੁਣੋ। ਹਾਂਜੀ। ਬੇਨਤੀ ਹੈ 19 ਅੰਗ ਸ਼੍ਰੀ ਰਾਗ ਵਿੱਚ ਇੱਕ ਸ਼ਬਦ ਚ ਆਖਦੇ ਹਨ, ਸੱਚ ਤੇ ਆ ਪਹਿਲੋਂ ਪਰਮਾਤਮਾ ਤੇ ਪਵਨ ਪੈਦਾ ਹੋਈ, ਪਵਨੇ ਤੇ ਜਲ ਹੋਇਆ, ਫਿਰ ਜਲ ਪੈਦਾ ਕੀਤਾ ਪਵਨ ਤੋਂ, ਜਲ ਤੇ ਤ੍ਰਿਭੁਵਨ ਸਾਜਿਆ, ਫਿਰ ਜਲ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ, ਸਾਰੀ ਸ੍ਰਿਸ਼ਟੀ ਹਰਿਆਲੀ ਹੋਈ। ਘੱਟ ਘੱਟ ਮੈਂ ਜੋਤ ਸਮਾਏ, ਪਰਮਾਤਮਾ ਹਰੇਕ ਦੇ ਹਿਰਦੇ ਵਸਦਾ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਜੇ ਕੋਈ ਇਨਸਾਨ ਗੁਰ ਸਾਹਿਬ ਆਣ ਕੇ ਇਹ ਲਿਖ ਜਵੇ ਔਰ ਅਸੀਂ ਕਹੀਏ ਕਿ ਅਚਨਚੇਤ ਕੋ ਲਿਖਿਆ, ਮੈਂ ਸਮਝਦਾ ਕਿ ਇਹ ਬੜੀ ਵੱਡੀ ਸਾਜ਼ਿਸ਼ ਹੈ। ਜੇ ਕਿਸੇ ਨੇ ਲਿਖਿਆ ਤੇ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ, ਇਸ ਨੂੰ ਸਮਝਣਾ ਚਾਹੀਦਾ। ਤੁਸੀਂ ਬਾਕੀ ਸੱਜਣ ਜਿਹੜੇ ਆ ਉਹਨਾਂ ਨੂੰ ਠੀਕ ਹੈ। ਦਿਓ। ਉਸ ਠੀਕ ਤੋਂ ਹੈ ਬਾਅਦ ਚਮਨ ਸਿੰਘ ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਫਿਰ ਗੱਲ ਆਪਾਂ ਅਗਲੇ ਪੁਆਇੰਟ ਤੇ ਆਵਾਂਗੇ, ਆਪਾਂ ਇਸ ਪੁਆਇੰਟ ਤੇ ਆਵਾਂਗਾ। ਮੈਂ ਚਾਹਾਂਗਾ ਕਿ ਤਰਸੇਮ ਸਿੰਘ ਹਰਦੀਪ ਸਿੰਘ ਜੀ ਵੀ ਹੈਗੇ, ਉਹਨਾਂ ਨੂੰ ਵੀ ਸਮਾਂ ਦਿੱਤਾ ਜਾਵੇ। ਤਰਸੇਮ ਸਿੰਘ ਜੀ, ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿਉਂਕਿ ਤੁਸੀਂ ਸੁਣ ਪਾ ਰਹੇ ਹੋ ਸਾਨੂੰ? ਬਿਲਕੁਲ ਸੁਣ ਰਿਹਾ ਜੀ। ਠੀਕ ਹੈ। ਤਰਸੇਮ ਸਿੰਘ ਜੀ, ਤੁਸੀਂ ਵੀ ਸਾਬਕਾ ਤਖਤ ਪ੍ਰਚਾਰ ਕਮੇਟੀ ਦੇ ਮੁਖੀ ਰਹੇ ਹੋ ਔਰ ਸੇਵਾ ਸੰਭਾਲੀ ਆ। ਤੁਹਾਡੇ ਤੋਂ ਜਾਨਣਾ ਚਾਹਾਂਗੇ, ਇੱਕ ਮੁੱਦਾ ਹੋਰ ਇਸ ਦੇ ਵਿੱਚ ਕਿਹਾ ਜਾ ਰਿਹਾ ਔਰ ਇਹ ਗੱਲ ਦੇ ਕਹੀ ਜਾ ਰਹੀ ਹੈ। गुरप्रीत जी थोड़ी आवाज ब्रेक हो रही है, आवाज ठीक नहीं है। ਤਰਸੇਮ ਸਿੰਘ ਜੀ ਜੀ ਆ ਰਹੀ ਆਵਾਜ਼ ਤੁਹਾਡੀ? ਹਾਂਜੀ ਹਾਂਜੀ ਹਾਂਜੀ, ਮੈਂ ਕਹਿ ਰਿਹਾ ਕਿ ਤਰਸੇਮ ਸਿੰਘ ਜੀ, ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਦੀ ਵਰਤੋਂ ਹੁਕਮਨਾਮੇ ਦੇ ਵਿੱਚ ਕਰਨੀ ਲਾਜ਼ਮੀ ਹੁੰਦੀ ਹੈ ਜਾਂ ਨਹੀਂ? ਕਿਉਂਕਿ ਇਸ ਹੁਕਮਨਾਮੇ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਨਹੀਂ ਲਿਖਿਆ ਗਿਆ। ਤੁਸੀਂ ਕੀ ਕਹਿਣਾ ਚਾਹੋ? ਦੇਖੋ, ਮੈਂ ਬੁਨਿਆਦੀ ਤੌਰ ਤੇ ਪਹਿਲਾ ਸਵਾਲ ਇਹ ਹੈ ਕਿ ਜਦ ਪੰਜਾਬੀ ਵਾਲਾ ਹੁਕਮਨਾਮਾ ਜਿਸ ਨੇ ਵੀ ਲਿਖਿਆ, ਜ਼ਿੰਮੇਵਾਰੀ ਤਾਂ ਹੈਡ ਗ੍ਰੰਥੀ ਸਾਹਿਬ ਦੀ ਹੈ ਕਿ ਲਿਖਿਆ ਜਾਵੇ। ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸ਼ਖਸ ਦੀ ਜ਼ਿੰਮੇਵਾਰੀ ਤੈਅ ਕੀਤੀ ਹੋਈ ਹੈ ਕਿ ਹੈਡ ਗ੍ਰੰਥੀ ਦੇ ਕਿਹੜੇ ਕਾਰਜ ਨੇ, ਸੇਵਾਦਾਰਾਂ ਦੇ ਕਿਹੜੇ ਕਾਰਜ ਨੇ, ਜਾਂ ਹੋਰ ਲੋਕ ਜਿਹੜੇ ਹਨ ਉਹਨਾਂ ਨੇ ਕੀ ਕੀ ਕੰਮ ਕਰਨਾ, ਉਹਨਾਂ ਦੀ ਜ਼ਿੰਮੇਵਾਰੀ ਕੀ ਹੈ। ਜਿਹੜੀ ਅਕਾਊਂਟੇਬਿਲਿਟੀ ਹੈ, ਜਵਾਬਦੇਹੀ ਹੈ ਜਾਂ ਜ਼ਿੰਮੇਵਾਰੀ ਹੈ, ਉਹ ਹੈਡ ਗ੍ਰੰਥੀ ਸਾਹਿਬ ਦੀ ਹੈ। ਸਭ ਤੋਂ ਪਹਿਲਾ ਪ੍ਰਸ਼ਨ ਮੇਰਾ ਸਿੰਘ ਸਾਹਿਬ ਯਾਨੀ ਹਰਨਾਮ ਸਿੰਘ ਹੋਣਾ ਨੂੰ ਹੈ ਕਿ ਜੇ ਪੰਜਾਬੀ ਦੇ ਵਿੱਚ ਅਰਥ ਭਾਵ ਬਿਲਕੁਲ ਠੀਕ ਲਿਖੇ ਗਏ ਤਾਂ ਹਿੰਦੀ ਦੇ ਵਿੱਚ ਬਿਲਕੁਲ ਉਸ ਦੇ ਐਨ ਉਲਟ ਕਿਉਂ ਲਿਖੇ ਗਏ, ਜਦ ਕਿ ਇਸ ਧਨਾਸਰੀ ਰਾਗ ਦੇ ਇਸ ਚੈਪਟਰ ਦੇ ਵਿੱਚ ਜਿੱਥੇ 5 ਸ਼ਬਦ ਭਗਤ ਨਾਮਦੇਵ ਜੀ ਦੇ ਲਿਖੇ ਹੋਏ ਨੇ, ਇਹ ਚੌਥਾ ਸ਼ਬਦ ਹੈ। ਔਰ ਸ਼ਬਦਾਂ ਦੇ ਆਰੰਭ ਵਿੱਚ ਛੋਟਾ ਮੂਲ ਮੰਤਰ ਮੰਗਲਾਚਰਨ ਵਜੋਂ ਗੁਰੂ ਸਾਹਿਬ ਜੀ ਨੇ ਲਿਖਿਆ ਏਕ ਓਂਕਾਰ ਸਤਿਗੁਰ ਪ੍ਰਸਾਦ ਭਗਤ ਨਾਮਾਨੰਦ ਜੀ ਨੇ। ਔਰ ਇਹ ਕਾਇਦਾ ਕਾਨੂੰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਕਰਨ ਦਾ ਕਿ ਆਰੰਭ ਦੇ ਮੂਲ ਮੰਤਰ ਵਿੱਚ ਵੀ ਮੂਲ ਮੰਤਰ, ਇਸ ਦਾ ਭਾਵ ਹੈ ਗੁਰੂ ਗ੍ਰੰਥ ਦੇ ਅੰਦਰ ਜਿਤਨੀ ਵੀ ਬਾਣੀ ਦਰਜ ਹੈ ਉਹ ਇੱਕ ਦੇ ਦੁਆਲੇ ਘੁੰਮਣੀ ਹੈ। ਸ਼ਬਦਾਂ ਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਉਹ ਚਾਹੇ ਕ੍ਰਿਸ਼ਨ ਆ ਜਾਏ, ਚਾਹੇ ਕੋਈ ਹੋਰ ਆ ਜਾਏ, ਜੋ ਲਫ਼ਜ਼ੀਅਤ ਉਹਦੇ ਭਾਵ ਅਰਥ ਅਸੀਂ ਅਲੰਕਾਰਕ ਤੌਰ ਤੇ ਉਹਨਾਂ ਨੂੰ ਇੱਕ ਅਕਾਲ ਪੁਰਖ ਵਾਚਕ ਉਸ ਸ਼ਬਦ ਦੇ ਅਰਥ ਜਿਹੜੇ ਹਨ ਉਹ ਲਏ ਜਾਣੇ ਨੇ। ਇਸ ਤੋਂ ਇਲਾਵਾ ਜਿਹੜਾ ਸ਼ਬਦ ਬ੍ਰਹਮਾ ਦੀ ਗੱਲ ਹੈ, ਸ਼ਬਦ ਦੇ ਵਿੱਚ ਕਿਤੇ ਬ੍ਰਹਮਾ ਦਾ ਜ਼ਿਕਰ ਤੱਕ ਨਹੀਂ ਹੈ। ਕ੍ਰਿਸ਼ਨ ਦਾ ਵੀ ਜ਼ਿਕਰ ਜਿਹੜਾ ਕ੍ਰਿਸ਼ਨ ਹੈ, ਕ੍ਰਿਸ਼ਨ ਨਹੀਂ ਹੈ, ਕ੍ਰਿਸ਼ਨਾ ਸ਼ਬਦ ਹੈ। ਤੇ ਜਿਹੜਾ ਕ੍ਰਿਸ਼ਨਾ ਸ਼ਬਦ ਹੈ, ਜਿਹੜਾ ਕ੍ਰਿਸ਼ਨਾ ਸ਼ਬਦ ਹੈ ਉਸ ਦੇ ਵਿੱਚ ਹਰ ਸ਼ਬਦ ਨਾਲ ਜੁੜਿਆ। ਜਿਹੜਾ ਕ੍ਰਿਸ਼ਨਾ ਹੈ ਉਹ ਹਰੀ ਦਾ, ਕ੍ਰਿਸ਼ਨਾ ਦਾ ਮਤਲਬ ਹੈ ਕਿ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਮਾਇਆ। ਅਸੀਂ ਅਗਰ ਮਹਾਨ ਕੋਸ਼ ਵੀ ਦੇਖੀਏ ਤੇ ਕ੍ਰਿਸ਼ਨਾ ਦੇ ਇਹ ਅਰਥ ਜਿਹੜੇ ਨੇ ਬਿਲਕੁਲ ਸਾਫ਼ ਨਜ਼ਰ ਆਉਂਦੇ ਨੇ, ਪਰ ਅਰਥਾਂ ਦੀ ਗੱਲ ਆਪਾਂ ਬਾਅਦ ਵਿੱਚ ਕਰਦੇ ਹਾਂ। ਪਹਿਲਾਂ ਤਾਂ ਭਾਈ ਸਾਹਿਬ ਜੀ ਨੂੰ ਇਹ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ ਕਿ ਜੇ ਪੰਜਾਬੀ ਦੇ ਵਿੱਚ
ਅਰਥ ਜਿਹੜੇ ਨੇ ਬਿਲਕੁਲ ਠੀਕ ਲਿਖੇ ਗਏ ਤੇ ਹਿੰਦੀ ਦੇ ਨੇ ਬਿਲਕੁਲ ਉਹਨਾਂ ਅਰਥਾਂ ਦੇ ਬਿਲਕੁਲ ਵਿਪਰੀਤ ਕਿਉਂ ਲਿਖ ਦਿੱਤੇ ਗਏ? ਨੰਬਰ 1। ਨੰਬਰ 2, ਆਮ ਸਿੱਖ ਸੰਗਤਾਂ ਪੰਜਾਬੀ ਬਹੁਤ ਘੱਟ ਜਾਣਦੀਆਂ ਨੇ। ਜ਼ਿਆਦਾ ਗੁਰੂ ਘਰ ਦੇ ਵਿੱਚ ਲੋਕ ਤਾਂ ਹਿੰਦੀ ਵਿੱਚ ਹੁਕਮਨਾਮੇ ਦੇ ਅਰਥ ਭਾਵ ਜਾਣਦੀਆਂ ਹਨ ਤੇ ਬਹੁਤ ਵੱਡਾ ਮੈਂ ਸਮਝਦਾ ਇੱਕ ਗੁਨਾਹ ਕੀਤਾ ਹੈ ਜਿਹਨੇ ਵੀ ਲਿਖਿਆ ਹੈ। ਔਰ ਇਹਦਾ ਜਵਾਬ ਜਾਂ ਇਹਦੀ ਜਾਣਕਾਰੀ 100% ਹੋਵੇਗੀ ਕਿ ਹੁਕਮਨਾਮਾ ਕੌਣ ਲਿਖਦਾ ਹੈ। ਕਿਹਾ ਇਹ ਗੱਲ ਚੱਕ ਲਈ ਕਿ ਗੁਰੂ ਦੇ ਹੁਕਮ ਨੂੰ ਉਲਟਾ ਦੇਣਾ ਇਹ ਛੋਟੀ ਗੱਲ ਹੈ। ਗੁਰੂ ਦਾ ਹੁਕਮ ਕੋਈ ਹੈ ਔਰ ਅਸੀਂ ਉਹਦਾ ਹੁਕਮ ਬਿਲਕੁਲ ਹੀ ਵੱਖਰਾ ਕਰ ਦਈਏ, ਇਹ ਸਾਡੀ ਸਿਆਣਪ ਹੈ। ਦੂਜੀ ਗੱਲ ਕਿ ਜਿਹੜੇ 2 ਗ੍ਰੰਥ ਸਾਹਿਬਾਨਾਂ ਦੀ ਡਿਊਟੀ ਸੀ ਕਿ 2 ਗ੍ਰੰਥੀ ਸਾਹਿਬਾਨ ਘੱਟ ਅੰਮ੍ਰਿਤ ਵੇਲੇ ਦੇ ਪ੍ਰੋਗਰਾਮ ਪਾਉਣ ਵਾਸਤੇ ਸਭ ਤੋਂ ਪਹਿਲੇ ਹੁਕਮਨਾਮਾ ਲੈਣਾ, ਉਹਨੂੰ ਰਜਿਸਟਰ ਦੇ ਵਿੱਚ ਨੋਟ ਕਰਨਾ ਤੇ ਫਿਰ ਬਾਹਰ ਬੋਰਡ ਦੇ ਉੱਪਰ ਲਿਖਣਾ। ਜਾਂ ਪਹਿਲੀ ਗੱਲ ਲਿਖਣਾ ਚਾਹੀਦਾ ਆਪ ਕਿ ਗ੍ਰੰਥੀ ਸਾਹਿਬਾਨ ਨੂੰ ਆਪ ਹੁਕਮਨਾਮਾ ਲਿਖਣ ਦੀ ਜਾਂਚ ਨਹੀਂ ਹੈ, ਉਹਨਾਂ ਨੂੰ ਜਾਂਚ ਨਹੀਂ, ਉਹਨਾਂ ਦੀ ਡਿਊਟੀ ਕੋਈ ਆ ਕਿ ਤੁਸੀਂ ਦੇਖੋਗੇ ਜਿਹਨੂੰ ਨਾ ਪੰਜਾਬੀ ਆਉਂਦੀ ਹੋਵੇ ਨਾ ਹਿੰਦੀ ਹੋਵੇ ਤੇ ਕੇਵਲ ਖੜ ਕੇ ਕਹਿੰਦੇ ਉਹ ਲਿਖਾਉਂਦਾ ਹੈ ਤੇ ਜੇ ਉਹਨੂੰ ਸ਼ਬਦ ਬਾਰੇ ਕੋਈ ਗਿਆਨ ਹੀ ਨਹੀਂ ਹੈ ਤਾਂ ਉਹਦੇ ਕੋਲ ਖੜੇ ਹੋਣ ਦਾ ਕੋਈ ਅਰਥ ਨਹੀਂ ਹੈ ਕਿ ਇੱਕ ਇਨਸਾਨ ਹੈ ਉਹਨੂੰ ਕੋਈ ਸਮਝ ਹੀ ਨਹੀਂ ਆ ਬਾਣੀ ਦੀ ਤੇ ਉਸ ਦੀ ਸੁਪਰਵਿਜ਼ਨ ਦੇ ਐਡਾ ਅਹਿਮ ਕੰਮ ਦੇਣ ਦੀ ਮੈਂ ਨਹੀਂ ਸਮਝਦਾ ਕਿ ਕੋਈ ਜ਼ਰੂਰਤ ਹੋਵੇਗੀ। ਇਸ ਕਰਕੇ ਅਸੀਂ ਇਹਦੇ ਬਾਰੇ ਕੋਈ ਗੱਲ ਕਰੀਏ ਇਹ ਬੜੀ ਮੈਂ ਸਮਝਦਾ ਕਿ ਹੋਰ ਹੈ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਚੀਜ਼ ਦੀ ਬੜੀ ਨਖੇਧੀ ਕੀਤੀ ਗਈ ਹੈ, ਬੜੇ ਜ਼ੋਰਦਾਰ ਸ਼ਬਦ। ਕਿਸੇ ਨੂੰ ਵੀ ਇਸ ਸੰਬੰਧ ਵਿੱਚ ਕੋਈ ਦਲੀਲ ਨਹੀਂ ਦੇਣੀ ਚਾਹੀਦੀ ਕਿ ਇਹ ਇਸ ਵਜ੍ਹਾ ਕਰਕੇ ਹੋ ਗਿਆ, ਇਸ ਵਜ੍ਹਾ ਕਰਕੇ ਹੋ ਗਿਆ। ਵੱਡਪਨ ਇਸ ਹੈ ਕਿ ਗਲਤੀ ਹੋ ਗਈ ਔਰ ਉਸ ਗਲਤੀ ਨੂੰ ਮੰਨ ਵੀ ਰਹੇ ਹਾਂ ਤੇ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਹਮਾਰਾ ਸੀਸਗੰਜ ਸਾਹਿਬ ਨੂੰ ਵਿੱਚ ਤੁਸੀਂ ਵਰਤੋ। ਇਹ ਜਿਹੜਾ ਤੁਸੀਂ ਨਾ ਵਰਤੋ ਸ਼ਬਦ ਕਹਿ ਰਹੇ ਇਹ ਕਿਹਨੂੰ ਸੰਬੋਧਨ ਕਰ ਰਹੇ ਨੇ? ਇਹ ਜਿੰਨੀਆਂ ਵੀ ਗਰੁੱਪ ਨੇ ਦਿੱਲੀ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਹਦਾ ਨੋਟਿਸ ਨਾ ਲਵੋ। ਮੇਰਾ ਸਵਾਲ ਭਾਈ ਸਾਹਿਬ ਨੂੰ ਹੀ ਹੈ ਫਿਰ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕਿਉਂਕਿ ਸੰਗਤ ਮਾਲਕ ਹੈ ਤੇ ਪ੍ਰਬੰਧਕ ਸੱਜਣ ਇੱਕ ਤਰ੍ਹਾਂ ਦੇ ਨਾਲ ਕਸਟੋਡੀਅਨ ਹੁੰਦੇ ਹਨ, ਉਹਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਗਲਤੀ ਹੋ ਜਾਏ ਤੇ ਉਹ ਨਜ਼ਰਅੰਦਾਜ਼ ਕਰਨੀ ਜ਼ਰੂਰੀ ਸਮਝਦੇ ਨੇ ਭਾਈ ਸਾਹਿਬ ਜੀ, ਪਰ ਜਿਹੜੇ ਉਹਦਾ ਨੋਟਿਸ ਲੈ ਰਹੇ ਨੇ ਉਹਨੂੰ ਕਹਿ ਰਹੇ ਨੇ ਕਿ ਤੁਸੀਂ ਨਾ ਲਿਆ ਕਰੋ। ਇਹਦਾ ਮਤਲਬ ਕਿ ਜੇ ਕਦੇ ਬਾਣੀ ਦੀ ਕੋਈ ਜਾਣਬੁੱਝ ਕੇ ਵੀ ਗਲਤੀ ਹੋ ਜਾਏ ਤਾਂ ਕੋਈ ਇਸ ਗੱਲ ਨੂੰ ਲੈ ਕੇ ਭਾਈ ਸਾਹਿਬ ਜੀ ਨੂੰ ਇਹਦਾ ਨੋਟਿਸ ਨਾ ਲਵੇ ਕਿ ਇਹਦੇ ਨਾਲ ਗੁਰਦੁਆਰਾ ਸਾਹਿਬ ਬਦਨਾਮ ਹੁੰਦਾ ਹੈ। ਕਿ ਗੁਰਦੁਆਰਾ ਸਾਹਿਬਾਂ ਦੇ ਅੰਦਰ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਦੇ ਨਾਲ ਜਦੋਂ ਬੋਰਡ ਦੇ ਉੱਪਰ ਲਿਖਿਆ ਹੋਇਆ ਸਭ ਜਗ੍ਹਾ ਸਾਰੇ ਲੋਕ ਉਹਨੂੰ ਪੜ੍ਹਦੇ ਨੇ, ਉਹਦੇ ਨਾਲ ਸਗੋਂ ਵਧੇਰੇ ਮੈਂ ਸਮਝਦਾ ਕਿ ਗੁਰੂ ਘਰ ਦੀ ਸ਼ਾਨ ਨੂੰ ਫਰਕ ਪੈਂਦਾ ਹੈ। ਚੰਗੀ ਗੱਲ ਇਹ ਹੈ ਕਿ ਜੇ ਗਲਤੀ ਦਾ ਪਤਾ ਲੱਗਿਆ, ਇਹ ਕੋਈ 2 ਮਿੰਟਾਂ ਵਿੱਚ ਤਾਂ ਹੈ ਨਹੀਂ ਗੱਲ। ਦੁਪਹਿਰ ਦੇ ਵਕਤ ਦੀ ਫੋਟੋ ਕਿਸੇ ਨੇ ਖਿੱਚੀ ਹੈ, ਸਵੇਰ ਦੇ ਵਕਤ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਲਿਖਿਆ ਜਾਂਦਾ, ਫਿਰ ਇਹ 2 ਮਿੰਟਾਂ ਦੀ ਜਿਹੜੀ ਗੱਲ ਕਹਿ ਰਹੇ ਨੇ ਕਿ ਇੱਕ ਜਣਾ ਥੱਲੇ ਚਲਾ ਗਿਆ, ਇੱਕ ਕਿਤੇ ਸੀ, ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਸ ਗੱਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ ਭਾਈ ਸਾਹਿਬ। ਸੋ ਮੈਂ ਪ੍ਰਬੰਧਕ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਕੋਈ ਜ਼ਰੂਰਤ ਨਹੀਂ ਹੈ ਕਿ ਅਸੀਂ ਕਿਸੇ ਚੀਜ਼ ਦੇ ਉੱਤੇ ਪਰਦਾ ਪਾਈਏ ਜਾਂ ਅਸੀਂ ਚੀਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕਰੀਏ। ਜਦ ਸ਼੍ਰੀ ਅਕਾਲ ਤਖਤ ਸਾਹਿਬਾਨ ਨੇ ਜਥੇਦਾਰ ਸਾਹਿਬ ਨੇ ਇਸ ਗੱਲ ਦੇ ਉੱਤੇ ਆਪਣੀ ਟਿੱਪਣੀ ਦੇ ਦਿੱਤੀ ਆ ਤੇ ਸਾਨੂੰ ਆਪਣੀ ਗਲਤੀ ਮੰਨ ਕੇ ਅੱਗੇ ਵਾਸਤੇ ਜ਼ਰੂਰ ਸੁਚੇਤ ਹੋਣਾ ਚਾਹੀਦਾ ਕਿ ਸਭ ਤੋਂ ਪਹਿਲੇ ਪਛਾਣ ਕੀਤੀ ਜਾਵੇ ਕਿ ਹਿੰਦੀ ਦੇ ਵਿੱਚ ਹੁਕਮਨਾਮਾ ਲਿਖਿਆ ਕਿੰਨੇ ਹੈ। ਦੂਜੀ ਗੱਲ ਕਿ ਉਸ ਆਦਮੀ ਨੇ ਇਸੇ ਹੀ ਵੈਬਸਾਈਟ ਤੋਂ ਕਿਉਂ ਕਾਪੀ ਕੀਤੀ ਹੈ, ਉਹਦਾ ਕਾਰਨ ਕੀ ਹੈਗਾ ਔਰ ਕਿੰਨੀ ਦੇਰ ਤੋਂ ਇਹ ਕੰਮ ਚੱਲ ਰਿਹਾ ਸੀ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਸਾਹਿਬ ਜੀ ਦੇ ਹੁਕਮਾਂ ਨੂੰ ਉਸੇ ਰੂਪ ਦੇ ਵਿੱਚ ਸੰਗਤ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਹੈੱਡ ਗ੍ਰੰਥੀ ਸਾਹਿਬ ਦੀ ਹੈ। ਮੈਨੂੰ ਉਮੀਦ ਹੈ ਕਿ ਗਿਆਨੀ ਹਰਨਾਮ ਸਿੰਘ ਜੀ ਬੜੇ ਜਾਣਕਾਰ, ਬੜੇ ਸੁਝਣ ਨੇ, ਇਹ ਇਸ ਪਾਸੇ ਜ਼ਰੂਰ ਧਿਆਨ ਦੇ ਕੇ ਇਹ ਜਿਹੜੀ ਗਲਤੀ ਹੋ ਗਈ ਹੈ ਉਹਨੂੰ ਅੱਗੇ ਤੋਂ
ਇਹ ਸੰਭਵ ਕਰਨਗੇ ਕਿ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ ਜੀ। ਠੀਕ ਹੈ ਜਿਹੜਾ ਤੁਹਾਡਾ ਪਹਿਲਾ ਸਵਾਲ ਜਿਹੜਾ ਤੁਹਾਡਾ ਸਵਾਲ ਸੀ ਕਿ ਉੱਤੇ ਹੁਕਮਨਾਮੇ ਤੇ ਮੂਲ ਮੰਤਰ ਨਹੀਂ ਲਿਖਿਆ, ਉਸ ਸੰਬੰਧ ਵਿੱਚ ਮੈਂ ਕਹਿ ਦੇਵਾਂ ਕਿ ਬਲੈਕ ਨਹੀਂ ਮੂਲ ਮੰਤਰ ਨਹੀਂ, ਸਿਰਫ ਏਕ ਓਂਕਾਰ ਸਤਿਗੁਰ ਪ੍ਰਸਾਦ। ਇਸ ਤਰ੍ਹਾਂ ਕਿ ਜਿੱਥੇ ਹੁਕਮਨਾਮਾ ਲਿਖਿਆ ਤੇ ਪੱਕੇ ਤੌਰ ਤੇ ਹੀ ਏਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ ਹੁੰਦਾ ਹੈ। ਹੁਣ ਮੈਨੂੰ ਜਾਣਕਾਰੀ ਨਹੀਂ ਹੈ ਕਿ ਪ੍ਰਬੰਧਕ ਸੱਜਣਾ ਨੇ ਉੱਤੇ ਇਹ ਪੱਕਾ ਪੇਂਟ ਦੇ ਨਾਲ ਏਕ ਓਂਕਾਰ ਸਤਿਗੁਰ ਪ੍ਰਸਾਦ ਲਿਖਵਾਇਆ ਹੈ ਜਾਂ ਨਹੀਂ ਲਿਖਵਾਇਆ, ਪਰ ਜੋ ਗੁਰਬਾਣੀ ਦਾ ਅਸੂਲ ਆ, ਜੇ 5 ਸ਼ਬਦਾਂ ਦੇ ਆਰੰਭ ਦੇ ਵਿੱਚ ਮੂਲ ਮੰਤਰ ਲਿਖ ਦਿੱਤਾ ਹੈ, ਇਸ ਦਾ ਅਰਥ ਹੈ ਕਿ ਬਾਕੀ ਸਾਰੇ ਜੋ ਸ਼ਬਦ ਨੇ ਉਹਨਾਂ ਦੇ ਉੱਪਰ ਵੀ ਉਹ ਮੂਲ ਮੰਤਰ ਲਾਗੂ ਹੁੰਦਾ ਹੈ, ਔਰ ਇੱਕ ਤੋਂ ਇਲਾਵਾ ਦੂਜੇ ਦੀ ਵਿਚਾਰ ਨਹੀਂ ਹੋ ਸਕਦੀ, ਨਾ ਬ੍ਰਹਮਾ ਦੀ ਹੋ ਸਕਦੀ ਆ, ਨਾ ਕਿਸੇ ਹੋਰ ਫੁੱਲ ਦੀ ਹੋ ਸਕਦੀ ਆ, ਤੇ ਨਾ ਕ੍ਰਿਸ਼ਨ ਜੀ ਦੀ ਹੋ ਸਕਦੀ ਆ। ਸੋ ਇਸ ਕਰਕੇ ਜਿਹੜੇ ਸ਼ਬਦਾਂ ਦੇ ਅਰਥ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਚੰਗੇ ਢੰਗ ਦੇ ਨਾਲ ਠੀਕ ਤਰ੍ਹਾਂ ਲਿਖਣਾ ਚਾਹੀਦਾ ਸੀ ਭਾਈ ਸਾਹਿਬ ਉਹਨਾਂ ਨੂੰ ਜੀ। ਠੀਕ ਹੈ ਜੀ। ਹਰਤੇਜ ਸਿੰਘ ਗੋਬਿੰਦਪੁਰੀ ਜੀ, ਤੁਹਾਡੇ ਤੋਂ ਜਾਨਣਾ ਚਾਹਾਂਗੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਪੰਥਕ ਸੇਵਾ ਦਲ ਦੇ ਤੁਸੀਂ ਧਰਮ ਪ੍ਰਚਾਰ ਦੇ ਆਬਜ਼ਰਵਰ ਹੋ, ਤੁਸੀਂ ਕੀ ਸਮਝਦੇ ਹੋ? ਦੇਖੋ ਗੱਲ ਇਹ ਵੀਰ ਜੀ, ਇਹ ਮਾਮਲਾ ਜਿਹੜਾ ਹੈ ਇਹ ਕੋਈ ਸੌਖਾ ਨਹੀਂ ਹੈ, ਛੋਟਾ ਨਹੀਂ ਹੈ ਕਿ ਇਹ ਜਿੱਦਾਂ ਹੁਣ ਗਿਆਨੀ ਹਰਨਾਮ ਸਿੰਘ ਜੀ ਜਿਹੜੇ ਹੈਡ ਗ੍ਰੰਥੀ ਸਾਹਿਬ ਨੇ, ਉਹਨਾਂ ਤੋਂ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਨਹੀਂ, ਇਹ ਉਹਨਾਂ ਤੋਂ ਦਵਾਇਆ ਗਿਆ। ਪ੍ਰਬੰਧਕਾਂ ਨੇ ਇੱਕ ਤਾਂ ਗਲਤੀ ਕੀਤੀ ਹੈ, ਉੱਤੇ ਗਲਤੀ ਨੂੰ ਪੋਚਾ ਫੇਰਨ ਦੇ ਲਈ ਹੈਡ ਗ੍ਰੰਥੀ ਸਾਹਿਬ ਨੂੰ ਇਸਤੇਮਾਲ ਕੀਤਾ ਜੀ। ਚਲੋ ਜੀ ਤੁਸੀਂ ਜਿਹੜਾ ਹੈ ਇਹ ਗ੍ਰੰਥੀ ਸਿੰਘਾਂ ਤੇ ਇਹ ਗੱਲ ਪਾ ਦਿਓ ਕਿ ਸਾਡਾ ਸ਼ਾਇਦ ਖਹਿੜਾ ਛੁੱਟ ਜਾਵੇ। ਸਾਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਹਰਿਰਾਏ ਸਾਹਿਬ ਨੇ ਬਾਣੀ ਦੇ ਇੱਕ ਸ਼ਬਦ ਬਦਲਣ ਤੇ ਆਪਣੇ ਪੁੱਤਰ ਨੂੰ ਜਿਹੜਾ ਬਾਬਾ ਰਾਮ ਰਾਏ ਨੂੰ ਮੂੰਹ ਹੀ ਲਗਾਇਆ ਸੀ, ਤੇ ਇੱਥੇ ਐਡਾ ਵੱਡਾ ਅਨਰਥ ਹੋਇਆ। ਪ੍ਰਬੰਧਕਾਂ ਨੂੰ ਇਸ ਗਲਤੀ ਤੋਂ ਸੇਧ ਲੈਣੀ ਚਾਹੀਦੀ ਸੀ, ਔਰ ਜਦੋਂ ਇਹ ਮਾਮਲੇ ਨੇ ਤੂਲ ਫੜਿਆ ਤਾਂ ਹੈਡ ਗ੍ਰੰਥੀ ਸਾਹਿਬ ਦੇ ਆਉਣ ਤੋਂ ਪਹਿਲੇ ਜਾਂਦੇ ਉਹਨਾਂ ਨੂੰ ਭੇਜਿਆ ਗਿਆ ਹੈ, ਜਿੱਥੋਂ ਤੱਕ ਮੈਨੂੰ ਜਾਪਦਾ ਕਿ ਉਹਨਾਂ ਨੂੰ ਭੇਜਿਆ ਗਿਆ। ਹੁਣ ਗੱਲ ਇਹ ਹੈ ਕਿ ਸਾਹ ਤਰਸੇਮ ਸਿੰਘ ਜੀ ਨੇ ਵੀ ਅਰਥ ਦੱਸਿਆ, ਗੋਲਡੀ ਜੀ ਨੇ ਵੀ ਗੱਲ ਦੱਸੀ। ਗੱਲ ਇਹ ਹੈ ਕਿ ਇਹ ਵੈਬਸਾਈਟ ਜਿਹੜੀ ਹੈ, ਇਸ ਵੈਬਸਾਈਟ ਤੇ ਇਸ ਤਰ੍ਹਾਂ ਦੇ ਕਿੰਨੇ ਸ਼ਬਦਾਂ ਦੇ ਜਿਹੜੇ ਅਰਥਾਂ ਦੇ ਅਨਰਥ ਹੋਏ ਹੈ, ਔਰ ਇਹ ਪਹਿਲਾਂ ਵੀ ਇਸ ਸਾਈਟ ਤੋਂ ਕਿੰਨੀ ਵਾਰ ਜਿਹੜੇ ਅਰਥ ਜਿਹੜੇ ਹੈ ਉਹ ਗੁਰਦੁਆਰਾ ਸਾਹਿਬ ਦੇ ਜਿਹੜਾ ਹੁਕਮਨਾਮਾ ਦਾ ਬੋਰਡ ਹੈ ਉੱਤੇ ਲਿਖੇ ਗਏ ਹੈ। ਔਰ ਫਿਰ ਇਹ ਗਲਤੀ ਕਰਨਾ ਇਸ ਸੁਭਾਅ ਇੱਕ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਗਲਤੀ ਹੋ ਗਈ ਜੀ, ਗਲਤੀ ਹੋ ਗਈ। ਜੋ ਗੱਲ ਸਰਦਾਰ ਤਰਸੇਮ ਸਿੰਘ ਨੇ ਕਹੀ ਹੈ, ਗੱਲ ਉਹ ਹੈ ਕਿ 2 ਗ੍ਰੰਥੀ ਸਾਹਿਬ ਜਿਹੜੇ ਹੈ ਉਹ ਸਵੇਰ ਦੀ ਸੇਵਾ ਨਿਭਾਉਣ ਲਈ ਘੱਟ ਨਹੀਂ ਹੁੰਦੇ। ਪਹਿਲੀ ਗੱਲ ਤਾਂ ਇਹ ਹੈ ਕਿ ਗ੍ਰੰਥੀ ਸਾਹਿਬ ਦਾ ਸਭ ਤੋਂ ਪਹਿਲਾਂ ਇਹ ਫਰਜ਼ ਹੈ ਕਿ ਹੁਕਮਨਾਮਾ ਆਪਣੇ ਸਾਹਮਣੇ ਲਿਖਾਇਆ ਜੇ। ਪੰਜਾਬੀ 'ਚ ਹੁਕਮਨਾਮਾ ਠੀਕ ਲਿਖਿਆ ਗਿਆ ਤੇ ਗਲਤੀ ਨਾਲ ਹਿੰਦੀ 'ਚ ਕਿਵੇਂ ਲਿਖਿਆ ਗਿਆ, ਉਸ ਸਾਈਡ ਤੋਂ ਅਥੋਰਾਈਜ਼ ਕਿੰਨੇ ਕੀਤਾ। ਦੂਸਰੀ ਗੱਲ, ਜਿਹੜੇ ਚੇਅਰਮੈਨ ਸਾਹਿਬ ਜਿਹੜੇ ਆਪਣਾ ਧਰਮ ਪ੍ਰਚਾਰ ਨੂੰ ਦੇਖ ਰਹੇ ਨੇ, ਜਤਿੰਦਰਪਾਲ ਸਿੰਘ ਜੀ, ਇਹਨਾਂ ਨੇ ਕਿਹਾ ਜੀ ਕਿਸੇ ਸਾਜ਼ਿਸ਼ ਦੇ ਤਹਿਤ ਜਿਹੜਾ ਹੈ ਉਹ ਕੋਈ ਫੋਟੋ ਖਿੱਚ ਕੇ ਲੈ ਗਿਆ। ਸਿੰਘ ਸਾਹਿਬ, ਇਹ ਸਾਜ਼ਿਸ਼ ਦੇ ਤਹਿਤ ਅਸੀਂ ਇਹ ਕਹੀਏ, ਇਹ ਸਾਜ਼ਿਸ਼ ਦੇ ਤਹਿਤ ਕੋਈ ਇਹ ਪਿੱਛੇ RSS ਵਰਗੀ ਕੋਈ ਸੰਸਥਾ ਹੈ ਜਿਨ੍ਹਾਂ ਦੀ ਸਾਈਡ ਤੋਂ ਤੁਸੀਂ ਜਿਹੜੇ ਦਿੱਲੀ ਕਮੇਟੀ ਦੇ ਹਿੰਦੀ ਦੇ ਵਿੱਚ ਚੁੱਕ ਕੇ ਇਹ ਉੱਥੇ ਅਰਥ ਲਿਖੀ ਜਾ ਰਿਹਾ ਹੈ, ਤੇ ਇਸ ਦੇ ਵੱਲ ਤਾਂ ਫਿਰ ਗੱਲ ਤਕਲੀਫਦਾਇਕ ਹੋਣੀ ਹੈ। ਇਸ ਗਲਤੀ ਨੂੰ ਇਹ ਕਹਿਣਾ ਕਿ ਕੋਈ ਸਾਜ਼ਿਸ਼ ਨਾਲ ਫੋਟੋ ਖਿੱਚ ਕੇ ਲੈ ਗਿਆ, ਕੋਈ ਜਾਗਰੂਕ ਸਿੰਘ ਉੱਥੇ ਆਇਆ ਜਿਹਦੀ ਅਵਸਥਾ ਚੇਤਨ ਸੀ, ਉਹਨੇ ਫੋਟੋ ਖਿੱਚ ਕੇ ਤੁਹਾਨੂੰ ਸੁਚੇਤ ਕੀਤਾ, ਤੁਸੀਂ ਆਪਣੀ ਗਲਤੀ ਮੰਨਣ ਦੀ ਬਜਾਏ ਤੁਸੀਂ ਦੂਸਰਿਆਂ ਨੂੰ ਕਹੋ, ਜਾਂ ਤੁਸੀਂ ਹਰ ਗੱਲ ਕਦੀ ਕੋਈ ਹੋਰ ਮਾਮਲਾ ਵੀ ਆਂਦਾ ਹੈ ਉਹ ਮਾਮਲਾ ਦੂਸਰਾ ਤਾਂ ਮੰਨੀ ਉਹਨਾਂ ਨੇ ਨਹੀਂ ਗਲਤੀ। ਦੇਖੋ ਸਿੰਘ ਸਾਹਿਬ, ਗੱਲ ਇਹ ਹੈ, ਨਾਲ ਹੁਣੀ ਉਹਨਾਂ ਨੇ ਗੋਲਡੀ ਜੀ ਨੇ ਕਿਹਾ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਕੋਈ ਫੋਟੋ ਖਿੱਚ ਕੇ ਲੈ ਗਿਆ। ਇਹ ਕਰੋਨਾ ਦਾ ਟਾਈਮ ਹੈ, ਇਸ ਤਰ੍ਹਾਂ ਦੇ ਟਾਈਮ ਤੇ ਇਸ ਤਰ੍ਹਾਂ ਦੀ ਗੱਲਾਂ ਕਰਨਾ ਠੀਕ ਨਹੀਂ ਹੈ, ਕਿਉਂ ਇਹ ਹਰ ਗੱਲ ਤੇ। ਮੈਂ ਚਾਹਾਂਗਾ ਗੋਲਡੀ ਜੀ, ਮੈਂ ਚਾਹਾਂਗਾ ਜਤਿੰਦਰਪਾਲ ਸਿੰਘ ਜੀ ਇਸ ਗੱਲ ਦਾ ਜਵਾਬ ਦੇਣ। ਮੈਂ ਕਹਿੰਦਾ ਵੀਰ ਜੀ, ਜਿਹੜੀ ਤੁਸੀਂ ਗੱਲ ਆਖੀ ਹੈ ਨਾ, ਮੈਂ ਉਹਦਾ ਇਹੀ ਤੇ ਜਵਾਬ ਦਿੱਤਾ ਵੇ ਕਿ ਤੁਹਾਡੇ ਸਾਹਮਣੇ ਭਾਈ ਸਾਹਿਬ ਨੇ ਕੀ ਆਖਿਆ ਕਿ ਜਦੋਂ ਹੁਕਮਨਾਮਾ ਲਿਖਿਆ ਗਿਆ ਤੁਸੀਂ ਹਿੰਦੀ ਦੀ ਪੰਜਾਬੀ ਦੀ ਗੱਲ ਕਰ ਰਹੇ ਹੋ। ਪੰਜਾਬੀ ਦੀ ਜਿਹੜੇ ਤਕਰੀਬਨ ਜਿਹੜੇ ਗ੍ਰੰਥੀ ਹੈਗੇ ਨੇ ਸਾਰਿਆਂ ਨੂੰ ਸਟੱਡੀ ਸ਼ੁੱਧ ਹੈਗੀ, ਉਹ ਸਾਹਮਣੇ ਤਾਂ ਸਹੀ ਲਿਖਿਆ ਗਿਆ। ਹਿੰਦੀ ਦਾ ਜਿਹੜਾ ਹੈਗਾ ਪ੍ਰੇਮੀ ਆ ਕੇ ਸੇਵਾ ਕਰਦਾ, ਉਹਨੇ ਆ ਕੇ ਸੇਵਾ ਕੀ ਜਿਹੜੀ ਹੈਗੀ ਉਹ ਬੰਦੇ ਉਹਦੀ ਨਿਗਰਾਨੀ ਨਹੀਂ ਕੀਤੀ ਗਈ, ਤਾਂ ਹੀ ਐਵੇਂ ਗੱਲ ਆਖੀ ਕਿ ਸ਼ਰਾਰਤ ਕੀਤੀ ਗਈ ਹੈ। ਜੇ ਉਹਨਾਂ ਦੇ ਸਾਹਮਣੇ ਹੁੰਦਾ ਦਿੱਕਤ ਨਹੀਂ ਆਉਣੀ ਚਾਹੀਦੀ ਸੀ। ਜੇ ਉਹ ਪੰਜਾਬੀ ਠੀਕ ਕੀਤਾ, ਕਿਉਂ ਪੰਜਾਬੀ ਦਾ ਆਪ ਲਿਖਦੇ ਥੇ। ਜਤਿੰਦਰਪਾਲ ਸਿੰਘ ਜੀ, ਇਹ ਇਤਿਹਾਸਿਕ ਗੁਰਦੁਆਰਾ ਸਿੰਘ ਸਾਹਿਬ ਜੀ,
ਇੱਥੇ ਅਸੀਂ ਬੜੇ ਆਰਾਮ ਦੇ ਨਾਲ ਬੜੇ ਪੋਲੇ ਦੇ ਮੂੰਹ ਨਾਲ ਗੱਲ ਕਹਿਤੀ ਜੀ ਇੱਕ ਪ੍ਰੇਮੀ ਆ ਕੇ ਲਿਖ ਗਿਆ। ਇਹ ਕੋਈ ਛੋਟੀ ਜੀ ਗੱਲ ਹੈ? ਕੱਲ ਨੂੰ ਕੋਈ ਪ੍ਰੇਮੀ ਆ ਕੇ ਕੋਈ ਹੋਰ ਇਤਿਹਾਸ ਲਿਖ ਕੇ ਦੇ ਜਾਏਗਾ, ਉੱਥੇ ਕਿਉਂ ਨਹੀਂ ਅਜੇ ਤੱਕ ਆਇਡੈਂਟੀਫਾਈ ਹੋ ਪਾਇਆ ਕਿ ਉਹ ਪ੍ਰੇਮੀ ਕੌਣ ਹੈ? ਉਹਦੇ ਵਾਸਤੇ ਕਮੇਟੀ ਬਣਾ ਦਿੱਤੀ ਗਈ ਹੈ, ਔਰ ਉਹਦੇ ਬਾਅਦ ਹੈਡ ਗ੍ਰੰਥੀ ਕਹਿ ਰਹੇ ਹੋ, ਹੈਡ ਗ੍ਰੰਥੀ ਨਹੀਂ ਉੱਥੇ ਰਿਸਪੌਂਸਿਬਲ ਨੇ, ਜੋ ਸਾਰੇ ਗ੍ਰੰਥੀ ਉਹਨਾਂ ਦੇ ਅੰਡਰ ਹੁੰਦੇ, ਜਵਾਬ ਦੀ ਉਹਨਾਂ ਦੀ ਸੀ, ਉਹਨਾਂ ਨੇ ਗਦਾਰ ਜਵਾਬ ਦਿੱਤੀ ਤੁਹਾਨੂੰ, ਉਹਨਾਂ ਨੇ ਸਮਝੇ ਨਹੀਂ। ਬਾਕੀ ਦੀ ਗੱਲ ਇਹਨਾਂ ਸੀ 3 ਮੈਂਬਰੀ ਕਮੇਟੀ ਬਣਾ ਦਿੱਤੀ, ਉਹਦੀ ਪੂਰੀ ਜਾਂਚ ਹੋਏਗੀ, ਉਹ ਕਿਵੇਂ ਤੋਂ ਕਿਹੜਾ ਬੰਦਾ ਉਹਦੇ ਖਿਲਾਫ ਦੀ ਕਾਰਵਾਈ ਪੂਰੀ ਕਰਾਂਗੇ। ਮਹਾਰਾਜ ਇਹਨੂੰ ਇਹ ਗੱਲ ਨੂੰ ਸਮਾਂ ਮਹੀਨਾ ਹੋ ਗਿਆ ਹੈ। ਜਤਿੰਦਰਪਾਲ ਸਿੰਘ ਜੀ, ਤੁਸੀਂ ਕਹਿ ਰਹੇ ਹੋ ਕਿ ਵੀ ਸ਼ਾਇਦ ਸਾਜ਼ਿਸ਼ ਦੇ ਤਹਿਤ ਫੋਟੋ ਖਿੱਚੀ ਗਈ, ਪਰ ਇਹ ਗੱਲ ਸਾਰੇ ਜਾਣਦੇ ਆ ਕਿ ਰੋਜ਼ਾਨਾ ਹੀ ਭਾਵੇਂ ਦਰਬਾਰ ਸਾਹਿਬ ਦਾ ਹੋਵੇ, ਭਾਵੇਂ ਬੰਗਲਾ ਸਾਹਿਬ ਦਾ ਹੋਵੇ, ਭਾਵੇਂ ਸੀਸਗੰਜ ਸਾਹਿਬ ਦਾ ਹੋਵੇ, ਹੁਕਮਨਾਮਾ ਲੱਗ ਕੇ ਸਿਰਫ ਬਾਹਰ ਲੱਗਦਾ ਹੈਗਾ। ਉਸੇ ਵੇਲੇ ਜੋ ਸੰਗਤਾਂ ਹੁੰਦੀਆਂ ਉਸ ਹੁਕਮਨਾਮੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰਨ ਵਾਸਤੇ ਉਹਦੀ ਸਾਰੀਆਂ ਤਸਵੀਰਾਂ ਖਿੱਚ ਕੇ ਰੋਜ਼ਾਨਾ ਹੀ WhatsApp ਤੇ ਭੇਜਦੀਆਂ, Facebook ਤੇ ਭੇਜਦੀਆਂ। ਗੁਰਪ੍ਰੀਤ ਜੀ ਮੈਂ ਜਿਹੜੀ ਗੱਲ ਕਹਿ ਰਿਹਾ, ਮੈਂ ਗੱਲ ਕਹਿ ਰਿਹਾ ਵਾਂ, ਜਿਹੜਾ ਪੰਜਾਬੀ ਦਾ ਭਾਈ ਸਾਹਿਬ ਨੇ ਪਹਿਲੇ ਕਿਹਾ ਸੀ ਨਾ ਕਿ ਸਾਡੇ ਗ੍ਰੰਥੀ ਲਿਖਣਾ ਨਹੀਂ ਆਂਦਾ, ਸਾਡੇ ਗ੍ਰੰਥੀ ਪੰਜਾਬੀ ਦੇ ਸ਼ੁੱਧ ਸਨ, ਉਹਨੇ ਪੂਰਾ ਸ਼ੁੱਧ ਆਪਣੇ ਸਾਹਮਣੇ ਗ੍ਰੰਥੀ ਦੂਸਰੇ ਲਿਖਵਾ ਕੇ ਗਏ ਨੇ। ਹਿੰਦੀ ਵੱਲ ਜਿਹੜਾ ਗ੍ਰੰਥੀ ਨੂੰ ਨੌਲੇਜ ਨਹੀਂ ਸੀ, ਹਿੰਦੀ ਦੀ ਕਨਵਰਸ਼ਨ ਕਿਵੇਂ ਹੈਗੀ, ਉਹ ਬੰਦਾ ਪ੍ਰੇਮੀ ਉਹ ਲਿਖਦਾ ਹੁੰਦਾ, ਇਹ ਗੱਲ ਕਹੀ ਹੈ। ਮੈਂ ਇਹ ਗੱਲ ਸਮਝੋ ਨਾ, ਉਹਦੀ ਗੱਲ ਦਾ ਫਰਕ ਆ ਰਿਹਾ ਨਾ। ਇਸ ਤੋਂ ਪਹਿਲੇ ਵੀ ਪ੍ਰੇਮੀ ਲਿਖ ਰਹੇ ਸੀਗੇ ਹਿੰਦੀ ਵਾਲਾ। ਹਾਂਜੀ ਹਾਂਜੀ ਹਾਂਜੀ, ਪ੍ਰੇਮੀ ਲਿਖ ਰਹੇ ਹਿੰਦੀ ਵਾਲਾ ਇਸ ਤੋਂ ਪਹਿਲੇ। हाँ, मैं कहता कोई टाइम वीडियो कटवाते हो, कहते हैं कि ਉਹਦੀ क्लिपिंग कटाई जाएगी, वो ਕਿਹੜਾ ਪ੍ਰੇਮੀ ਲਿਖ ਕੇ ਗਿਆ ਵੇ, ਸਮਝੇ। ਉਹ 2-3 ਪ੍ਰੇਮੀ ਹੈਗੇ ਨੌਨ ਸਿੱਖ ਅਗਰ ਲਿਖ ਕੇ ਜਾਂਦੇ ਨੇ ਪ੍ਰੇਮੀ, ਉਹ ਆਣਗੇ, ਉਹਦੇ ਬਾਅਦ ਉਹਦੇ ਕਾਰਵਾਈ ਕੀਤੀ, 3 ਮੈਂਬਰੀ ਕਮੇਟੀ ਬਣਾਤੀ ਗਈ ਹੈ। ਇਹਦਾ ਪੂਰਾ ਜਵਾਬ ਸਪਸ਼ਟੀਕਰਨ ਲੈ ਕੇ आपके सामने ਰੱਖਿਆ ਜਾਏਗਾ, क्योंकि ये गलती छोटी नहीं है, यानी कि पहले ही ऑलरेडी ही कहीं ਉਹਦਾ ਕਈ ਵਾਰੀ ਇਹਦਾ ਹੋ ਸਕਦਾ ਹੈ ਕਿ ਜਿੱਦਾਂ ਅੱਜ 17 ਅਪ੍ਰੈਲ ਨੂੰ ਹੁਕਮਨਾਮਾ ਹਿੰਦੀ 'ਚ ਗਲਤ ਲਿਖਿਆ ਗਿਆ, ਹੁਕਮਨਾਮੇ ਦੇ ਅਰਥ ਗਲਤ ਕੀਤੇ ਗਏ, ਔਰ ਕੋਈ ਹੋਰ ਵੀ ਪਹਿਲੇ ਵੀ, ਇਸ ਦਾ ਮਤਲਬ ਇਹ ਲਗਾਤਾਰ ਛਾਛਾ ਚੱਲ ਰਹੀਆਂ ਹੋਣੀਆਂ ਜਿਹੜੀ ਨੋਟਿਸ ਆ ਗਈ। ਮੈਂ ਜਤਿੰਦਰਪਾਲ ਸਿੰਘ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ, ਧਰਮ ਪ੍ਰਚਾਰ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਧਰਮ ਪ੍ਰਚਾਰ ਇਸ ਦਾ ਜਵਾਬ ਦੇਵੇ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਕੱਤਰ ਪੂਰੀ ਜ਼ਿੰਮੇਵਾਰ ਬਣਦੀ ਹੈ। ਜੇ ਸਾਰੇ ਚਮਨ ਸਿੰਘ ਜੀ ਜਵਾਬ ਮੈਂ ਦੇता रहा, चमन सिंह जी मैं जवाब देते रहा कि मैं 3 मैंबरी कमेटी बनाती हूँ, पूरा तो सवाल सामने आएगा, बिल्कुल आएगा। मैं कमेटी बनाती गई हूँ, रिपोर्ट कि मैम की कमेटी बन रही है। 17 ਅਪ੍ਰੈਲ ਤੋਂ ਇਹ ਮਸਲਾ ਉੱਠਿਆ। ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇਹ 17 ਅਪ੍ਰੈਲ ਤੋਂ ਅੱਜ ਤੱਕ ਚੁੱਪ ਕਿਉਂ ਸੀ? ਅਸੀਂ ਅੱਜ ਮੈਨੂੰ ਇੱਕ ਗੱਲ ਜਵਾਬ ਦਿਓ ਕਿ ਜਿਹੜੀਆਂ ਸਾਡਾ ਤੇ ਅਸੀਂ ਇਤਰਾਜ਼ ਕੀਤਾ, ਅਸੀਂ ਲੱਭੀਆਂ। ਤੁਸੀਂ ਮੈਨੂੰ ਅੱਜ ਸਦਾ ਕਹਿ ਰਹੇ ਹੋ, ਤੁਸੀਂ ਕੱਲ ਕੋ ਵੀਡੀਓ ਪਾਈ, ਤੁਸੀਂ ਪਹਿਲੇ ਕਿਉਂ ਨਹੀਂ ਪਾਈ ਵੀਡੀਓ? ਤੁਸੀਂ 18 ਨੂੰ ਪੜਦੇ ਨਾ, ਤੁਸੀਂ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਹੋ। ਅਸੀਂ ਸਾਡੇ ਨੋਟਿਸ ਹੈ, ਕਿਉਂ ਨਹੀਂ ਪਾਵਾਂਗੇ ਅਸੀਂ? ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਗਲਤ ਲਿਖੇ ਜਾਣਗੇ, ਜਦੋਂ ਇਤਿਹਾਸ ਮਰੋੜਾ ਜਾਏਗਾ, ਅਸੀਂ ਵੀਡੀਓ ਪਾਵਾਂਗੇ। ਅੱਜ ਪੰਜਾਬ ਦੇ ਵਿੱਚ 17 ਤਰੀਕ ਦਾ ਕੇਸ ਹੋ ਰਿਹਾ, 17 ਤਰੀਕ ਦਾ ਕੇਸ ਹੋ ਰਿਹਾ, ਤੁਸੀਂ 27 ਨੂੰ ਕਿਉਂ ਪਾ ਰਹੇ ਹੋ? ਤੁਸੀਂ ਕਿਉਂ ਤਾਜ਼ੀਰ ਬਣ ਰਹੇ ਹੋ? ਜ਼ਿੰਮੇਵਾਰੀ ਬਣਦੀ ਹੈ, ਜ਼ਿੰਮੇਵਾਰੀ ਬਣਦੀ ਤੁਹਾਡੀ ਪੂਰੀ, ਤੁਸੀਂ ਜ਼ਿੰਮੇਵਾਰ ਲੈ ਭਾਈ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਰਤੇ ਤੁਸੀਂ ਆਪ ਕਰ ਰਹੇ ਹੋ। ਅਸੀਂ ਦਾ ਖਿਆਲ ਰੱਖਿਆ ਜਾਵੇ, ਸ਼ਰਮ ਕਰੋ, ਵਿਚਾਰ ਚਰਚਾ ਸਭ ਤੁਹਾਡੀ ਚਾਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੁਹਾਡੀ ਚਾਲ ਹੈ, ਕਰ ਰਹੇ ਹੋ ਤੁਸੀਂ, ਫਿਰ ਵੀ ਕਰ ਰਹੇ ਹੋ। ਬੇਨਤੀ ਕਰਾਂਗਾ ਕਿ ਮੈਂ ਅਰੇ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਅਨਰਥ ਚਮਨ ਸਿੰਘ ਜੀ ਚੱਕਾਂਗੇ। ਚੱਕੀ ਬਈ ਤੁਸੀਂ ਪਤਾ ਸੀ ਕਿੱਥੋਂ ਲੱਗ ਕੇ ਲੈ, ਤੁਸੀਂ ਕੱਢ ਕੇ ਲਿਆਏ ਹੋ, ਤੁਸੀਂ ਆਪ ਕਰਵਾਉਂਦੇ ਪਏ ਹੋ। ਅਸੀਂ ਨਹੀਂ ਕੱਢ ਕੇ ਲਿਆਏ, ਉਹ ਜਗਤਾਰ ਸਿੰਘ ਜਾਨੀ ਜਗਤਾਰ ਸਿੰਘ ਦੇ ਖਵਾਜ ਪਾਇਆ, ਅਸੀਂ ਉਦੋਂ ਕੱਢਿਆ। ਸਭ ਤੇਈ ਚਾਲ ਹੈ, ਭਾਈ ਜਗਤਾਰ ਸਿੰਘ ਨੇ ਪਾਇਆ। ਜਦੋਂ ਭਾਈ ਅਰੇ ਕੀ ਗੱਲ ਕਰਦੇ ਹੋ? ਆਪਣੀਆਂ ਜ਼ਿੰਮੇਵਾਰੀਆਂ ਸਮਝਣ ਚਮਨ ਸਿੰਘ ਜੀ, ਭਾਈ ਜਗਤਾਰ ਸਿੰਘ ਨੇ ਸਮਝੀ ਕਮੇਟੀ ਬਣਾਈ ਹੈ। ਅਰੇ ਤੁਸੀਂ ਭਾਈ ਸਾਹਿਬ ਇੱਕ ਮਿੰਟ ਚੁੱਪ ਦਾ, ਸਾਡਾ ਪ੍ਰਧਾਨ ਸਾਹਿਬ ਕੇ ਚੁੱਪ ਕਰਕੇ ਚਮਨ ਸਿੰਘ ਜੀ ਇੱਕ ਮਿੰਟ ਵੇਟ ਕਰੋ। ਸਾਰੀ ਜ਼ਿੰਮੇਵਾਰੀ ਜਤਿੰਦਰਪਾਲ ਸਿੰਘ ਜੀ, ਮੈਂ ਚਾਹਾਂਗਾ ਮੇਰੀ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ। ਦੇਖੋ ਇਹ ਗੱਲ ਜਤਿੰਦਰਪਾਲ ਸਿੰਘ ਜੀ, ਇਹ ਗੱਲ ਦੇਖੋ, ਤੁਸੀਂ ਕਹਿ ਰਹੇ ਹੋ ਕਿ ਵੀ ਗੱਲ ਠੀਕ ਹੈ ਤੁਹਾਡੀ ਕਿ ਰਾਜਨੀਤਿਕਰਨ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਜਿਹੜਾ ਮਾਮਲਾ ਸੀਗਾ ਕਿ 17 ਅਪ੍ਰੈਲ ਦਾ ਕਿ ਇੰਨੇ ਦਿਨਾਂ ਬਾਅਦ ਤਕਰੀਬਨ 27 ਮਈ ਨੂੰ ਜਿਹੜਾ ਹੈਗਾ, ਕਿਉਂ 1.5 ਮਹੀਨੇ ਬਾਅਦ ਕਿਉਂ ਇਹ ਗੱਲ ਕੀਤੀ ਜਾ ਰਹੀ ਹੈ? ਚਮਨ ਸਿੰਘ ਜੀ, ਤੁਹਾਡੇ ਉੱਪਰ ਸਵਾਲ ਆਏਗਾ, ਠੀਕ ਹੈ? ਇਹ ਪਰਸੋਂ ਅਸੀਂ ਜਵਾਬ ਜਦੋਂ ਭਾਈ ਜਗਤਾਰ ਸਿੰਘ ਉਹਨਾਂ ਨੇ, ਉਹ ਜਿਹੜੇ ਵਿਦਵਾਨ ਹੈ, ਜਿਹੜੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਆ, ਉਹਨਾਂ ਨੇ ਪੇਪਰ ਦਿੱਤਾ ਪੰਜਾਬੀ ਦੇ ਅਖਬਾਰ 'ਚ, ਉਹਨਾਂ ਨੇ ਧਿਆਨ ਕੀਤਾ
ਤੇ ਉਦੋਂ ਅਸੀਂ ਬਾਤ ਚੱਕੀ ਜਦ ਪੇਪਰ 'ਚ ਆਇਆ ਉਹ, ਸਾਨੂੰ ਉਦੋਂ ਪਤਾ ਲੱਗਾ ਕਿ ਅਰਥਾਂ ਦੇ ਅਨਰਥ ਹੋ ਗਏ। ਪਰ ਇਹ ਕਹ ਰਹੇ ਅਸੀਂ ਕਹੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ, ਇਹ ਕੋਈ ਨਹੀਂ ਕਹਿ ਸਕਦਾ। ਤੇਰੇ ਵਰਗੇ ਬੰਦੇ ਤੁਸੀਂ ਜਿਹੜੇ ਜਤਿੰਦਰਪਾਲ ਸਿੰਘ ਜੀ ਅਰੇ ਕਮਾਲ ਕਰ ਰਿਹਾ, ਜਿਹੜਾ ਤੁਸੀਂ ਬਿਆਨ ਦੇ ਰਹੇ ਹੋ ਅਸੀਂ ਕੀਤਾ। ਅਰੇ ਗੁਰੂ ਗ੍ਰੰਥ ਸਾਹਿਬ ਦੇ ਕੋਈ ਅਰਥ ਅਨਰਥ ਕਰ ਸਕਦਾ? ਅਰੇ ਪੰਜਾਬੀਅਤ ਤੁਸੀਂ ਕਹ ਰਹੇ ਅਰਥ ਠੀਕ ਕੀਤੇ ਆ, ਤੁਸੀਂ ਹਿੰਦੀ ਦੇ ਅਰਥ ਗਲਤ ਕਿੱਦਾਂ ਹੋ ਗਏ? ਇਹ ਪੂਰੀ ਸਾਜ਼ਿਸ਼ ਹੈ। ਇੱਥੇ ਤੁਸੀਂ ਮਰਿਆਦਾ ਦਾ ਖਿਆਲ ਨਹੀਂ ਰੱਖੋਗੇ, ਮੈਂ ਮੈਨੂੰ ਆਡੀਓ ਉਹ ਭਾਈ ਸਾਹਿਬ ਸਾਜ਼ਿਸ਼ਾਂ ਤੁਹਾਡੀਆਂ ਨੇ, ਉਹ ਕਿਹੜੀਆਂ ਨੇ? ਤਾਂ ਹੀ ਉਹ ਤੁਸੀਂ 1.5 ਮਹੀਨੇ ਬਾਅਦ ਜਾਗੇ ਹੋ। 1.5 ਮਹੀਨਾ ਕੀ ਕਰਦੇ ਰਹੇ ਹੋ? ਤੁਸੀਂ ਪਲਾਨਿੰਗ ਕਰਦੇ ਰਹੇ ਹੋ, ਕੀ ਕੀਤਾ? ਤੁਹਾਡੀ ਤਾਂ ਸਾਰੀ ਸਾਜ਼ਿਸ਼ ਹੈਗੀ ਸਾਰੀ। ਕੋਈ ਅਰੇ ਕਮਾਲ ਹੈ, ਤੁਸੀਂ 1.5 ਮਹੀਨਾ ਹੋ ਗਿਆ, ਤੁਹਾਨੂੰ ਪਤਾ ਹੈ ਤੁਸੀਂ ਸਾਡੇ ਤੇ ਕੋਈ ਹੋਰ ਵੀ ਕੰਮ ਕੀਤੀ। ਚਮਨ ਸਿੰਘ ਜੀ ਮੈਂ ਬੇਨਤੀ ਕਰਾਂਗਾ, ਮੇਰੀ ਬੇਨਤੀ ਸੁਣਿਓ, ਮੇਰਾ ਸਵਾਲ ਸੁਣਿਓ। ਜਤਿੰਦਰਪਾਲ ਸਿੰਘ ਜੀ ਦੇਖੋ, ਉਹ ਕਹਿ ਰਹੇ ਆ ਕਿ ਵੀ ਠੀਕ ਹੈ, ਉਹ 1.5 ਮਹੀਨੇ ਬਾਅਦ ਉਹਨਾਂ ਨੇ ਵੀਡੀਓ ਪਾਈ, ਉਹਨਾਂ ਨੇ ਮੁੱਦੇ ਦੇ ਉੱਪਰ ਗੱਲ ਚੁੱਕੀ, ਭਾਵੇਂ ਇਹਨੂੰ ਰਾਜਨੀਤੀ ਕਹਿ ਸਕਦੇ ਹੋ ਤੁਸੀਂ। ਗੁਰਪ੍ਰੀਤ ਸਿੰਘ ਜੀ ਇੱਕ ਮਿੰਟ ਗੁਰਪ੍ਰੀਤ ਸਿੰਘ ਜੀ ਮੇਰੀ ਗੱਲ ਸੁਣੋ। ਗੁਰਪ੍ਰੀਤ ਜੀ ਮੇਰੀ ਪਹਿਲੇ ਗੱਲ ਸੁਣੋ, ਹੋਈ ਹੈ। ਮੈਂ ਕੀ ਕਹਿ ਰਿਹਾ ਗੁਰਪ੍ਰੀਤ ਜੀ, ਮੇਰੀ ਗੱਲ ਇੱਕ ਮਿੰਟ ਮੈਂ ਸੁਣੋ। 1.5 ਮਹੀਨੇ ਪਹਿਲੇ ਜਿਹੜੀ ਗਲਤੀ ਹੋਈ ਉਹਦੇ ਅਸੀਂ ਭਾਈ ਸਾਹਿਬ ਨੂੰ ਅਡਗੰਤੀ ਇਹਨਾਂ ਨੂੰ ਤੁਹਾਡੇ ਹਰਨਾਮ ਸਿੰਘ ਨੂੰ ਆਖਿਆ, ਉਹਨਾਂ ਨੇ ਆਪਣਾ ਤੁਸੀਂ ਇਹ ਦੱਸੋ ਤੁਸੀਂ ਕਮੇਟੀ ਕਦੋਂ ਬਣਾਈ? ਤੁਸੀਂ ਮੁੱਦਾ ਉੱਠੀ ਜਾਣ ਤੋਂ ਬਾਅਦ ਕਮੇਟੀ ਬਣਾਈ ਹੈ ਜਾਂ 17 ਅਪ੍ਰੈਲ ਤੋਂ ਬਾਅਦ ਕਮੇਟੀ ਬਣਾਈ ਹੈ? ਇਸ ਦਾ ਜਵਾਬ ਦਿਓ ਸਰ। ਸਾਡੇ ਕੋਲ 17 ਅਪ੍ਰੈਲ ਤੋਂ ਬਾਅਦ ਜਦੋਂ ਉਹਨਾਂ ਅਖਬਾਰ ਦੇ ਅੰਦਰ ਆਈ ਹੈ, ਜਦੋਂ ਨਿਊਜ਼ ਲੱਗੀ ਹੈ, ਸਾਨੂੰ ਤਾਂ ਪਤਾ ਚੱਲਿਆ ਕਿ ਇਹ ਗਲਤੀ ਉੱਥੇ ਹੋਈ ਹੈ। ਉਹਦੇ ਬਾਅਦ ਅਸੀਂ ਕਮੇਟੀ ਬਣਾਈ ਹੈ। हाँ जी, ਉਹਦੇ ਬਾਅਦ ਕਮੇਟੀ ਬਣਾਏਗੀ ਨਾ। ਮੈਂ ਹੀ ਤਾਂ ਉਹੀ ਗੱਲ ਕਰਨਾ ਚਾਹੁੰਦਾ। ਭਾਈ ਹਰਨਾਮ ਸਿੰਘ ਜੀ ਹੁਣੀ ਭਾਈ ਹਰਨਾਮ ਸਿੰਘ ਜੀ ਕੱਲ ਆ ਰਹੇ 4 ਦਿਨ ਪਹਿਲਾਂ ਵੀਡੀਓ ਪਾ ਰਿਹਾ, ਉਹਨਾਂ ਨੇ ਭਾਈ ਦੀ ਖਬਰ ਦੇਖੀ ਆ। ਜਦੋਂ ਤੁਸੀਂ ਪਹਿਲੇ ਕਿਉਂ ਨਹੀਂ ਪਾਈ? ਅਸੀਂ ਤੁਸੀਂ ਕਿੱਥੇ ਰਹੇ ਹੋ? ਤੁਸੀਂ ਕਿੱਥੇ ਰਹੇ ਹੋ? ਤੁਸੀਂ ਇਹ ਗੱਲ ਕਰ ਰਹੇ ਹੋ ਨਾ, ਤੁਸੀਂ 1.5 ਮਹੀਨੇ ਕਿੱਥੇ ਰਹੇ ਹੋ? ਤੁਸੀਂ 1.5 ਮਹੀਨੇ ਬਾਅਦ ਗੱਲ ਕਰ ਰਹੇ ਹੋ, ਤੁਸੀਂ 1.5 ਮਹੀਨੇ ਬਾਅਦ ਆਪਣੀ ਲੋਕਾਂ ਨੂੰ ਦਿਖਾ ਰਹੇ ਹੋ ਤਮਾਸ਼ੇ, ਕਿਉਂ ਪਾ ਰਹੇ ਹੋ? ਫਿਰ ਗਲਤੀ ਹੈ ਕਿਸੇ, ਅਸੀਂ ਗਲਤੀ ਮੰਨ ਰਹੇ ਹਾਂ, ਹਰਨਾਮ ਸਿੰਘ ਗਲਤੀ ਪਾ ਰਹੇ ਨਾ। ਅਸੀਂ ਹੈਡਗੰਤੀ ਮੈਨੂੰ ਮੇਰੀ ਬੇਨਤੀ ਹੈ, ਬਾਕੀ ਗੈਸਟ ਨੂੰ ਮੌਕਾ ਦਿੱਤਾ ਜਾਵੇ। ਚਮਨ ਸਿੰਘ ਜੀ, ਮੈਂ ਆਪ ਜੀ ਦੀ ਆਡੀਓ, ਮੈਨੂੰ ਜੇ ਆਪ ਜੀ ਖਿਆਲ ਨਹੀਂ ਰੱਖੋਗੇ ਮੈਨੂੰ ਆਡੀਓ ਬੰਦ ਕਰਨੀ ਪਏਗੀ ਆਪ ਜੀ ਦੀ। ਤਰਸੇਮ ਜੀ ਆਪਣਾ ਪੁਆਇੰਟ ਰੱਖਣਾ ਚਾਹੁੰਦੇ ਆ। ਤਰਸੇਮ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਗੋਲਡੀ ਜੀ ਨੇ ਇਹ ਆਬਜੈਕਸ਼ਨ ਕੀਤਾ ਹੈ ਕਿ ਇਹ ਹੁਣ ਵੀਡੀਓ ਪਾਉਣ ਦਾ ਜਾਂ ਹੁਣ ਜ਼ਿਆਦਾ ਮੁੱਦੇ ਨੂੰ ਉਠਾਉਣ ਦਾ ਕਾਰਨ ਇਸ ਕਰਕੇ ਬਣ ਗਿਆ ਕਿ ਗਿਆਨੀ ਹਰਨਾਮ ਸਿੰਘ ਨੇ ਆਪਣਾ ਸਪਸ਼ਟੀਕਰਨ ਦਿੱਤਾ ਜਿਹੜਾ ਅਧੂਰਾ ਕਿਸਮ ਦਾ ਸੀ, ਕਈ ਸ਼ੱਕ ਸ਼ੁਬਾ ਪੈਦਾ ਕਰਦਾ ਸੀ। ਅਗਰ ਗਿਆਨੀ ਜੀ ਕੋਲੋਂ ਸਪਸ਼ਟੀਕਰਨ ਸੁਚੱਜੇ ਢੰਗ ਦੇ ਨਾਲ ਜੋ ਫੈਕਟ ਹੈਗੇ ਨੇ, ਅਗਰ ਉਸ ਢੰਗ ਨਾਲ ਉਹ ਜਵਾਬ ਦਿੰਦੇ ਤੇ ਸਾਰੇ ਸੈਟੀਸਫਾਈ ਹੋ ਜਾਂਦੇ। ਪਰ ਗਿਆਨੀ ਜੀ ਦੇ ਅਧੂਰੇ ਸਪਸ਼ਟੀਕਰਨ ਦੇਣ ਤੋਂ ਬਾਅਦ ਹੀ ਸਾਰੇ ਲੋਕਾਂ ਨੇ ਇਹਦੇ ਉੱਤੇ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਣੀ ਸ਼ੁਰੂ ਕਰ ਦਿੱਤੀ, ਜਦ ਕਿ ਅਖਬਾਰ ਵਿੱਚ ਤਾਂ ਬਹੁਤ ਦੇਰ ਪਹਿਲੇ ਦਾ ਆਇਆ ਹੋਇਆ ਸੀ। ਸਾਨੂੰ ਇਹ ਉਮੀਦ ਜ਼ਰੂਰ ਹੈ। ਇੱਕ ਮਿੰਟ ਜੀ, ਮੈਂ ਤੁਹਾਡੀ ਗੱਲ ਜੋ ਇੱਕ ਸੈਕਿੰਡ में ਗੱਲ ਕੱਟ ਰਿਹਾ, ਮੈਂ ਛੋਟੀ ਜਿਹੀ ਜਵਾਬ ਦੇਣ ਲੱਗਾ। ਤਰਸੇਮ ਸਿੰਘ ਜੀ, ਮੈਂ ਆਪ ਜੀ ਦੀ ਗੱਲ ਮੰਨ ਰਿਹਾ ਵਾਂ। ਹਰਨਾਮ ਸਿੰਘ ਨੇ ਜਿਹੜਾ ਜਵਾਬ ਦਿੱਤਾ ਆਪ ਜੀ ਨੂੰ ਉਹਦੇ ਚ ਤਸੱਲੀ ਨਹੀਂ ਹੋਈ, ਠੀਕ ਹੈ ਜੀ। ਉਹਦੇ ਬਾਅਦ ਆਪ ਜੀ ਨੇ ਗੱਲ ਚੁੱਕੀ। ਮੈਂ ਗੱਲ ਕਰਨਾ ਅੱਜ ਇਸ ਗੱਲ ਨੂੰ ਹੋਇਆ 1.5 ਮਹੀਨਾ ਹੋ ਗਿਆ ਹੈ, ਸਮਝੇ ਨਹੀਂ। 1.5 ਮਹੀਨੇ ਬਾਅਦ ਜ਼ਰੂਰ ਪ੍ਰੈਸ ਕਾਨਫਰੰਸ ਕਰਕੇ ਅਸੀਂ ਆਪਣੇ ਆਪ ਤਮਾਸ਼ਾ ਦਿਖਾਉਂਦੇ ਪਏ। ਜੇ ਗਲਤੀ ਸੀ, ਅਗਰ ਆਪਣੀ ਗਲਤੀ ਮੰਨੀ ਨਹੀਂ ਮੰਨੀ ਉਹਦਾ ਸਪਸ਼ਟੀਕਰਨ ਅਸੀਂ ਕੋ ਮੰਗਾਂਗੇ ਨਾ। ਭਾਈ ਸਾਹਿਬ ਤੁਹਾਡੇ ਕੋਲ ਗਲਤੀ ਹੋਈ ਹੈ, ਤੁਸੀਂ ਸਾਨੂੰ ਰਾਈਟਿੰਗ ਕੰਪਲੀਟ ਸਪਸ਼ਟੀਕਰਨ ਦਿਓ। ਸਾਨੂੰ ਉਹ ਤਾਂ ਨਹੀਂ ਹੋਇਆ, ਉਹਦੇ ਬਾਰੇ ਵੀ ਕੱਲ ਮੈਂ ਉਹਨਾਂ ਨੂੰ ਬੁਲਾ ਕੇ ਕਿਹਾ ਹੋਵੇ, ਸਮਝੇ ਨਹੀਂ। ਉਹਦੀ ਤਾਂ ਹੀ ਮੈਂ 3 ਮੈਂਬਰੀ ਕਮੇਟੀ ਜਿਹੜੀ ਬਣਾਈ ਹੈ, ਉਹਦੀ ਜਵਾਬਦੇਹੀ ਲੈ ਕੇ ਫਿਰ ਅਸੀਂ ਅਗਲੀ ਕਾਰਵਾਈ ਉਹਦੀ ਬਕਾਇਦਾ ਵੀਡੀਓ ਕਲਿੱਪਿੰਗ ਕਰਾਵਾਂਗੇ। ਛੱਡਾਂਗੇ ਨਹੀਂ ਅਸੀਂ। ਜੋ ਤੋੜ ਹੈਗਾ, ਜਿਸ ਬੰਦੇ ਦੀ ਗਲਤੀ ਉਹਨੂੰ ਫੜਿਆ ਜਾਏਗਾ, ਉਹਨੂੰ ਬਲਕਿ ਸਜ਼ਾ ਵੀ ਦਿੱਤੀ ਜਾਏਗੀ। 3 ਮੈਂਬਰੀ ਕਮੇਟੀ ਚ ਕੌਣ ਹੈ? ਇੱਕ ਮਿੰਟ ਗੁਰਪ੍ਰੀਤ ਜੀ, ਮੈਨੂੰ ਸਵਾਲ ਕਰ ਲੈਣ ਦਿਓ। ਹਾਂਜੀ ਪਲੀਜ਼ ਤਰਸੇਮ ਜੀ ਪਲੀਜ਼। ਕਿ ਅਗਰ 2 ਜਾਂ 3 ਸੇਵਾਦਾਰ ਜਾਂ ਪ੍ਰੇਮੀ ਸੱਜਣ ਹੁਕਮਨਾਮਾ ਹਿੰਦੀ ਦੇ ਵਿੱਚ ਲਿਖਦੇ ਨੇ, ਇਹ ਕਿਹੜੀ ਵੱਡੀ ਗੱਲ ਹੈ? ਉਹ ਪਤਾ ਨਹੀਂ ਹੈ। ਹੈਡ ਗ੍ਰੰਥੀ ਸਾਹਿਬ ਨੂੰ 100% ਪਤਾ ਹੈ ਕਿ ਕਿਹੜੇ ਪ੍ਰੇਮੀ ਨੇ ਇਹ ਹੁਕਮਨਾਮਾ ਲਿਖਿਆ ਹਿੰਦੀ ਦੇ ਵਿੱਚ। ਕੋਈ ਐਸੀ ਗੱਲ ਤਾਂ ਹੈ ਨਹੀਂ ਕਿ ਅਚਨਚੇਤ ਕੋਈ ਆਇਆ ਤਾਂ ਹੁਕਮਨਾਮਾ ਲਿਖ ਕੇ ਤੇ ਚਲਾ ਗਿਆ ਤਾਂ ਉਹ ਅਸੀਂ ਲੱਭਾਂਗੇ, ਉਹਦੀ ਇਨਵੈਸਟੀਗੇਸ਼ਨ ਕਰਾਂਗੇ। ਸਵਾਲ ਤੇ ਹੈ ਕਿ ਉਸ ਆਦਮੀ ਦਾ ਪਿਛੋਕੜ ਦੇਖਣ ਦੀ ਜ਼ਰੂਰਤ ਹੈ, ਔਰ ਕਿੰਨੀ ਦੇਰ ਤੋਂ ਗੁਰਬਾਣੀ ਦੇ ਅਰਥ ਗਲਤ ਲਿਖ ਰਿਹਾ ਸੀ, ਔਰ ਉਹ ਕਿਉਂ ਲਈ, ਔਰ ਅੱਗੇ ਤੋਂ ਇਹ ਕੰਮ ਵਾਸਤੇ ਤੁਹਾਨੂੰ ਯਕੀਨ ਦਿਵਾਉਣਾ ਚਾਹੀਦਾ ਸਿੱਖ ਸੰਗਤ ਨੂੰ ਕਿ ਗੁਰਬਾਣੀ ਦੇ ਅਰਥ ਉਹੀ ਹੀ ਹੋਣਗੇ ਜਿਹੜੇ ਸਾਹਿਬ ਸਿੰਘ ਹੁਣਾਂ ਨੇ ਕੀਤੇ ਨੇ। ਉਸੇ ਨੂੰ ਤੁਸੀਂ ਵਿੱਚ ਕਰਨ ਦੀ ਕਰੋ, ਔਰ ਨਾਲ ਅੰਗਰੇਜ਼ੀ ਦੇ ਕਰ ਦਿਓ, ਤਾਂ ਕਿ
ਇੱਕ ਭੁਲੇਖਾ ਪੈਦਾ ਹੋਵੇ ਹੀ ਨਾ, ਕਿਉਂਕਿ ਅੱਜ ਸਭ ਤੋਂ ਵੱਡੀ ਗੱਲ ਜਿਵੇਂ ਜ਼ਿਕਰ ਕੀਤਾ ਹੈ ਹਰਦਿੱਤ ਜੀ ਹੋਣਾ ਨੇ ਕਿ ਆਰਐਸਐਸ ਵਰਗੀਆਂ ਜਥੇਬੰਦੀਆਂ ਦੀ ਸਾਡੇ ਬਾਹ ਦੇ ਵਿੱਚ ਦਖਲਅੰਦਾਜ਼ੀ ਸਿੱਧੇ ਤੌਰ ਤੇ ਉੱਤੇ ਨਜ਼ਰ ਆਣੀ ਸ਼ੁਰੂ, ਉਹ ਲੋਕ ਖੁਦ ਐਲਾਨ ਕਰ ਰਹੇ ਨੇ। ਸੋ ਇਸ ਕਰਕੇ ਸ਼ੱਕ ਸ਼ੁਬੇ ਪੈਦਾ ਹੋਣੇ ਤਾਂ ਕੁਦਰਤੀ ਨੇ, ਤੇ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਸੰਗਤਾਂ ਨੂੰ ਪੂਰੀ ਤਰ੍ਹਾਂ ਸੈਟੀਸਫਾਈ ਕਰੇ ਕਿ ਅੱਗੇ ਤੋਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਵੇਗੀ ਜੀ। ਭਾਈ ਸਾਹਿਬ ਜੀ, ਇਸੇ ਕਰਕੇ ਅਸੀਂ ਕਮੇਟੀ ਬਣਾਈ ਹੈ, ਉਹਦੀ ਜੋ ਪੂਰੀ ਜਾਂਚ ਤੋਂ ਬਾਅਦ ਅੱਗੋਂ ਦੀ ਵੈਸੇ ਜੇ ਆਪ ਜੀ ਨੂੰ ਪਹਿਲੇ ਮੈਂ ਕਲੀਅਰ ਕਰਦਾ ਕਿ ਜੋ ਵੀ ਗੁਰਮਤ ਅਨੁਸਾਰ ਹੁੰਦਾ ਹੈ ਉਵੇਂ ਹੀ ਹੋਏਗਾ। ਜਿਹੜੀ ਕੋਈ ਗਲਤ ਸਾਈਡ ਵਾਲੀ ਗੱਲ ਹੈ, ਸਾਨੂੰ ਸਾਈਡ ਦਾ ਕੋਈ ਨੌਲੇਜ ਨਹੀਂ ਹੈਗੀ। ਸਾਨੂੰ ਤੇ ਜੋ ਕਾਲ ਤਖਤ ਤੋਂ ਪ੍ਰਮਾਣਿਕ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਵਾਲੀ ਅਸੀਂ ਉਦੋਂ ਹੀ ਅਲਾਉ ਕਰਾ ਦਿੱਤਾ ਹੈ, ਔਰ ਉਹਦੇ ਵਾਸਤੇ ਵੀ ਅਸੀਂ ਅਕਾਲ ਤਖਤ ਸਾਹਿਬ ਲੈਟਰ ਲਿਖ ਕੇ ਭੇਜ ਦਿੱਤਾ ਹੋਵੇ ਕਿ ਸਾਨੂੰ ਇੱਕ ਅਪਰੂਵ ਕਰਕੇ ਸਾਈਡ ਦਿੱਤੀ ਜਾਏ ਕਿ ਜਿਹੜੇ ਵੀ ਅਸੀਂ ਟੀਕਾਕਰਨ ਕਰਨਾ ਉਸੇ ਤੋਂ ਅਪਰੂਵਲ ਤੋਂ ਲੈ ਕੇ ਚੱਲੀਏ, ਤਾਂ ਕਿ ਅੱਗੇ ਲਾਈਵ ਦੇ ਅੰਦਰ ਕੋਈ ਦਿੱਕਤ ਨਾ ਆਵੇ ਔਰ ਹਿੰਦੀ ਦਾ ਅਨੁਵਾਦ ਵੀ ਉਹਦਾ ਬਿਲਕੁਲ ਠੀਕ ਸਪਸ਼ਟੀਕਰਨ ਕੀਤਾ ਜਾ ਸਕੇ। ਅਸੀਂ ਆਲਰੇਡੀ ਲਿਖ ਕੇ ਭੇਜਿਆ ਦੇ ਮੈਂ। ਠੀਕ ਹੈ, ਹਰਜੀਤ ਸਿੰਘ ਗੋਬਿੰਦਪੁਰ ਜੀ, ਤੁਸੀਂ ਕੀ ਕਹਿਣਾ ਡਿਊਟੀ ਲਗਾਓ, ਹੈਡਗ੍ਰੰਥ ਦੀ ਡਿਊਟੀ ਲਗਾਓ ਕਿ ਉਹ ਹੁਕਮਨਾਮਾ ਆਪ ਲਿਖਵਾਉਣ, ਆਪਣੀ ਨਜ਼ਰਸਾਨੀ ਵਿੱਚ। कोई आगे से बिल्कुल साइड करता है सर, ਉਹਦੀ ਗਲਤੀ ਤੋਂ ਬਾਅਦ ਹੀ ਬੰਦਾ ਹੁੰਦਾ, ਉਹ ਸਪੈਸ਼ਲ कहता है ਕਦੀ ਦੇਖੋ ਗੁਰਬਾਣੀ ਦੇ ਅੰਦਰ ਅਸੀਂ ਕਦੀ ਕਿੱਥੇ ਵੀ ਕੋਤਾਹੀ ਬਰਦਾਸ਼ਤ ਨਹੀਂ ਕਰਾਂਗੇ ਔਰ ਉਹਦੇ ਲਈ ਸਾਨੂੰ ਜੋ ਵੀ ਸ਼ਕਤੀ ਕਰਨੀ ਪਏਗੀ ਅਸੀਂ ਕਰਾਂਗੇ ਔਰ ਹੈਡ ਗ੍ਰੰਥੀ ਨੂੰ ਪੂਰੀ ਤਰ੍ਹਾਂ ਅਸੀਂ ਵਾਰਿਸ ਤਾਈ ਤੇ ਗ੍ਰੰਥੀ ਬਣਾਤੇ ਸਰ। ਬਹੁਤ ਵਧੀਆ ਗੱਲ ਹੈ, ਬਹੁਤ ਬਹੁਤ ਸੋਹਣੀ ਗੱਲ ਹੈ। ਹਰਜੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂਕਿ ਸਮਾਂ ਅੱਗੇ ਜਾ ਨਹੀਂ ਦਿੰਦਾ, ਤੋਂ ਸਿਰਫ 4-5 ਮਿੰਟ ਦੇ ਵਿੱਚ ਹੀ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਹਰਜੀਤ ਸਿੰਘ ਜੀ, ਦੇਖੋ ਗੱਲ ਹੈ ਕਿ ਮੈਂ 3 ਸਵਾਲ ਜਤਿੰਦਰਪਾਲ ਸਿੰਘ ਨੂੰ ਪੁੱਛਣਾ ਚਾਹੁੰਦਾ। ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਇਹਨਾਂ ਨੇ ਹੁਣੀ ਕਿਹਾ ਜੀ ਇਹ ਸਾਜ਼ਿਸ਼ ਹੈ। ਇਹ ਕਿਸ ਤਰ੍ਹਾਂ ਦੀ ਸਾਜ਼ਿਸ਼ ਹੈ? ਗਲਤੀ ਉੱਥੇ ਹੋਈ ਹੈ, ਹੁਕਮਨਾਮੇ ਦੇ ਅਰਥ ਗਲਤ ਲਿਖੇ ਗਏ ਹੈ, ਜੇ ਇਹਦੀ ਆਵਾਜ਼ ਚੁੱਕੀ ਗਈ ਹੈ ਪੰਥ ਦਰਦੀਆਂ ਵੱਲੋਂ ਤਾਂ ਇਹ ਸਾਜ਼ਿਸ਼ ਕਿਸ ਤਰ੍ਹਾਂ ਹੋਈ? ਦੂਸਰੀ ਗੱਲ ਇਹਨਾਂ ਨੇ ਕਹੀ ਹੈ ਕਿ ਇਹ ਕੋਈ ਟਾਈਮ ਨਹੀਂ ਹੈ, ਕਰੋਨਾ ਦਾ ਸਮਾਂ, ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋ। ਕਿਉਂ ਜੀ, ਇਹ ਕਰੋਨਾ ਦੇ ਸਮੇਂ ਤੇ ਗੁਰਬਾਣੀ ਦਾ ਨਿਰਾਦਰ ਹੋਵੇ, ਅਰਥਾਂ ਦਾ ਅਨਰਥ ਹੋਵੇ ਤੇ ਉਹਨੂੰ ਜੇ ਕੋਈ ਤੁਹਾਨੂੰ ਕੋਈ ਕਵੇ ਕਮੇਟੀ ਨੂੰ ਕਿ ਇਹ ਗਲਤ ਹੋਇਆ ਤਾਂ ਤੁਸੀਂ ਕਹੋ ਜੀ ਕਰੋਨਾ ਦਾ ਸਮਾਂ ਚੱਲ ਰਿਹਾ, ਕੋਈ ਸਮਾਂ ਹੈ ਗੱਲ ਕਰਨ ਦਾ। ਤੀਸਰੀ ਗੱਲ ਇਹ ਹੈ ਕਿ ਇਹ ਆਥੋਰਾਈਜ਼ ਕਿਹਨੇ ਕੀਤਾ ਹੈ ਪ੍ਰੇਮੀ ਨੂੰ ਕਿ ਤੁਸੀਂ ਇਸ ਸਾਈਡ ਤੋਂ ਲੈ ਕੇ ਇਹਦੇ ਅਰਥ ਲਿਖੋ, ਔਰ ਇਹ ਕਿੰਨੇ ਚਿਰ ਤੋਂ ਪਹਿਲਾਂ ਵੀ ਕੀ ਇਹ ਇਹਦੇ ਅਰਥ ਲਿਖੇ ਜਾਂਦੇ ਰਹੇ ਹੈ ਜਾਂ ਨਹੀਂ ਹੈ? ਇਹ 3 ਸਵਾਲ ਹੈ। ਔਰ ਦੂਜੀ ਗੱਲ, ਜਿੱਥੋਂ ਤੱਕ ਗਲਤੀਆਂ ਦੀ ਗੱਲ ਤਾਂ ਸਿੰਘ ਤੱਕ ਕਰ ਰਿਹਾ ਜੀ, ਜਦੋਂ ਇੱਕ ਮਿੰਟ ਜੀ, ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਟੇਜਾਂ ਤੋਂ ਬੋਲਦੇ ਹੋਏ ਅਰਥਾਂ ਦੇ ਅਨਰਥ ਕਰਦੇ ਆ, ਬਾਣੀ ਗਲਤ ਬੋਲ ਦਿੰਦੇ ਆ, ਇਤਿਹਾਸ ਗਲਤ ਬੋਲ ਦਿੰਦੇ ਆ, ਹੋਲੇ ਮਹੱਲੇ ਦੇ ਅਰਥ ਗਲਤ ਦੱਸ ਦਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਦੇ ਸੰਸਕਾਰ ਦੇ ਮੁਤਲਕ ਗਲਤ ਬੋਲਦੇ ਆ, ਤੇ ਉੱਥੇ ਗ੍ਰੰਥੀਆਂ ਤੋਂ ਜਿਹੜੀ ਗੱਲ ਹੈਗੀ ਉਹ ਆਪਣੀ ਗਲਤੀਆਂ ਕਰਦੇ ਆ ਤੇ ਦੂਜੇ ਦੀ ਗਲਤੀ ਦੇ ਇਸ ਕਰਕੇ ਪਰਦੇ ਪਾਉਂਦੇ ਆ ਕਿ ਮੈਂ ਤਾਂ ਗਲਤੀ ਕਰਦਾ, ਜੇ ਇਹਨਾਂ ਦੀ ਗਲਤੀ ਚੁੱਕਾਂਗੇ ਤੇ ਮੇਰਾ ਸਟਾਫ ਮੈਨੂੰ ਨਾ ਕਹਦੇ ਜੀ ਤੁਸੀਂ ਆਪ ਤਾਂ ਗਲਤੀ ਕਰਦੇ ਹੋ। ਇਹਦੇ 3 ਸਵਾਲਾਂ ਦੇ ਜਵਾਬ ਜ਼ਰੂਰ ਚਾਹੀਦੇ ਜੀ। ਜਤਿੰਦਰਪਾਲ ਸਿੰਘ ਜੀ, ਤੁਸੀਂ ਜਿਹੜੇ 3 ਜਵਾਬ ਕੀਤੇ ਨਾ ਕਿ ਜਿਹੜੀ ਗੱਲ ਤੁਹਾਨੂੰ ਜਿਹੜੀ ਆਖੀ ਸੀ ਕਰੋਨਾ ਦੀ ਗੱਲ ਕੀਤੀ ਸੀ, ਕਰੋਨਾ ਦੀ ਗੱਲ ਤਾਂ ਆਖੀ ਸੀ ਕਿ ਸਾਡੇ ਕੋਲ ਸਟਾਫ ਦੀ ਕਮੀ ਕਰਕੇ ਉੱਥੇ 2 ਗ੍ਰੰਥੀ ਹੁੰਦੇ ਨੇ, ਉਸ ਤੋਂ ਪਹਿਲੇ 3 ਹੁੰਦੇ ਸਨ। ਇੱਕ ਗ੍ਰੰਥੀ ਜਿਹੜਾ ਤੋਂ ਹੁਕਮਨਾਮ ਲੈਂਦਾ ਉਹ ਮਹਾਰਾਜ ਦੇ ਤਾਬਿਆਂ ਦਾ ਹੁੰਦਾ ਹੈ। ਤੁਸੀਂ ਕਿਹਾ ਜੀ ਇਹ ਸਮਾਂ, ਪਹਿਲੇ ਗੱਲ ਸੁਣ ਲਓ, ਪਹਿਲੇ ਗੱਲ ਸੁਣ ਲਓ ਜੀ, ਇਹ ਸਮਾਂ ਨਹੀਂ ਹੈ ਗੱਲਾਂ ਕਰਨ ਦਾ। ਭਾਈ ਸਾਹਿਬ ਗੱਲ ਸੁਣ ਕੇ ਗੱਲ ਕਹਿ ਰਹੇ ਹਾਂ ਜੀ, ਮੈਂ ਵੀ ਤਾਂ ਕਹਿ ਰਿਹਾ ਭਾਈ ਸਾਹਿਬ ਜੀ, ਤਾਂ 1.5 ਮਹੀਨਾ ਆਪਾਂ ਕਿਉਂ ਮੇਰੀ ਗੱਲ ਨਾ ਯਾਦ ਕਰੋ ਜੀ, ਕਿਉਂ ਨਹੀਂ ਕੀਤੀ ਗੱਲ ਤੁਸੀਂ? ਕਿਉਂ ਨਹੀਂ ਯਾਦ ਕਰੋ? ਕਿਉਂ ਨਾ ਯਾਦ ਕਰੋ? ਕਿਉਂ ਨਾ ਕਰਾਂ? ਕਿਉਂ ਨਾ ਕਰਾਂ? ਦੱਸੋ ਮੈਂ ਕਿਉਂ 1.5 ਮਹੀਨੇ ਕਿਉਂ ਗੱਲ? ਤੁਸੀਂ 1.5 ਮਹੀਨੇ ਬਾਅਦ ਕਿਉਂ ਜਵਾਬ ਦਵਾਇਆ ਜੀ? ਤੁਸੀਂ ਗ੍ਰੰਥੀ ਸਾਹਿਬ ਨੂੰ ਕਿਉਂ ਸਪਸ਼ਟੀਕਰਨ 1.5 ਮਹੀਨੇ ਭੇਜਿਆ? ਤੁਸੀਂ ਕਹਿੰਦੇ ਧਰਮ ਪੰਜਾਬ ਦੇ ਹੋ ਜੀ। ਉਹ ਭਾਈ ਸਾਹਿਬ ਜੋ ਆਏ ਤੁਸੀਂ 1.5 ਮਹੀਨੇ ਬਾਅਦ ਕਿਉਂ ਗ੍ਰੰਥੀ ਸਾਹਿਬ ਨੂੰ ਪੇਸ਼ ਕੀਤਾ ਗਿਆ ਜੀ? ਉਹ ਆਪਣੇ ਉਹ ਛੁੱਟੀ ਦੇ ਗਏ ਬੰਦਾ ਜਦੋਂ ਅਖਬਾਰਾਂ 'ਚ ਛਪਿਆ ਸੀ, ਜਦੋਂ ਅਖਬਾਰ ਗੋਲਡੀ ਜੀ ਜਦੋਂ ਅਖਬਾਰ 'ਚ ਛਪਿਆ ਸੀ ਉਦੋਂ ਤੁਸੀਂ ਸੁੱਤੇ ਹੋਏ ਸੀ। ਹਰਜੀਤ ਸਿੰਘ ਜੀ, ਜਦੋਂ ਅਖਬਾਰ ਜਦੋਂ ਸਾਰਿਆਂ ਨੇ ਪੜਿਆ ਤੁਸੀਂ ਨਹੀਂ ਪੜਿਆ ਅਖਬਾਰ ਬਾਰੇ ਕੀ ਹੈ? ਉਹ ਆਊਟ ਆਫ ਛੁੱਟੀ ਨਹੀਂ ਹੈਗੇ ਸਨ। ਭੁੱਲਣਹਾਰ ਸਭ ਕੋ ਅਭੁੱਲ ਗੁਰੂ ਕਰਤਾਰ। ਗਲਤੀ ਹੁੰਦੀ ਹੈ ਲੇਕਿਨ ਉਹਦੇ ਉੱਤੇ ਤੁਸੀਂ ਪੋਚੇ ਤੇ ਪੋਚੇ ਪਾਉਂਦੇ ਜਾਓ, ਇਹ ਗਲਤ ਹੈ। ਗਲਤੀ ਇਨਸਾਨ ਕੋਲ ਹੋ ਜਾਂਦੀ ਹੈ ਪਰ ਉਹਨੂੰ ਤੁਸੀਂ ਆਪਾਂ ਪ੍ਰੋਗਰਾਮ ਦੀ ਅਸੀਂ ਸਮਾਪਤੀ ਕਰਦੇ। ਜਤਿੰਦਰਪਾਲ ਸਿੰਘ ਜੀ, 2-3 ਸਵਾਲ ਤੁਹਾਡੇ ਤੋਂ ਰਹਿਣਗੇ। ਆਪਾਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਮੇਟੀ, ਮੈਂ ਸਾਰਿਆਂ ਨੂੰ ਫੇਰ ਮੌਕਾ ਦਵਾਂਗਾ, 1 ਮਿੰਟ 2 ਮਿੰਟ ਦਿੱਤੇ ਜਾਣ। ਚਮਨ ਸਿੰਘ ਜੀ 2 ਮਿੰਟ ਦਿੱਤੇ ਜਾਣ। ਸਿਰਫ ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਮੈਂ ਇੱਕ ਗੱਲ ਕਰਦਾ, ਇਜਾਜ਼ਤ ਹੈਗੀ ਆ?
ਗੁਰਪ੍ਰੀਤ ਸਿੰਘ ਜੀ ਗੱਲ ਹਾਂਜੀ, ਇਹ ਹੈ ਬਿਲਕੁਲ। ਕਿ ਦੇਖੋ ਕਿ ਇਹ ਗੱਲ ਹੈ ਕਿ ਗੁਰਬਾਣੀ ਦੀ, ਜਦੋਂ ਗੁਰਬਾਣੀ ਦੀ ਗੱਲ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਵਕਤ ਇਹ ਜਿਹੜੇ ਜਗਿਆਸੂ ਹੈ, ਜਿਨ੍ਹਾਂ ਨੂੰ ਸਮਝ ਹੈ, ਜਿਨ੍ਹਾਂ ਨੂੰ ਗਿਆਨ ਹੈ, ਉਹ ਆਵਾਜ਼ ਚੱਕਣਗੇ ਜਣਗੇ, ਖਾਲੀ ਨਹੀਂ ਜਦੋਂ ਵੀ ਕਿਸਾਂਗੇ। ਮੈਂ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਕਾਰਵਾਈ ਕਰਾਂਗੇ, ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਕਵਾਂਗੇ ਕਿ ਤੁਸੀਂ ਇੱਕ ਸਾਈਡ ਐਸੀ ਦਿਓ ਜਿੱਥੇ ਅਸੀਂ ਅਰਥ ਕਰ ਸਕੀਏ ਗੁਰਬਾਣੀ ਦੇ। ਪ੍ਰੋਫੈਸਰ ਸਾਹਿਬ ਦੇ ਜਿਹੜੇ ਅਰਥ ਹੈ ਗੁਰੂ ਗ੍ਰੰਥ ਸਾਹਿਬ ਦਰਪਣ, ਉਹ ਬਿਲਕੁਲ ਪਰਪੱਕ ਅਰਥ ਹੈਗੇ, ਸਾਰੇ ਉੱਥੋਂ ਹੀ ਲੈਂਦੇ ਜਿੰਨੇ ਵੀ ਹੈਡ ਗ੍ਰੰਥੀ ਸਾਹਿਬ ਹਨ। ਅਸੀਂ ਇੱਕ ਗੱਲ ਕਹਿਣਾ ਚਾਹਾਂਗੇ ਕਿ ਭਾਈ ਸਾਹਿਬ ਜੀ, ਕਿ ਜਿਹੜੀਆਂ ਇਸ ਵਕਤ ਗੂਗਲ ਤੇ ਪ੍ਰੇਮੀ ਰਿਸਰਚ ਕਰ ਰਿਹਾ, ਉਹਨਾਂ ਸਾਡਾਂ ਤੇ 1.5 ਮਹੀਨੇ ਦੀ ਤੁਸੀਂ ਗੱਲ ਕਰ ਰਹੇ ਹੋ, ਜੋ ਤੁਹਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਅਰਥਾਂ ਦੇ ਨਰਥ ਹੋ ਗਏ, ਤਾਂ ਉਸ ਵਕਤ ਤੁਸੀਂ ਕਾਰਵਾਈ ਤੁਹਾਨੂੰ ਕਰਨੀ ਚਾਹੀਦੀ ਸੀ ਕਿ ਤੁਸੀਂ ਗੂਗਲ ਤੇ ਜਿਹੜੀਆਂ ਸਾਈਡਾਂ ਹੈਗੀਆਂ ਉਹਨਾਂ ਤੇ ਕਾਰਵਾਈ ਕਰੋ, ਉਹਨੂੰ ਬੰਦ ਕਰਾਓ। ਹੁਣ ਅਸੀਂ ਜਦੋਂ ਕਾਰਵਾਈ ਕਰਨ ਦੀ ਗੱਲ ਕੀਤੀ, ਉਦੋਂ ਤੁਹਾਨੂੰ ਲੱਗਦਾ ਕਿ ਉਦੋਂ ਲਾ ਕੇ ਅਸੀਂ ਆਵਾਜ਼ ਚੱਕ ਰਹੇ ਹਾਂ। ਇਸ ਕਰਕੇ ਜਿਹੜਾ ਵੀ ਜਗਿਆਸੂ ਸਿੱਖ ਹੈ, ਉਹ ਇਸ ਬਾਰੇ ਜ਼ਰੂਰ ਆਪਣੇ ਯਤਨ ਜਾਰੀ ਰੱਖੇਗਾ ਔਰ ਗੁਰਬਾਣੀ ਦੇ ਜਿਹੜੇ ਅਰਥਾਂ ਦੇ ਨਰਥ ਕਰੂਗਾ, ਉਹਦੇ ਖਿਲਾਫ ਜ਼ਰੂਰ ਆਵਾਜ਼ ਚੱਕਾਂਗੇ। ਇਹ ਚਾਹੇ ਉਹਦਾ ਨਾਂ ਕਿਸੇ ਨੂੰ ਬੁਰਾ ਲੱਗੇ, ਚਾਹੇ ਚੰਗਾ ਲੱਗੇ। ਠੀਕ ਹੈ, ਓਕੇ। ਜਤਿੰਦਰਪਾਲ ਸਿੰਘ ਜੀ, ਮੈਂ ਚਾਹਾਂਗਾ ਕਿ ਤੁਹਾਡੇ ਕੋਲੋਂ ਅਸੀਂ ਸਿਰਫ 2-3 ਸਵਾਲ ਨੇ, ਤੁਸੀਂ ਉਸ ਦਾ ਜਵਾਬ ਦੇ ਦਿਓ। ਹੋਰ ਮੈਂ ਚਾਹਾਂਗਾ ਹੁਣ ਅਸੀਂ ਕੋਈ ਪੁਆਇੰਟ ਨਹੀਂ ਚੁੱਕਾਂਗੇ, ਸਿਰਫ 1-2 ਮਿੰਟ ਆਪਾਂ ਸਾਰੇ ਗੈਸਟਾਂ ਤੋਂ ਜ਼ਰੂਰ ਆਪਾਂ ਕਨਫਿਊਜ਼ਨ ਲਵਾਂਗੇ, ਤਾਂ ਸਾਰਿਆਂ ਨੂੰ ਸਮਾਂ ਦੇਵਾਂਗਾ ਦੇਖ ਕੇ ਕਨਫਿਊਜ਼ਨ ਤੇ 3 ਸਵਾਲਾਂ ਦੇ ਜਵਾਬ ਤੁਸੀਂ ਦੇ ਦਿਓ ਕਿ ਜਿਹੜੀ ਕਮੇਟੀ ਤੁਸੀਂ ਬਣਾਈ ਹੈ ਉਸ ਦੇ ਨੁਮਾਇੰਦੇ ਕੌਣ ਨੇ, ਕੌਣ ਉਸ ਤੇ 3 ਮੈਂਬਰੀ ਕਮੇਟੀ ਹੈ, 3 ਮੈਂਬਰ ਕਿਹੜੇ ਨੇ, ਇੱਕ ਵੀ ਉਹਨਾਂ ਦੇ ਨਾਮ ਦੱਸ। ਹਾਂਜੀ, ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਉਹਦੇ ਵਿੱਚ ਇੱਕ ਤੇ ਮੈਂ ਸਕੱਤਰ ਸਾਹਿਬ ਹੈਗੇ ਨੇ, ਆਪ ਕਾਲਕਾ ਜੀ ਹੈਗੇ ਨੇ, ਦੂਸਰਾ ਸਾਡੇ ਉਹ ਹੈਗੇ ਨੇ ਸਰਨਾ ਸਾਹਿਬ, ਸਮਝਿਆ ਨਹੀਂ, ਤੇ ਉਹ ਤੀਸਰਾ ਇੱਕ ਹੈਡ ਗ੍ਰੰਥੀ ਸਾਹਿਬ ਪਾਏ ਨੇ, ਅਸੀਂ ਆਪਣੇ ਹਰਨਾਮ ਸਿੰਘ ਨੂੰ ਨਾਲ ਪਾਇਆ ਉਹਦੇ ਵਿੱਚ। ਸਰਨਾ ਸਾਹਿਬ ਕਿਹੜੇ? ਸਰਨਾ ਸਾਹਿਬ ਦਲਜੀਤ ਸਿੰਘ, ਭਾਈ ਦਲਜੀਤ ਸਿੰਘ ਸਰਨਾ ਮੈਂਬਰ ਆ, ਭਾਈ ਜਿਹੜੇ ਮੈਂਬਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ। ਭਾਈ ਸਾਹਿਬ ਕਿਰਪਾ ਕਰਕੇ ਜਾਤ ਪਤਾ ਨਾ ਇੱਥੇ ਖਿਲਾਰਿਆ ਕਰੋ, ਜਾਤ ਪਤਾ ਨਾ ਕਰਿਆ ਕਰੋ। ਦਲਜੀਤ ਸਿੰਘ ਜੀ ਖਾਲਸਾ ਹੈ, ਤਿਲਕ ਨਗਰ ਤੋਂ ਮੈਂਬਰ ਦਿੱਲੀ ਕਮੇਟੀ ਦੇ। ਚਲੋ ਠੀਕ ਹੈ, ਚਲੋ ਚਮਨ ਸਿੰਘ ਜੀ, ਆਪਾਂ ਇਹ ਮੁੱਦਾ ਨਹੀਂ ਹੈਗਾ, ਮੈਂ ਬੇਨਤੀ ਕਰਾਂਗਾ ਕਿ ਆਪਾਂ ਮੁੱਦੇ ਤੇ ਆਈਏ। ਜਤਿੰਦਰਪਾਲ ਸਿੰਘ ਜੀ, ਠੀਕ ਹੈ, ਤੁਸੀਂ 3 ਮੈਂਬਰੀ ਕਮੇਟੀ ਨਾਮ ਅਨਾਉਂਸ ਕਰ ਦਿੱਤੇ, ਕੀ ਇੱਕ ਸਮਾਂ ਨਿਸ਼ਚਿਤ ਕੀਤਾ ਗਿਆ ਕਿ ਕਿੰਨੇ ਟਾਈਮ ਬਾਅਦ ਕਮੇਟੀ ਰਿਜ਼ਲਟ ਦੇਗੀ, ਤਾਂ ਕਿ ਅੱਜ ਕਲੀਅਰ ਹੋ ਜਾਏ ਕਿ ਇਹਨੇ ਦਿਨਾਂ ਬਾਅਦ ਐਸਾ ਸਪਸ਼ਟੀਕਰਨ ਆਏਗਾ? ਹੋਰ ਕਿਸ ਤਰੀਕੇ ਤੁਸੀਂ ਇਹਦੀ ਜਾਂਚ ਕਰੋਗੇ ਕਿ ਸੀਸੀਟੀਵੀ ਤੇ ਚੈੱਕ ਕੀਤੀ ਜਾਏਗੀ, ਕੀ ਕੀਤਾ ਜਾਏ? ਸਰ ਉਹਨਾਂ ਨੂੰ ਵੈਸੇ ਅਸੀਂ 15 ਨੇ ਟਾਈਮ ਦਿੱਤਾ, 4 ਦਿਨ ਹੋ ਗਏ ਨੇ, ਮਤਲਬ ਕਿ 11 ਦਿਨ ਟ੍ਰਾਂਸਪੋਰਟ ਆ ਜਾਏਗਾ, ਰਿਜ਼ਲਟ ਆ ਜਾਏਗਾ 10 ਤਰੀਕ ਤੱਕ। ਠੀਕ ਹੈ, 11 ਦਿਨਾਂ ਬਾਅਦ ਰਿਜ਼ਲਟ। ਠੀਕ ਹੈ, ਠੀਕ ਹੈ ਜੀ ਸੰਗਤ ਜੀ, 11 ਦਿਨਾਂ ਬਾਅਦ ਰਿਜ਼ਲਟ ਆ ਜਾਏਗਾ, ਸੀਸੀਟੀਵੀ ਨੇ ਕਿਹਾ ਕਿ ਚੈੱਕ ਕੀਤੀ ਜਾਏਗੀ। ਹੁਣ ਮੈਂ ਸਾਰੇ ਆਪਣੇ ਸੱਜਣਾਂ ਨੂੰ, ਸਾਰੇ ਗੈਸਟ ਨੂੰ ਮੈਂ 1-1 ਸਵਾ ਮਿੰਟ ਦਾ ਟਾਈਮ ਦਵਾਂਗਾ, ਕਿਉਂਕਿ ਪ੍ਰੋਗਰਾਮ ਦੀ ਸਮਾਪਤੀ ਹੈ। ਅਖੀਰ ਦੇ ਵਿੱਚ ਆਪਣੇ ਵਿਚਾਰ ਰੱਖੇ ਜਾਣ, ਸਿਰਫ ਕੋਈ ਤਕਰਾਰ ਨਾ ਕੀਤੀ ਜਾਵੇ, ਔਰ ਆਪਣਾ ਸਿਰਫ ਇੱਕ ਮੈਸੇਜ ਦੇ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਅਸੀਂ ਕਰਾਂਗੇ। ਸਭ ਤੋਂ ਪਹਿਲੇ ਅਸੀਂ ਸ਼ੁਰੂਆਤ ਕਰਾਂਗੇ ਹਰਦੀਪ ਸਿੰਘ ਗੋਬਿੰਦਪੁਰੀ ਜੀ ਤੋਂ। ਹਾਂਜੀ, ਸਿਰਫ 1 ਸਵਾ ਮਿੰਟ ਦਾ ਸਮਾਂ। ਜੀ ਸਿੰਘ ਸਾਹਿਬ, ਕੀ ਕਿਹਾ ਤੁਸੀਂ? ਆਵਾਜ਼ ਤੁਹਾਡੀ ਕਲੀਅਰ ਨਹੀਂ ਆਈ। ਹਾਂਜੀ ਹਾਂਜੀ, ਸਿਰਫ ਇੱਕ ਆਪਣਾ ਅਖੀਰਲਾ ਮੈਸੇਜ ਤੁਸੀਂ ਦੇ ਦਿਓ ਜੀ, ਬਸ ਕਨਕਲੂਜਨ ਤੇ ਆ ਰਹੇ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰ ਰਹੇ ਹਾਂ। ਦੇਖੋ, ਮੇਰੀ ਬੇਨਤੀ ਇਹ ਹੈ ਕਿ ਭੁੱਲ ਹੋ ਜਾਂਦੀ ਹੈ, ਭੁੱਲ ਨੂੰ ਆਪਣੀ ਜਿਹੜੀ ਹੈ ਉਹ ਮੰਨ ਲੈਣਾ ਚਾਹੀਦਾ। ਦੇਰ ਸਵੇਰ ਜਿਹੜੀ ਹੁੰਦੀ ਹੈ, ਪਰ ਗੁਰਬਾਣੀ ਤੋਂ ਗਲਤੀ ਹੁੰਦੀ ਹੈ ਉਹ ਬਰਦਾਸ਼ਤ ਨਹੀਂ ਹੁੰਦੀ। ਕੋਈ ਵੀ ਜਿਹੜਾ ਪੰਥ ਦਰਦੀ ਹੈ ਉਹ ਜਿਹੜਾ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ, ਉਹਨਾਂ ਨੂੰ ਇਹ ਗੱਲ ਦਾ ਬੜਾ ਦੁੱਖ ਲੱਗਦਾ ਹੈ। ਔਰ ਜਦੋਂ ਅਸੀਂ ਇਸ ਤਰ੍ਹਾਂ ਦੇ ਕਿਤੇ ਵਿਚਾਰ ਕਰਦੇ ਹਾਂ ਤੇ ਉਸ ਨੂੰ ਕਦੀ ਸਾਜ਼ਿਸ਼ ਨਹੀਂ ਦੱਸਣਾ ਚਾਹੀਦਾ ਕਿ ਇਹ ਸਾਜ਼ਿਸ਼ ਹੈ, ਉਹਨੂੰ ਖਿੜੇ ਉੱਤੇ ਪ੍ਰਵਾਨ ਕਰਨਾ ਚਾਹੀਦਾ ਕਿ ਗਲਤੀ ਹੋਈ ਹੈ। ਕਿਸੇ ਨੇ ਗਲਤੀ ਦੱਸਿਆ, ਗਲਤੀ ਉਹੀ ਦੱਸਦਾ ਹੈ ਜੋ ਸ਼ੁਭ ਚਿੰਤਕ ਵੀ ਹੋਏ, ਉਹ ਵੀ ਗਲਤੀ ਦੱਸਦਾ ਹੈ। ਜਲਦੀ ਨਹੀਂ ਕਿ ਗਲਤੀ ਵਿਰੋਧੀ ਦੱਸਦੇ ਹੈ, ਵਿਰੋਧੀ ਅਗਰ ਓਪੋਜੀਸ਼ਨ ਨਹੀਂ ਹੈ ਤਾਂ ਸੁਧਾਰ ਵੀ। ਦੂਸਰੀ ਗੱਲ, ਮੈਂ ਚਮਨ ਜੀ ਨੂੰ ਔਰ ਗੋਲਡੀ ਜੀ ਨੂੰ ਦੋਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਦੋਂ ਅਸੀਂ ਲਾਈਵ ਡਿਬੇਟ ਅਸੀਂ ਟੀਵੀ ਚੈਨਲ ਤੇ ਹੋਈਏ ਤੇ ਸੱਭਿਆਚਾਰ ਦਾ, ਮਰਿਆਦਾ ਦਾ ਅਸੀਂ ਜ਼ਰੂਰ ਰੱਖੀਏ, ਕਿਉਂਕਿ ਸਾਡੀਆਂ ਸਾਰਿਆਂ ਦੀ ਪੱਗਾਂ ਜਿਹੜੀਆਂ ਇਹ ਉੱਚੀਆਂ ਰਹਿਣੀਆਂ ਚਾਹੀਦੀਆਂ ਤੇ ਕਿਸੇ ਤਰੀਕੇ ਦੀ ਹਲਕੀ ਅਸੀਂ ਕੋਈ ਸ਼ਬਦਾਵਲੀਆਂ ਵਰਤੀਏ। ਇਹ ਮੇਰੀ ਬੇਨਤੀ ਹੈ। ਠੀਕ ਹੈ, ਧੰਨਵਾਦ ਕਰਦੇ ਹਾਂ ਜੀ। ਤਰਸੇਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਕਹਿਣਾ ਚਾਹਾਂਗਾ ਕਿ ਇੱਕ ਤਾਂ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਹੋ ਸਕਦਾ ਹੈ ਕਿ ਸਾਜ਼ਿਸ਼ ਦੇ ਹਿੰਦੀ ਵਿੱਚ ਗਲਤ ਹੁਕਮਨਾਮਾ ਲਿਖਿਆ ਗਿਆ ਹੋਵੇ, ਉਸ ਨੂੰ ਸੰਗਤਾਂ ਦੇ ਪੁਆਇੰਟ ਨਾਲ, ਸੰਗਤਾਂ ਦੇ ਨੌਲੇਜ ਵਿੱਚ ਲਿਆਣਾ, ਇਹਨੂੰ
ਸਾਜ਼ਿਸ਼ ਨਹੀਂ ਕਿਹਾ ਜਾ ਸਕਦਾ। ਸਾਜ਼ਿਸ਼ ਤਾਂ ਆਵਾਜ਼ ਕਰਨ ਵਾਲੇ ਦੀ ਹੋ ਰਹੀ ਹੈ ਜੀ। ਇਸ ਤਰ੍ਹਾਂ ਕਿ ਗਲਤ ਹੁਕਮਨਾਮਾ ਦੇ ਅਰਥ ਲਿਖਣੇ ਇਹ ਸਾਜ਼ਿਸ਼ ਹੋ ਸਕਦੀ ਹੈ, ਪਰ ਇਹ ਸਾਜ਼ਿਸ਼ ਨਹੀਂ ਹੋ ਸਕਦੀ ਕਿ ਉਹ ਸੰਗਤਾਂ ਦੀ ਜਾਣਕਾਰੀ ਵਾਸਤੇ, ਸੰਗਤਾਂ ਦੇ ਨੌਲੇਜ ਵਿੱਚ ਲਿਆਉਣਾ। ਸੋ ਮੈਂ ਇਹ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਗੁਰਬਾਣੀ ਦੇ ਮਾਮਲੇ ਉੱਤੇ ਸਾਨੂੰ ਬੜੇ ਸੁਚੇਤ ਹੋ ਕੇ ਆਪਣੇ ਵਿਚਾਰ ਵੀ ਦੇਣੇ ਚਾਹੀਦੇ ਨੇ। ਦੂਜੀ ਗੱਲ ਕਿ ਹੁਣ ਜਿਹੜੇ ਹੁਕਮਨਾਮੇ ਸਵੇਰੇ ਮਾਰਨਿੰਗ ਟਾਈਮ ਲਿਖੇ ਜਾਂਦੇ ਨੇ, ਉਹ ਹਿੰਦੀ ਦੇ ਵਿੱਚ ਕੌਣ ਲਿਖਦਾ ਹੈ, ਇਹ ਗੋਲਡੀ ਜੀ ਸਾਨੂੰ ਜ਼ਰੂਰ ਜਾਣਕਾਰੀ ਦੇ ਦੇਣ, ਕਿਉਂਕਿ ਇੱਕ ਦਿਨ ਦਾ ਕੰਮ ਇੱਕ ਵਾਰੀ ਗਲਤੀ ਹੋ ਗਈ ਹੈ ਤੇ ਹੁਣ ਜਦੋਂ ਦੁਬਾਰਾ ਪੁਆਇੰਟ ਆਊਟ ਕਰਾਂਗੇ ਤਾਂ ਉਸ ਤੋਂ ਬਾਅਦ ਹੀ ਹੋਣੀ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਹੁਣ ਨਿਰੰਤਰ ਜਿਹੜੇ ਹੁਕਮਨਾਮੇ ਲਿਖੇ ਜਾਣ ਹਿੰਦੀ ਵਿੱਚ, ਜੇ ਕਿਸੇ ਨੂੰ ਅਥੈਂਟਿਕ ਆਦਮੀ ਨੂੰ ਹਿੰਦੀ ਵਿੱਚ ਲਿਖਣਾ ਨਹੀਂ ਆਉਂਦਾ ਤਾਂ ਹਿੰਦੀ ਦਾ ਬੰਦ ਕਰ ਦਿਓ, ਤੇ ਮੈਂ ਸਮਝਦਾ ਚੰਗੀ ਗੱਲ, ਅੰਗਰੇਜ਼ੀ ਵਿੱਚ ਕਰੋ, ਪੰਜਾਬੀ 'ਚ ਕਰੋ। ਪਰ ਜੇ ਹਿੰਦੀ ਵਿੱਚ ਲਿਖਣਾ ਹੈ ਤੇ ਫਿਰ ਹਰ ਰੋਜ਼ ਇਹ ਚੈੱਕ ਚੇਅਰਮੈਨ ਸਾਹਿਬ ਤੇ ਹੋਣੀ ਚਾਹੀਦੀ ਹੈ ਕਿ ਉਹ ਇਹਨੂੰ ਯਕੀਨੀ ਬਣਾਉਣ ਕਿ ਹੁਕਮਨਾਮਾ ਗਲਤ ਨਹੀਂ ਲਿਖਿਆ ਜਾਵੇਗਾ। ਸੋ ਬਾਣੀ ਦੇ ਮਾਮਲੇ ਦੇ ਵਿੱਚ ਸਾਨੂੰ ਕੋਈ ਵੀ ਨਹੀਂ ਚਾਹੀਦਾ। ਅਸੀਂ ਗੁਰਬਾਣੀ ਮਰਿਆਦਾ ਤੇ ਉਹਦੀ ਉਚਤਾ ਜਿਹੜੀ ਆ ਉਹਨੂੰ ਬਣਾਉਣਾ ਚਾਹੁੰਦੇ ਹਾਂ, ਇਹੋ ਸਾਡੀ ਭਾਵਨਾ ਹੈ। ਠੀਕ ਹੈ ਜੀ। ਚਮਨ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਅਖੀਰ ਤੇ ਗੱਲ ਕਹਿਣਾ ਚਾਹੁੰਦਾ ਕਿ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦਾਂ ਦੇ ਅਰਥਾਂ ਦੀ ਗੱਲ ਹੈ, ਉਹਨਾਂ ਦੇ ਹੁਕਮਾਂ ਦੀ ਗੱਲ ਹੈ, ਉੱਥੇ ਤੱਕ ਜਿੱਥੇ ਕਮੇਟੀਆਂ ਨੂੰ ਜਾਗਰੂਕ ਹੋਣਾ ਚਾਹੀਦਾ, ਉੱਥੇ ਨਾਲ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਸੰਸਥਾ ਨੂੰ ਵੀ ਜਾਗਰੂਕ ਹੋਣਾ ਚਾਹੀਦਾ, ਨਾਲ ਸਿੱਖ ਸੰਗਤ ਨੂੰ ਜਾਗਰੂਕ ਹੋਣਾ ਚਾਹੀਦਾ ਕਿ ਇਹ ਜਿਹੜੇ ਗੁਰਬਾਣੀ ਦੇ ਹੁਕਮ ਹੈ, ਗੁਰਬਾਣੀ ਦੇ ਅਰਥ ਹੈ, ਇਹਨਾਂ ਅਰਥਾਂ ਦੇ ਜਿਹੜੇ ਅਨਰਥ ਨਾ ਕੋਈ ਕਰ ਸਕੇ। ਮੈਂ ਸਮਝਦਾ ਕਿ ਸਾਰੀਆਂ ਕਮੇਟੀਆਂ, ਖਾਲੀ ਗੁਰਦੁਆਰਾ ਸੀਸਗੰਜ ਨਹੀਂ, ਬੰਗਲਾ ਸਾਹਿਬ, ਰਕਾਬਗੰਜ ਸਾਹਿਬ ਜਾਂ ਲੋਕਲ ਜਿਹੜੀਆਂ ਸਿੰਘ ਸਭਾਵਾਂ, ਉਹਨਾਂ ਦੇ ਹੈੱਡ ਗ੍ਰੰਥੀ ਸਾਹਿਬਾਨ ਨੂੰ ਵੀ ਜਾਗਰੂਕ। ਹੈਲੋ, ਹਾਂਜੀ, ਚਮਨ ਸਿੰਘ ਜੀ ਸਾਡੇ ਨਾਲ ਡਿਸਕਨੈਕਟ ਹੋ ਗਏ। ਸ਼ਾਇਦ ਮੈਂ ਚਾਹਾਂਗਾ ਕਿ ਦੁਬਾਰਾ ਜੇ ਉਹ ਸਾਡੇ ਨਾਲ ਜੁੜਦੇ ਆ ਤੇ ਗੋਲਡੀ ਜੀ, ਇੱਕ ਵਾਰ ਮੈਂ ਚਾਹਾਂਗਾ ਆਪਣਾ ਫੋਨ ਰੋਟੇਟ ਕਰ ਲਿਓ ਤੁਸੀਂ ਆਪਣਾ, ਤਾਂ ਕਿ ਇੱਕ ਵਾਰੀ ਆਪ ਜੀ ਦੀ ਤਸਵੀਰ ਜਿਹੜੀ ਹੈ ਸਾਫ਼ ਆ ਸਕੇ। ਮੇਰੀ ਤਾਂ ਬੈਟਰੀ ਡਾਊਨ ਚਲੋ ਆਪ ਜੀ ਦੀ ਰੋਟੇਸ਼ਨ, ਚਲੋ ਕੋਈ ਗੱਲ ਨਹੀਂ, ਆਪ ਜੀ ਵਾਪਸ ਉਸ ਤਰ੍ਹਾਂ ਹੀ ਰੱਖ ਲਿਓ, ਕੋਈ ਗੱਲ ਨਹੀਂ। ਚਮਨ ਸਿੰਘ ਜੀ ਸਾਡੇ ਨਾਲ ਸ਼ਾਇਦ ਡਿਸਕਨੈਕਟ ਹੋ ਗਏ ਨੇ। ਜਤਿੰਦਰਪਾਲ ਸਿੰਘ ਜੀ, ਤੁਹਾਡੇ ਤੋਂ ਫੇਰ ਆਪਾਂ ਇਹੀ ਅਖੀਰਲਾ ਸਮਾਂ ਅਸੀਂ ਆਪ ਜੀ ਨੂੰ ਦੇ ਰਹੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਕਈ ਗੱਲਾਂ ਹਰਜੀਤ ਸਿੰਘ ਜੀ ਨੇ ਵੀ ਕਿਹਾ ਕਿ ਗਲਤੀ ਮੰਨ ਲੈਣੀ ਚਾਹੀਦੀ ਹੈ, ਪਰ ਅੱਛੀ ਚੀਜ਼ ਹੈਗੀ ਹੈ ਕਿ ਗਲਤੀ ਮੰਨੀ ਗਈ ਹੈ। ਤੁਸੀਂ ਇਸ ਦੀ ਜ਼ਿੰਮੇਵਾਰੀ ਕਿੱਦਾਂ ਤੈਅ? ਗੁਰਪ੍ਰੀਤ ਜੀ, ਜਿਹੜੀ ਗੱਲ ਮੇਰੇ ਸਰ ਤਰਸੇਮ ਸਿੰਘ ਨੇ ਆਖੀ ਹੈ, ਉਹ ਗੱਲ ਬਿਲਕੁਲ ਸਹੀ ਆਖੀ ਉਹਨਾਂ ਨੇ। ਉਹਦੇ ਅਸੀਂ ਜਿਹੜਾ ਬੰਦਾ ਨਿਯਤ ਕਰਾਂਗੇ, ਬਕਾਇਦਾ ਦੇਖ ਕੇ ਗੱਲ ਕਰਕੇ ਉਹਦੀ ਪੂਰੀ ਰਿਪੋਰਟ ਰੋਜ਼ ਜਿਵੇਂ WhatsApp ਤੇ ਗੱਲ ਕਰਦੀ ਸੀ ਕਿ ਮੇਰੇ ਕੋਲ ਰੋਜ਼ ਉਹਦੇ WhatsApp ਆਣੇ ਚ ਲਿਖ ਕੇ ਜਿਹੜਾ ਹੁਕਮਨਾਮਾ ਲਿਖ ਕੇ ਆ ਰਿਹਾ ਵੇ, ਔਰ ਉਹਦੀ ਇੱਕ ਨਿਗਰਾਨੀ ਦੇ ਹੈਡਗੰਤੀ ਸਾਹਿਬ ਦੀ ਨਿਗਰਾਨੀ ਚ ਹੋਏਗਾ। ਜਿਹੜਾ ਕੋਈ ਹਿੰਦੀ ਨਹੀਂ ਲਿਖ ਸਕੇਗਾ ਤੇ ਉਹਦਾ ਵੀ ਅਸੀਂ ਕੋਈ ਹੱਲ ਕੱਢ ਕੇ, ਜਿਵੇਂ ਇੱਕ ਸਕਰੀਨ ਆ ਗਈ, ਸਕਰੀਨ ਲਗਾ ਦਿਆਂਗੇ, ਸਕਰੀਨ ਤੇ ਚੱਲ ਜਾਵੇ, ਤਾਂ ਕਿ ਇਹ ਪ੍ਰੋਗਰਾਮ ਰੋਟੇਸ਼ਨ ਦਿੱਕਤ ਨਾ ਆਵੇ। ਦੂਸਰੀ ਗੱਲ, ਜਿਹੜੀ ਗਲਤੀ ਦੀ ਗੱਲ ਹੈ, ਗਲਤੀ ਤੇ ਮੈਂ ਆਖਿਆ ਸੀ ਚਾਹੇ ਗ੍ਰੰਥੀ ਸਾਹਿਬ ਕੋਲ ਹੋਈ, ਕਿਹਦੇ ਕੋਲ ਹੋਈ ਹੈ, ਮੈਂ ਕਹਿੰਦਾ ਗੁਰਬਾਣੀ ਦੇ ਅਰਥ ਗਲਤ ਕਰਨੇ ਸਭ ਤੋਂ ਗਲਤ ਹੈਗਾ ਵੇ। ਗੁਰਬਾਣੀ ਅਸੀਂ ਇੱਕ ਅੱਖਰ ਵੀ ਕਹਿ ਲਓ, ਲਾਗ ਮਾਤਰ ਵੀ ਨਹੀਂ ਅਸੀਂ ਚੇਂਜ ਕਰ ਸਕਦੇ, ਸਮਝੇ ਨਹੀਂ? ਗਲਤੀ ਤੇ ਬਹੁਤ ਵੱਡੀ ਹੈ, ਗਲਤੀ ਦੀ ਗੱਲ ਤੇ ਕहीं ਨਹੀਂ ਹੋਈ ਗੱਡੀ, ਲੇਕਿਨ ਜਿਹੜੀ ਗੱਲ ਸਵੇਰੇ ਲਿਖੀ ਗਈ, ਉਹਦੇ ਫੋਟੋ ਕੀਤੀ, ਉਹਦੇ ਬਾਰੇ ਮੈਂ ਗੱਲ ਆਖੀ ਸੀ। ਔਰ ਜੇ ਕੋਈ ਮੈਨੂੰ ਉੱਚਾ ਨੀਵਾਂ ਕਿਹਾ ਗਿਆ ਵਾ ਤੇ ਮੋਦੀ ਮੈਂ ਮਾਫੀ ਚਾਹੁੰਦਾ ਸਾਰੇ ਵੀਰਾਂ ਕੋਲੋਂ, ਔਰ ਆਸ ਕਰਾਂਗਾ ਕਿ ਆਪ ਜੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸਾਰੀ ਆਪਣੀ ਹੈਗੀ, ਆਪਣੀ ਕਮੇਟੀ, ਅਸੀਂ ਸਾਰੇ ਉਹਦੇ ਇਕੱਲਾ ਅਹੁਦੇਦਾਰ ਹਾਂ, ਅਸੀਂ ਸਾਰੇ ਉਹਦੀ ਸੰਭਾਲ ਕਰਨ ਵਾਲੇ ਆ। ਸਾਡਾ ਫਰਜ਼ ਬਣਦਾ ਕਿ ਅਸੀਂ ਮਿਲ ਕੇ, ਜੇ ਕਿਤੇ ਗਲਤ ਹੈ ਤੇ ਤੁਸੀਂ ਸਾਨੂੰ ਦੱਸੋ, ਅਸੀਂ ਹੁਣ ਠੀਕ ਕਰਾਂਗੇ, ਪ੍ਰਬੰਧ ਦੇ ਅੰਦਰ ਵੀ, ਸੰਭਾਲ ਦੇ ਅੰਦਰ ਵੀ, ਔਰ ਗੁਰਸਾਹਿਬ ਮਿਹਰ ਕਰਨ ਕੋਸ਼ਿਸ਼ ਹੈਗੀ ਕਿ ਅੱਗੇ ਕਦੀ ਗਲਤੀ ਨਾ ਹੋਵੇ। ਠੀਕ ਹੈ ਜੀ, ਬਹੁਤ ਅੱਛੀ ਗੱਲ ਹੈ ਜਤਿੰਦਰਪਾਲ ਸਿੰਘ ਜੀ, ਗੋਲਡੀ ਜੀ, ਤੁਸੀਂ ਇੱਕ ਪੋਜ਼ਿਟਿਵ ਇਹ ਚੀਜ਼ ਹੈਗੀ ਆ ਕਿ ਵੀ ਗਲਤੀ ਆਪਣੀ ਮੰਨੀ ਗਈ ਹੈ, ਇਹ ਇੱਕ ਚੰਗੀ ਗੱਲ ਹੈ। ਨਹੀਂ ਤੇ ਇਸ ਦੇ ਉੱਪਰ ਹੀ ਡਿਬੇਟ ਹੁੰਦੀ ਰਹਿੰਦੀ ਹੈ ਕਿ ਵੀ ਗਲਤੀ ਨਹੀਂ ਮੰਨੀ ਜਾਂਦੀ। ਪਰ ਫਿਰ ਵੀ ਜੋ ਵੀ ਹੋਇਆ ਮਾੜਾ ਹੋਇਆ, ਇਸ ਦੇ ਉੱਪਰ ਇਹੀ ਬੇਨਤੀ ਕੀਤੀ ਜਾਏਗੀ ਕਿ ਅੱਗੇ ਤੋਂ ਇਹੋ ਜਿਹੀ ਚੀਜ਼ਾਂ ਨਾ ਹੋਣ, ਇਹੋ ਜਿਹੀ ਘਟਨਾਵਾਂ ਨਾ ਵਾਪਰਨ, ਉਹਦੇ ਵਾਸਤੇ ਜ਼ਰੂਰ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਔਰ ਸੰਗਤ ਜੀ, ਇਸੇ ਤਰੀਕੇ ਆਪਣਾ ਵੀ ਇਹੀ ਫੋਕਸ ਹੈਗਾ ਕਿ ਇਹਨਾਂ ਮੁੱਦਿਆਂ ਨੂੰ ਸੰਗਤ ਉੱਪਰ, ਕਿਉਂਕਿ ਜੋ ਪਿਛਲੇ ਕਈ ਦਿਨਾਂ ਤੋਂ ਪੱਕ ਰਹੇ ਨੇ, ਇੱਕ ਵਿਚਾਰ ਚਰਚਾ ਕਰਾਈ ਜਾਵੇ ਜਿਹਦੇ ਨਾਲ ਕੋਈ ਹੱਲ ਨਿਕਲੇ, ਰੈਦਰ ਦੈਨ ਅਸੀਂ ਇੱਕ ਦੂਸਰੇ ਉੱਪਰ ਚੁੱਚੀ ਜਾਈਏ ਔਰ ਇਸ ਤੋਂ ਅਸੀਂ ਜਿਹੜਾ ਹੈਗਾ ਥੋੜਾ ਜਿਹਾ ਗੁਰੇਜ਼ ਕਰੀਏ। ਸੋ ਬਹੁਤ ਬਹੁਤ ਧੰਨਵਾਦ ਕਰਾਂਗਾ ਜਤਿੰਦਰਪਾਲ ਸਿੰਘ ਜੀ ਗੋਲਡੀ, ਸਾਡੇ ਕੋਲ ਧਰਮ ਪ੍ਰਚਾਰ ਕਮੇਟੀ ਤੋਂ, ਦਿੱਲੀ ਕਮੇਟੀ ਤੋਂ ਜੁੜੇ ਸੀਗੇ। ਚਮਨ ਸਿੰਘ ਜੀ ਜਗਾਸਰਾ ਗੁਰੂ ਕੋਟ ਪਾਰਟੀ ਤੋਂ ਦਿੱਲੀ ਕਮੇਟੀ ਦੇ ਮੈਂਬਰ ਹੀ ਨੇ, ਉਹ ਜੁੜੇ ਸੀਗੇ, ਉਹਨਾਂ ਤੋਂ ਧਰਮ ਪ੍ਰਚਾਰ
ਔਰ ਤਰਸੇਮ ਸਿੰਘ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਸਾਡੇ ਨਾਲ ਜੁੜੇ ਸੀਗੇ, ਔਰ ਹਰਜੀਤ ਸਿੰਘ ਗੋਬਿੰਦਪੁਰੀ ਜੀ ਉਹ ਜੋ ਕਿ ਪੰਥਕ ਸੇਵਾ ਦਲ ਦੇ ਧਰਮ ਪ੍ਰਚਾਰ ਦੇ ਅਬਜ਼ਰਵਰ ਤੇ ਸਾਡੇ ਨਾਲ ਸਾਰੇ ਇਸ ਮੁੱਦੇ ਤੇ ਗੱਲਬਾਤ ਕੀਤੀ, ਆਪਣੇ ਵਿਚਾਰਾਂ ਸਾਂਝੀਆਂ ਕੀਤੀਆਂ। ਆਪ ਸਾਰੇ ਸੱਜਣਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਗੁਰੂ ਫਤਿਹ ਦੀ ਸਾਂਝ ਕਰਕੇ ਅਸੀਂ ਸਾਂਝੇ ਤੌਰ ਤੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸੋਨੇ ਹਾਲ